ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:12 ਹੋਏ ਨੇ। 14 ਅਪ੍ਰੈਲ ਦਾ ਦਿਨ ਹੈ, ਵਰ੍ਹਾ 2022 ਦਾ, ਵੀਰਵਾਰ ਹੈ। 1 ਵਿਸਾਖ ਨਾਨਕ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ। ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਕੋਟਨ ਕੋਟ ਵਧਾਈਆਂ। ਚੜ੍ਹਦੀ ਕਲਾ। ਅੱਜ ਦੇ ਸ਼ੋਅ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਨਿਮੀ ਡੋਲਾ ਜੀ ਅੱਜ ਆਫ ਨੇ। 1 ਘੰਟਾ ਉਹਨਾਂ ਦਾ ਸ਼ੋਅ ਮੈਂ ਤੁਹਾਡੇ ਤੱਕ ਲੈ ਕੇ ਆਵਾਂਗਾ। 9 ਤੋਂ 12 ਵਜੇ ਤੱਕ ਤੁਹਾਡੀ ਮੈਂ ਸੇਵਾ ਦੇ ਵਿੱਚ ਹਾਜ਼ਰ ਹਾਂ। ਪਹਿਲੇ ਹਿੱਸੇ ਦੇ ਵਿੱਚ ਚੱਲਾਂਗੇ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਸਰਦਾਰ ਨਮਕਿਨ ਸਿੰਘ ਪੱਤੀ। ਉਸ ਤੋਂ ਬਾਅਦ ਬੰਬਈ ਫਿਲਮ ਇੰਡਸਟਰੀ, ਭਾਰਤ ਦੀ ਫਿਲਮ ਇੰਡਸਟਰੀ ਦੀਆਂ ਕੁਛ ਗੱਲਾਂ ਬਾਤਾਂ, ਇੱਕ ਅਦਾਕਾਰਾ ਨਾਲ ਗੱਲਬਾਤ ਕਰਾਂਗੇ ਜਿਹੜੀ ਸ਼ੋਸ਼ਣ ਦਾ ਸ਼ਿਕਾਰ ਹੋਈ। ਉੱਥੇ ਕੀ ਹੁੰਦਾ? ਇਹ ਮੀ ਟੂ ਮੂਵਮੈਂਟ ਜਿਹੜੀ ਇਕੱਲੀ ਹਾਲੀਵੁੱਡ ਨਹੀਂ, ਬਾਲੀਵੁੱਡ ਦੇ ਵਿੱਚ ਵੀ ਚੱਲਣੀ ਚਾਹੀਦੀ ਹੈ, ਉਸ 'ਤੇ ਗੱਲਬਾਤ ਕਰਾਂਗਾ। ਅਤੇ ਫਿਰ ਕੁਝ ਖਾਸ ਖਬਰਾਂ ਤੋਂ ਬਾਅਦ ਇੱਕ ਤੁਹਾਨੂੰ ਨਮੂਨਾ ਦੇਣਾ ਹੈ ਕਿ ਤੁਹਾਡੇ ਦੇਸ਼ ਦੇ ਵਿੱਚ ਜਿਹੜੀ ਰੀਅਲ ਅਸਟੇਟ ਹੈ ਉਹਨੂੰ ਕੌਣ ਖਰੀਦ ਰਹੇ ਨੇ ਅਤੇ ਉਹਨਾਂ ਦੀਆਂ ਕੰਪਨੀਆਂ ਕਿੱਥੇ ਨੇ, ਅਤੇ ਇੰਨਾ ਸੌਖਾ ਕਿਵੇਂ ਆ ਇੱਥੇ ਪੈਸਾ ਲੈ ਕੇ ਆਉਣਾ, ਅਤੇ ਆਮ ਲੋਕਾਂ ਦੀ ਪਹੁੰਚ ਦੇ ਵਿੱਚੋਂ ਰੀਅਲ ਅਸਟੇਟ ਕਿਵੇਂ ਬਾਹਰ ਜਾ ਰਹੀ ਹੈ। ਇਸ 'ਤੇ ਗੱਲਬਾਤ ਹੋਵੇਗੀ। ਅਤੇ ਸਰਕਾਰੀ ਜਾਇਦਾਦਾਂ, ਕੌਡੀਆਂ ਦੇ ਭਾਅ ਕਿਵੇਂ ਦਿੱਤੀਆਂ ਜਾਂਦੀਆਂ, ਕਿਵੇਂ 25-25 ਕਿੱਲੇ ਵੈਨਕੂਵਰ ਦੇ ਵਿੱਚ ਦਿੱਤੇ ਗਏ ਉਸ ਸਮੇਂ ਦੀ BC ਲਿਬਰਲ ਦੀ ਸਰਕਾਰ ਵੱਲੋਂ। ਜਿਹੜਾ ਡਿਵੈਲਪਰ ਨੇ ਡਿਵੈਲਪ ਕਰਕੇ ਪ੍ਰੋਪਰਟੀ ਸਰਕਾਰਾਂ ਨੂੰ ਪੈਸੇ ਦੇਣੇ ਨੇ। 25 ਕਿੱਲੇ ਜਿੱਥੇ 50/100 ਲਾਟ 2.5 ਮਿਲੀਅਨ ਦੀ ਵਿਕਦੀ ਹੈ। 104-204-0600 ਆਉਣੇ ਨੰਬਰ ਰਹੇਗਾ। 6042040600 ਅਤੇ ਨਾਲ ਹੀ ਸੈੱਲ ਫੋਨ ਮੇਰਾ ਅਤੇ ਵਟਸਐਪ ਲਈ ਤੁਹਾਨੂੰ 604-729-1224 ਨੰਬਰ ਹੈ। 6047291224 604-204-0600 ਜਦ ਮੇਰੇ ਨਾਲ ਗੱਲ ਕਰਨੀ ਆ ਰਿਹਾ, ਅਤੇ 604-729-1224 ਕੋਈ ਸੁਨੇਹਾ ਭੇਜਣਾ। ਤੇਰੇ ਹੀ ਦੀਦ ਦੇ ਪੁਜਾਰੀ ਜਾਂਦੇ ਮੰਜ਼ਲਾਂ ਮਕਾਈ, ਹੱਕ ਸੱਚ ਦਿਆਂ ਰਾਹੀਆਂ ਤੇਰੀ ਰੀਤ ਨਾ ਭੁਲਾਈ। ਇੱਕ ਉਹ ਵੀ ਨੇ ਜੋ ਲਿਖ ਗਏ ਸੱਚ ਨੂੰ ਬੇਦਾਵਾ, ਛੱਡ ਜੂਝਣੇ ਦੀ ਗੱਲ ਝੂਠਾ ਪਹਿਨਿਆ ਪਹਿਰਾਵਾ। ਇੱਕ ਜੂਝਦੇ ਨੇ ਰਣ ਸੀਸ ਤਲੀ ਤੇ ਟਕਾਈ, ਹੱਕ ਸੱਚ ਦਿਆਂ ਰਾਹੀਆਂ ਤੇਰੀ ਰੀਤ ਨਾ ਭੁਲਾਈ। ਹਾਲੇ ਫਤਵੇ ਨੇ ਲਾਉਂਦੇ ਚੰਦੂ ਵਰਗੇ ਜਲਾਦ, ਰੱਤ ਕਾਮਿਆਂ ਦੀ ਪੀਵੇ ਔਰੰਗੇ ਦੀ ਔਲਾਦ। ਗੰਗੂ ਜਿਹੇ ਬੇਈਮਾਨ ਜਾਂਦੇ ਰੁਤਬੇ ਨੇ ਪਾਈ, ਹੱਕ ਸੱਚ ਦਿਆਂ ਰਾਹੀਆਂ ਤੇਰੀ ਰੀਤ ਨਾ ਭੁਲਾਈ। ਆ ਗਈ ਭੇਸ ਬਟਾ ਕੇ ਲੁੱਟ ਖਾਣਿਆਂ ਦੀ ਢਾਣੀ, ਫਿਰਦੇ ਕੂੜ 'ਚ ਲਪੇਟੀ ਤੇਰੀ ਅਮਰ ਗੁਰਬਾਣੀ। ਤੈਨੂੰ ਆਖ ਕਰਾਮਾਤੀ ਜਾਂਦੇ ਜਨਤਾ ਨੂੰ ਖਾਈ, ਹੱਕ ਸੱਚ ਦਿਆਂ ਰਾਹੀਆਂ ਤੇਰੀ ਰੀਤ ਨਾ ਭੁਲਾਈ। ਹੱਕ ਸੱਚ ਦਿਆਂ ਰਾਹੀਆਂ ਤੇਰੀ ਰੀਤ ਨਾ ਭੁਲਾਈ। ਸ਼ਹੀਦ ਜੈਮਲ ਸਿੰਘ ਪੱਡਾ ਦੀ ਇਹ ਕਵਿਤਾ ਹੈ। ਤੋਂ ਪਹਿਲਾਂ ਤੁਹਾਡੇ ਸੂਬੇ ਦੇ ਮੁੱਖ ਮੰਤਰੀ ਆਨਰੇਬਲ ਜੌਨ ਹੌਰਗਨ ਤੁਹਾਨੂੰ ਵਧਾਈਆਂ ਦੇਣੀ ਚਾਹੁੰਦੇ ਨੇ, ਅਤੇ ਉਸ ਤੋਂ ਬਾਅਦ ਸਰ ਨਮਕਿਨ ਸਿੰਘ ਪੱਤੀ ਨਾਲ ਦੇਸ਼ ਪੰਜਾਬ ਦੇ ਝਰੋਖੇ 'ਚੋਂ ਗੱਲਬਾਤ ਕਰਾਂਗੇ। ਮਿਸਟਰ ਪ੍ਰੀਮੀਅਰ, ਗੁੱਡ ਮਾਰਨਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Good morning, Harjeet. Happy Vaisakhi to you and your listeners. Thank you so much for joining us. First of all, tell us about your health. You are doing so good. Well, I appreciate that. I've been through a bit in the past 6 months, but I'm feeling very good. I have positive outcomes from my cancer treatment, and I managed to get past COVID as well. I had a bout of COVID last week, and I had mild symptoms, thankfully. Because I'm 3 times vaccinated, and I'm feeling pretty good. But I want to thank you and all your listeners. I've been just inundated with good wishes over the past 6 months, and it's really helped keep my attitude positive, and I'm looking forward to the future. That's what our religion says. Well wishes for everyone, on or away. Everyone should be happy. So what would you like to say on this great day of Khalsa Sajna Divs, when Khalsa was born in 1699 in Anandpur Sahib in Punjab, and Baisakhi, the harvest season? Well, the teachings of the Khalsa are fundamental to the Sikh faith, but they're also fundamental, I think, to
all of us here in British Columbia. Those values of sharing and Siva, that's certainly what inspires me every day. And when I see the work in the Sikh community, just this last fall during the tremendous floods we had, the community rallied to prepare food and move it sometimes by helicopter to those in need. I don't think there's anything that typifies that sense of selflessness when it comes to the Sikh faith than, as you say, making sure that we spread our happiness as far as we can and as wide as we can. And as we think about Vaisakhi, and sadly we won't be gathering in large numbers as we have in the past for celebrations and dance and song, but we will be doing that in our own way. And I wanted to participate by talking to you today, Harjit, and to your listeners about those values that are so fundamental to the Sikh people and also, I believe, to British Columbians. Our sixth Guru, Guru Hargobind Pasha, who set up our own throne, Shri Akal Takht Sahib in Darbar Sahib, Amritsar Sahib, who was grandfather of Shri Guru Gobind Singh Sahib, he put a teaching to us that religion and politics should be parallel. You should be religious first, then to do the good politics. So you should be, we all politicians and we as a journalist, we should follow the path of God. There will be different ways, but God is one. Then should be religious and we is God-fearing. We can do the good politics. And we wish you very happy and healthy life and would like to see playing lacrosse soon. Yes, well, thank you so much, Harjit. I would like to play some cricket is what I would like to do. I've been, it's been a while since I swung a bat in Delta. Not that, geez, it's coming on 4 years now, but I'm very excited to get back in the community. And I know that people are still anxious about COVID, and I want people to be cautious, to take care. And certainly, if you haven't been immunized, I encourage you to go and do that. Any of your listeners who are still concerned about that, these are safe and effective vaccines that are protecting not just you and your family, but the community as well. And when it comes to faith and politics, I absolutely agree with you. I think they're interchangeable, and I don't mean that the church in all of its forms should dominate our politics. Yes. But those values, those fundamental values of selflessness, I think are at the root of all of our politics, whether we're conservatives, liberals, New Democrats, or Greens. Everyone comes to public life, as you know, Harjit, as a keen observer of the events around us. Everybody comes with the best of intentions, and what we need to do is ensure that we stay fast to those values that we bring to politics. And if it comes from a Christian faith or a Buddhist faith or a Sikh faith, that doesn't matter. Yes. We're all in this together, and British Columbia is such a good example of the diversity of the world come to one place to try and make our way as a society, lifting up those who need help and allowing those that have their talents to do with them what they will, not just for themselves, but for everybody. I would like to request you one another thing, since you are with me, that please take care about our flood victims. They are sitting outside of their houses. I know the process is underway. Please keep eye on it. We will. And I've got Minister Farnworth. We met just this past week with a joint cabinet meeting between Ottawa and Victoria, the two orders of government, very focused on this. The Prime Minister was here this week as well. To have Canada's attention in BC is not always a good thing, but in this case it is. And you're absolutely right. And again, it's not just government that needs to respond. The community has and will continue to be there to help those in need. Mr. Premier, it is so nice to talking to you. You are in full swing. You have same voice and you are doing good. Please pray my warm regards to your all family and best wishes on Khalsa Sajna Divas and Vaisakhi to your entire cabinet. Very best wishes again. Thank you, Harjit. Vaisakhi Di Lak Lak Vidai to you and your listeners. Thank you. You too. Bye-bye. Bye now. ਮੁੱਖ ਮੰਤਰੀ ਹੌਰਗਨ ਗੱਲਬਾਤ ਕਰ ਰਹੇ ਸੀ ਜੀ, ਤੇ ਵਧਾਈਆਂ ਉਹਨਾਂ ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਦਿੱਤੀਆਂ, ਗੱਲਾਂ ਉਹਨਾਂ ਨਾਲ ਕੀਤੀਆਂ ਆਪਾਂ ਵੀ ਉਹਨਾਂ ਦੀ ਸਿਹਤ ਦੇ ਬਾਰੇ, ਲਕਰੋਸ ਦੇ ਉਹ ਪਲੇਅਰ ਨੇ ਵੀ ਦੁਆਰਾ ਖੇਲਣ, ਤੇ ਧਰਮ ਤੇ ਰਾਜਨੀਤੀ ਪੈਰਲਲ ਚੱਲਦੀ ਹੈ। ਛੇਵੇਂ ਪਾਤਸ਼ਾਹ ਦੀ ਗੱਲ ਦੱਸ ਕੇ ਹਟਿਆ ਕਿ ਧਰਮ ਦਾ ਕੁੰਡਾ ਰਾਜਨੀਤੀ ਤੇ ਹੋਵੇ ਤਾਂ ਰਾਜਨੀਤੀ ਵਧੀਆ ਚੱਲਦੀ ਹੈ। ਹੜ੍ਹ ਪੀੜਤਾਂ ਦੀ ਮਦਦ ਲਈ ਛੇਤੀ ਤੇ ਤੇਜ਼ੀ ਦੇ ਨਾਲ ਕੰਮ ਕਰਨ ਲਈ ਬੇਨਤੀ ਕੀਤੀ ਹੈ।
ਮਿਸਟਰ ਪ੍ਰੀਮੀਅਰ ਜਿਹੜੇ ਨੇ ਫੁੱਲ ਸਵਿੰਗ 'ਚ ਨੇ, ਸਿਹਤਯਾਬ ਨੇ, ਬਹੁਤ ਵੱਡੀ ਬਿਮਾਰੀ ਦੇ ਵਿੱਚੋਂ ਨਿਕਲ ਕੇ ਬੰਦਾ ਚੜ੍ਹਦੀ ਕਲਾ 'ਚ ਹੋਵੇ, ਇਹੀ ਮਰਦਾਂ ਦੀ ਕਹਾਣੀ ਹੈ। ਅਤੇ ਹੁਣ ਚੱਲਦੇ ਹਾਂ ਸਰਦਾਰ ਨਮਕਿਨ ਸਿੰਘ ਪੱਤੀ ਨਾਲ ਗੱਲ ਕਰਦੇ ਹਾਂ ਦੇਸ਼ ਪੰਜਾਬ ਦੇ ਝਰੋਖੇ 'ਚੋਂ। ਸਰਦਾਰ ਸਤਿੰਦਰਪਾਲ ਸਿੰਘ ਬਰਾੜ ਪ੍ਰੋਗਰਾਮ ਦੇ ਸਪਾਂਸਰ ਨੇ। 604 906 74 13 604 906 7413। ਨਮਕਿਨ ਸਿੰਘ ਪੱਤੀ ਜੀ, ਸਵਾਗਤ, ਤੇ ਤੁਹਾਨੂੰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸ਼ੁਕਰੀਆ ਜੀ ਗਿੱਲ ਸਾਹਿਬ। ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਔਰ ਸਾਰਿਆਂ ਨੂੰ ਹੀ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਅੱਜ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅਜਿਹਾ ਸਮਾਜ ਚਿਤਵਿਆ ਸੀ, ਇੱਕ ਅਜਿਹੀ ਕੌਮ ਦੀ ਨੀਂਹ ਰੱਖੀ ਸੀ ਕਿ ਜਿਹੜੀ ਜ਼ਬਰ ਜ਼ੁਲਮ ਦੇ ਖਿਲਾਫ ਹਿੱਕ ਢਾਹ ਕੇ ਜਿਹੜੀ ਲੜਦੀ ਰਹੇ, ਔਰ ਅੱਜ ਵੀ ਉਹਨਾਂ ਦੇ ਸੰਦੇਸ਼ ਦੇ ਉੱਤੇ ਪਹਿਰਾ ਦਿੱਤਾ ਜਾ ਰਿਹਾ ਹੈ। ਸੋ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਗਿੱਲ ਸਾਹਿਬ। ਧੰਨਵਾਦ ਜੀ। ਪੰਜਾਬ ਦੇ ਵਿੱਚ ਇਹ ਵੱਡਾ ਧਾਰਮਿਕ ਤੇ ਸਾਡਾ ਸੱਭਿਆਚਾਰਕ ਤਿਉਹਾਰ ਕਿਵੇਂ ਮਨਾਇਆ ਗਿਆ ਜੀ? ਜੀ ਗਿੱਲ ਸਾਹਿਬ, ਪੰਜਾਬ ਦੇ ਵਿੱਚ ਵਿਸਾਖੀ ਦਾ ਤਿਉਹਾਰ ਹੈਗਾ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਇਹ ਤਿਉਹਾਰ ਆ ਜਿਹੜਾ ਜਿੱਥੇ ਖਾਲਸਾ ਪੰਥ ਦੀ ਸਾਜਨਾ ਦੇ ਨਾਲ ਜੁੜਿਆ ਹੋਇਆ, ਉੱਥੇ ਹੀ ਸਾਡੇ ਸੱਭਿਆਚਾਰ ਔਰ ਸਾਡੀ ਆਰਥਿਕਤਾ ਦੇ ਨਾਲ ਵੀ ਜੁੜਿਆ ਹੋਇਆ ਹੈਗਾ। ਕਿਉਂਕਿ ਦੋਨੇ ਚੀਜ਼ਾਂ ਗਿੱਲ ਸਾਹਿਬ, ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵਿਸਾਖੀ ਦੇ ਮੌਕੇ ਦੇ ਉੱਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਆ, ਉਸ ਵਕਤ ਵੀ ਜਿਹੜਾ ਇਕੱਠ ਕੀਤਾ ਗਿਆ ਗਾ, ਤਾਂ ਉਦੋਂ ਵੀ ਮਤਲਬ ਕਣਕਾਂ ਜਿਹੜੀਆਂ ਨੇ ਉਹ ਸਾਂਭ ਕੇ, ਤੂੜੀ ਤੰਦ ਸਾਂਭ ਕੇ, ਫਿਰ ਉੱਥੇ ਮਤਲਬ ਇਕੱਤਰਤਾਵਾਂ ਨੇ ਜਿਹੜੀਆਂ ਉਹ ਹੁੰਦੀਆਂ ਆਈਆਂ ਨੇ। ਜੇ ਅੱਜ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਵਿਸਾਖੀ ਵਾਲੇ ਦਿਨ ਵੱਡਾ ਇਕੱਠ ਹੁੰਦਾ ਗਾ, ਤਾਂ ਉਸ ਦਿਨ ਵੀ ਤੂੜੀ ਤੰਦ ਸਾਂਭ ਕੇ, ਕਣਕਾਂ ਸਾਂਭ ਕੇ ਫਿਰ ਇਕੱਤਰਤਾ ਹੁੰਦੀ ਆ। ਚਾਹੇ ਉਹ ਧਨੀ ਰਾਮ ਚਾਤ੍ਰਿਕ ਨੇ ਲਿਖਿਆ ਹੋਵੇ, ਤੂੜੀ ਤੰਦ ਵੇਚ ਸਾਂਭ, ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸਾਹਾਂ ਦਾ ਹਿਸਾਬ ਕੱਟ ਕੇ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਤਾਂ ਇਹ ਦਿਨ ਨੇ ਜਿਹੜੇ ਜਿੱਥੇ ਖਾਲਸਾ ਪੰਥ ਦੇ ਨਾਲ ਜੁੜੇ ਹੋਏ ਨੇ, ਸਾਡੇ ਇਤਿਹਾਸ ਨਾਲ ਜੁੜੇ ਹੋਏ ਨੇ, ਉੱਥੇ ਆਰਥਿਕਤਾ ਯਾਨੀ ਕਿ ਖੁਸ਼ੀ ਨਾਲ ਜੁੜੇ ਹੋਏ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਫਸਲਾਂ ਨੇ ਜਿਹੜੀਆਂ ਉਹਦੀ ਵਾਢੀ ਹੋ ਜਾਂਦੀ ਆ। ਪਰ ਐਤਕੀ ਜ਼ਰੂਰ ਕਣਕ ਦੀ ਵਾਢੀ ਜਿਹੜੀ ਵਿੱਚ ਵਿਚਾਲੇ ਚੱਲ ਰਹੀ ਆ, ਉਹਦਾ ਕਾਰਨ ਇਹ ਹੋ ਗਿਆ ਪਹਿਲਾਂ ਜਿਹੜੀ ਹੈਗੀ ਥੋੜੀ ਜਿਹੀ ਹਰੀ ਕਣਕ ਵੱਢ ਲਈ ਜਾਂਦੀ ਸੀ ਕਿਉਂਕਿ ਹੱਥੀਂ ਵਾਢੀ ਹੁੰਦੀ ਸੀ, ਲੇਕਿਨ ਹੁਣ ਕੰਬਾਈਨਾਂ ਦੇ ਨਾਲ ਹੋ ਗਿਆ ਕੰਮ, ਔਰ ਗਾਹਾਂ ਜਿਹੜੀਆਂ ਏਜੰਸੀਆਂ ਨੇ ਉਹ ਨੱਕ ਬੁੱਲ ਕੱਢਦੀਆਂ ਨੇ ਜੇ ਥੋੜੀ ਬਹੁਤੀ ਕਣਕ ਦੇ ਵਿੱਚ ਨਮੀ ਦੀ ਮਾਤਰਾ ਹੋਵੇ। ਇਸ ਕਰਕੇ ਥੋੜਾ ਲੇਟ ਆ, ਅਦਰਵਾਈਜ਼ ਵਿਸਾਖੀ ਬਹੁਤ ਵਧੀਆ ਢੰਗ ਦੇ ਨਾਲ ਮਨਾਈ ਗਈ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ, ਸ਼੍ਰੀ ਦਮਦਮਾ ਸਾਹਿਬ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਉੱਤੇ ਲੋਕਾਂ ਦੇ ਇਕੱਠ ਜੁੜੇ ਨੇ, ਮੇਲੇ ਲੱਗੇ ਨੇ, ਔਰ ਲੋਕਾਂ ਨੇ ਉੱਥੇ ਜਿੱਥੇ ਢਾਡੀ ਜਥਿਆਂ ਵਾਰਾਂ ਸੁਣੀਆਂ ਨੇ, ਉੱਥੇ ਹੀ ਦਮਦਮਾ ਸਾਹਿਬ ਵਿਖੇ ਜਿਹੜਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਨਤਮਸਤਕ ਹੋਏ ਨੇ। ਇਸ ਦੌਰਾਨ ਇੱਕ ਗੱਲ ਜ਼ਰੂਰ ਚਰਚਾ ਦਾ ਵਿਸ਼ਾ ਬਣੀ, ਕਿਉਂਕਿ ਸੁਖਬੀਰ ਬਾਦਲ ਵੀ ਪਹੁੰਚੇ ਹੋਏ ਸੀ ਦਮਦਮਾ ਸਾਹਿਬ, ਔਰ ਭਗਵੰਤ ਮਾਨ ਵੀ ਸਵੇਰੇ ਪਹੁੰਚੇ ਸੀ ਦਮਦਮਾ ਸਾਹਿਬ। ਭਗਵੰਤ ਮਾਨ ਮੀਡੀਆ ਦੇ ਵੀ ਰੂਬਰੂ ਹੋਏ ਨੇ ਗਿੱਲ ਸਾਹਿਬ, ਔਰ ਉੱਥੇ ਜਿਹੜੀ ਭਗਵੰਤ ਮਾਨ ਹੋਰਾਂ ਦੀ ਬੋਲਚਾਲ ਸੀਗੀ ਉਹ ਨਾਰਮਲ ਨਹੀਂ ਸੀਗੀ। ਇਸ ਕਰਕੇ ਸੁਖਬੀਰ ਬਾਦਲ ਨੇ ਨਾਲ ਦੀ ਨਾਲ ਇਲਜ਼ਾਮ ਲਾਇਆ ਕਿ ਭਗਵੰਤ ਮਾਨ ਹੋਰਾਂ ਨੇ ਸ਼ਰਾਬ ਪੀਤੀ ਹੋਈ ਸੀ ਅੱਜ, ਔਰ ਸੁਖਬੀਰ ਬਾਦਲ ਨੇ ਕਿਹਾ ਜੀ ਔਰ ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਸ਼ਰਾਬ ਆ ਜਿਹੜੀ ਉਹ ਪੀਤੀ ਹੋਈ ਸੀਗੀ। ਔਰ ਉਸ ਤੋਂ ਬਾਅਦ ਕਾਂਗਰਸ ਦੇ ਵੱਡੇ ਲੀਡਰਾਂ ਨੇ ਬਿਆਨ ਦੇਣੇ ਸ਼ੁਰੂ ਕੀਤੇ। ਫਿਰ ਬਲਟੋਹਾ ਹੋਰਾਂ ਦਾ ਬਿਆਨ ਆਇਆ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਜਾਣ ਲੱਗੀ ਕਿ ਇਸ ਵਿਸ਼ੇ ਦੇ ਉੱਤੇ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇ। ਬਿਰਸਾ ਸਿੰਘ ਬਲਟੋਹਾ ਨੇ ਵੀ ਮੰਗ ਕੀਤੀ ਹੈ। ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਫੇਸਬੁੱਕ ਦੇ ਉੱਤੇ ਵੀ ਲਿਖਿਆ ਗਿਆ ਕਿ ਭਗਵੰਤ ਮਾਨ ਦਾ ਮੈਡੀਕਲ ਕਰਵਾਇਆ ਜਾਵੇ, ਔਰ ਇਹ ਲਿਖਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਵੱਲੋਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸ਼ਰਾਬੀ ਹਾਲਤ ਦੇ ਵਿੱਚ ਗਏ ਨੇ, ਬੇਅਦਬੀ ਹੈ, ਪੰਥ ਦੀ ਮਰਿਆਦਾ ਦੇ ਉਲਟ ਹੈ। ਉਧਰੋਂ ਆਮ ਆਦਮੀ ਪਾਰਟੀ ਨੇ ਕਿਹਾ ਗਾ ਕਿ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ, ਇਹ ਬਿਲਕੁਲ ਗਲਤ ਤੇ ਬੇਬੁਨਿਆਦ ਦੋਸ਼ ਨੇ ਜਿਹੜੇ ਲਾਏ ਜਾ ਰਹੇ ਨੇ, ਇਦਾਂ ਦੀ ਗੱਲਬਾਤ ਆ ਜਿਹੜੀ ਉਹ ਕੀਤੀ ਗਈ ਆ। ਫਿਰ ਗਿੱਲ ਸਾਹਿਬ ਇਹਦੇ 'ਚ ਇੱਕ ਗੱਲ ਜ਼ਰੂਰ ਆ ਗਈ ਕਿ ਚਲੋ ਆਪਾਂ ਨੂੰ ਤਾਂ ਨਹੀਂ ਕਹਿ ਸਕਦੇ, ਸੁਖਬੀਰ ਬਾਦਲ ਹੋਰੀ ਕਹਿ ਰਹੇ ਨੇ, ਹੋ ਸਕਦਾ ਸੁਖਬੀਰ ਬਾਦਲ ਹੋਰਾਂ ਦੇ ਨੇੜੇ ਉਹ ਅਫਸਰ ਹੋਣ ਜਿਹੜੇ ਅਫਸਰ ਅੱਜ ਭਗਵੰਤ ਮਾਨ ਹੋਰਾਂ ਦੇ ਆਸੇ-ਪਾਸੇ ਘੁੰਮਦੇ ਨੇ, ਜਾਂ ਸਿਆਸੀ ਤੌਰ ਦੇ ਉੱਤੇ ਸਟੰਟ ਵੀ ਹੋ ਸਕਦਾ ਗਾ। ਸੋ ਆਪਾਂ ਇਸ ਵਿਸ਼ੇ ਨੂੰ ਨਹੀਂ ਕਹਿ ਸਕਦੇ, ਪਰ ਇੱਕ ਗੱਲ ਜ਼ਰੂਰ ਹੈ ਕਿ ਭਗਵੰਤ ਮਾਨ ਹੋਰਾਂ ਦੀ ਉਹ ਵੀਡੀਓ ਦੇਖ ਕੇ ਜ਼ਰੂਰ ਲੱਗਦਾ ਕਿ ਨਾਰਮਲ ਭਗਵੰਤ ਮਾਨ ਹੋਰੀ ਨਹੀਂ ਹੈਗੇ। ਜਦੋਂ ਵੀ ਆਪਾਂ ਵੀਡੀਓ ਦੇਖਾਂਗੇ, ਸ਼ਾਇਦ ਉਹਦਾ ਕਾਰਨ ਇੱਕ ਪ੍ਰੈਸ਼ਰ ਵੀ ਹੋ ਸਕਦਾ ਕਿ ਭਗਵੰਤ ਮਾਨ ਹੋਰਾਂ ਨੂੰ ਬਿਨਾਂ ਪੁੱਛੇ ਅਫਸਰਸ਼ਾਹੀ ਆ ਜਿਹੜੀ ਉਹ ਕੇਜਰੀਵਾਲ ਹੋਰਾਂ ਨੇ ਬੁਲਾ ਲਈ, ਔਰ ਭਗਵੰਤ ਮਾਨ ਹੋਰਾਂ ਦੇ ਉੱਤੇ ਇੱਕ ਪ੍ਰੈਸ਼ਰ ਵੀ ਜਿਹੜਾ ਮਤਲਬ ਪਿਛਲੇ ਦਿਨਾਂ ਤੋਂ ਨਜ਼ਰ ਆ ਰਿਹਾ ਗਾ, ਜਿਹੜਾ ਸੈਂਟਰ ਗੌਰਮੈਂਟ ਦਾ ਵੀ ਆ, ਜਿਹੜਾ ਅਰਵਿੰਦ ਕੇਜਰੀਵਾਲ ਦਾ ਵੱਖਰੇ ਤੌਰ ਦੇ ਉੱਤੇ, ਹਾਈ ਕਮਾਂਡ ਦੇ ਤੌਰ ਦੇ ਉੱਤੇ,
ਉਹ ਆਪਦਾ ਮੰਤਰੀ ਮੰਡਲ ਵੀ ਪੂਰਾ ਨਹੀਂ ਕਰ ਸਕੇ, 27 ਮਹਿਕਮੇ ਨੇ ਉਹਨਾਂ ਕੋਲੇ। ਸੋ ਇਹ ਕਾਰਨ ਵੀ ਹੋ ਸਕਦਾ ਗਾ। ਬਾਕੀ ਇਹ ਜ਼ਰੂਰ ਹੈਗਾ ਕਿ ਜੋ ਗੱਲ ਸੁਖਬੀਰ ਬਾਦਲ ਕਹਿ ਰਹੇ ਨੇ, ਜੋ ਕਾਂਗਰਸੀ ਕਹਿ ਰਹੇ ਨੇ, ਉਹ ਮਸਲੇ ਦੇ ਉੱਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਮੈਨੂੰ ਲੱਗਦਾ ਹੈਗਾ ਪ੍ਰਤੀਕਰਮਾ ਜਿਹੜਾ, ਜਾਂ ਭਗਵੰਤ ਮਾਨ ਹੋਰਾਂ ਨੂੰ ਆਪਦਾ ਪ੍ਰਤੀਕਰਮਾ ਉਹ ਜ਼ਰੂਰ ਦੇਣਾ ਚਾਹੀਦਾ। ਪਰ ਇਹ 'ਚ ਇਹ ਕਲੋਲ ਵੀ ਬਣਦੀ ਹੈ ਗਿੱਲ ਸਾਹਿਬ ਕਿ ਸੁਖਬੀਰ ਬਾਦਲ ਹੋਰੀ ਵੀ ਤਾਂ ਮਤਲਬ ਬਹੁਤ ਵਾਰ ਇਦਾਂ ਦੀਆਂ ਗੱਲਾਂ ਕਰਦੇ ਰਹੇ ਨੇ, ਕਦੇ ਪਾਣੀ 'ਚ ਬੱਸਾਂ ਚਲਾਉਣ ਦੀਆਂ ਜਾਂ ਕਦੇ ਪਿਤਾ ਸਮਾਨ, ਤਾਂ ਉਦੋਂ ਵੀ ਇਹ ਚਰਚਾਵਾਂ ਨੇ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲਦੀਆਂ ਰਹੀਆਂ ਨੇ ਜੀ। ਗੱਲ ਇਹ ਹੈ ਜੀ ਕਿ ਪ੍ਰੈਸ਼ਰ ਬਹੁਤ ਹੈ, ਸੂਬੇ ਦਾ ਮੁੱਖ ਮੰਤਰੀ ਹੈ। ਨੰਬਰ 2, ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਨਸ਼ਾ ਕਰਕੇ ਆਉਣਾ ਮਨਾ ਲਿਖਿਆ ਹੁੰਦਾ, ਕੱਲੀ ਸ਼ਰਾਬ ਨਹੀਂ। ਰੀਠੇ ਜਿੱਡੀ ਟਾਂਕ ਕੇ ਚਾਹ ਦੇ ਨਾਲ ਜਾ ਕੇ ਉੱਪਰੋਂ ਦੇਗ ਛਕ ਕੇ ਚੱਪ ਮਾਰ ਕੇ ਤੇ ਅੱਖਾਂ ਮੀਚ ਕੇ ਬਹਿ ਜਾਣਾ, ਉਹ ਵੀ ਨਸ਼ਾ ਹੀ ਹੈ। ਸੋ ਇਹ ਕੱਲਾ ਸ਼ਰਾਬ ਨਹੀਂ, ਹਰ ਇੱਕ ਨਸ਼ਾ ਜਿਹੜਾ ਹੈ ਉਹ ਜਾਣ ਲਈ ਮਨਾ ਹੈ। ਇੱਕ ਸੀਨੀਅਰ ਪੁਲਿਸ ਅਫਸਰ ਨਾਲ ਗੱਲ ਕਰਦੇ ਆ ਇਸ ਪੰਜਾਬ ਦੀ ਫੇਰੀ 'ਚ, ਮੈਂ ਕਿਹਾ ਜਦ ਫੜਦੇ ਹੋ ਕੀ ਹੁੰਦਾ? ਕਹਿੰਦੇ ਬਾ ਫੜਦੇ ਬਾਅਦ 'ਚ ਫੋਨ ਪਹਿਲਾਂ ਖੜਕਦੇ ਨੇ ਬਈ ਇੰਨੀ ਇੱਥੇ, ਮੁੜ ਕੇ ਕਹਿੰਦਾ ਚਾਕਲੇਟ ਇਕੱਠਾ ਕਰਕੇ ਰੱਖਣਾ ਪੈਂਦਾ। ਮੈਂ ਕਿਹਾ ਕੌਣ ਲਿਜਾਂਦੇ ਨੇ? ਕਹਿੰਦਾ ਜਿਹੜੇ ਆ ਮੁਕਤਸਰੀ ਕੁੜਤੇ ਪਜਾਮੇ ਵਾਲੇ ਨੇ, ਪਾਰਟੀ ਪਲੇਟਫਾਰਮ ਤੋਂ ਕਹਿੰਦਾ ਉੱਪਰ ਉੱਠ ਕੇ ਛਕਦੇ ਨੇ ਸਾਰੇ। ਅੱਛਾ, ਨਾਲ ਚੱਲੀਏ ਪੰਜਾਬ ਨੂੰ। ਮੋਗੇ ਦੀ ਇੱਕ ਵਾਇਰਲ ਹੋਈ ਵੀਡੀਓ ਮੈਨੂੰ ਕੁੱਸੇ ਪਿੰਡ ਤੋਂ ਬਾਈ ਰਿਸ਼ਪਾਲ ਉਹਨਾਂ ਨੇ ਭੇਜੀ। ਮੈਨੂੰ ਦੁੱਖ ਵੀ ਉਸ ਗੱਲ ਦਾ ਲੱਗਿਆ ਕਿ ਕਿਸੇ ਦੇ ਕਣਕ ਦੇ ਵਿੱਚ ਥੱਲੇ ਪੇਪਰ ਰੱਖਿਆ, ਪੇਪਰ ਦੇ ਵਿੱਚ ਜਿਹੜੀਆਂ ਸੀਖਾਂ ਵਾਲੀ ਡੱਬੀ ਦੇ ਵਿੱਚੋਂ ਤੀਲਾਂ ਕੱਢ ਕੇ ਰੱਖੀਆਂ, ਉੱਪਰ ਪਾਰਦਰਸ਼ੀ ਲੈਂਜ ਲਾਇਆ ਹੋਇਆ ਕਿ ਜਿਹਦੇ ਨਾਲ ਆਪਾਂ ਕਾਗਜ਼ ਫੂਕਦੇ ਹੁੰਦੇ ਸੀ। ਪਤਾ ਨਹੀਂ ਉਹ ਕਿਹੜਾ ਲੈਂਸ ਸੀ, ਮੈਂ ਤਾਂ ਭੁੱਲ ਗਿਆ। ਕਾਗਜ਼ ਜਦ 5ਵੀਂ 4ਵੀਂ 'ਚ ਪੜ੍ਹਦੇ, ਸਾਇੰਸ ਦੀ ਲੈਬੋਰਟਰੀ 'ਚ ਜਾਂਦੇ ਤਾਂ ਮਾਸਟਰ ਤੋਂ ਸ਼ੀਸ਼ਾ ਮੰਗਦੇ ਤੇ ਆਪਣੇ ਪਿੰਡੇ 'ਤੇ ਵੀ ਉਹਦੀ ਤੇਜ਼ ਪਾਉਂਦੇ ਲਾਈਟ। ਅਤੇ ਉਹ ਇਹੋ ਜਿਹਾ ਦੁੱਖ ਜਿਹੜਾ ਹੁੰਦਾ ਪੰਜਾਬ ਦੇ ਵਿੱਚ ਕਿ ਬਾਣ ਨੂੰ ਇੰਨੀ ਦੁਸ਼ਮਣੀ ਹੋਵੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਵਿੱਚ ਕਿ ਕਿਸੇ ਦੀ ਕਣਕ ਜਿਹੜੀ ਨੂੰ ਸਾੜ ਕੇ ਸੁਆਹ ਕਰਨਾ। ਹਨੇਰੀਆਂ ਬਹੁਤ ਚੱਲੀਆਂ ਜੀ ਕਹਿੰਦੇ। ਗਿੱਲ ਸਾਹਿਬ, ਅੱਜ ਬਹੁਤ ਮੌਸਮ ਖਰਾਬ ਰਿਹਾ ਪੂਰੇ ਉੱਤਰੀ ਭਾਰਤ ਦੇ ਵਿੱਚ। ਅੱਜ ਬਹੁਤ ਜ਼ਿਆਦਾ ਤੇਜ਼ ਹਨੇਰੀ, ਕਈ ਥਾਵਾਂ ਤੇ ਮੀਂਹ ਔਰ ਤੂਫਾਨ ਵਾਲੀ ਹਾਲਤ ਆ ਜਿਹੜੀ ਉਹ ਬਣੀ। ਇਹ ਇੰਨਾ ਜ਼ਿਆਦਾ ਤੂਫਾਨ ਸੀਗਾ ਕਿ ਜਿਹੜਾ ਇੰਦਰਾ ਗਾਂਧੀ ਨੈਸ਼ਨਲ ਏਅਰਪੋਰਟ ਹੈ ਉੱਥੇ ਹਵਾਈ ਉਡਾਨਾਂ ਕੁਝ ਸਮੇਂ ਦੇ ਲਈ ਬੰਦ ਰੱਖਣੀਆਂ ਪਈਆਂ। ਉੱਤਰੀ ਭਾਰਤ 'ਚ ਆਹ ਹਾਲਤ ਸੀ ਕਿ ਦਿੱਲੀ ਦੇ ਵਿੱਚੋਂ ਜਹਾਜ਼ ਨਹੀਂ ਉੱਡੇ ਕਿੰਨਾ ਸਮਾਂ। ਔਰ ਪੰਜਾਬ ਦੇ ਵਿੱਚ ਗੱਲ ਇਹ ਹੋਈ ਕਿ ਬਹੁਤ ਥਾਵਾਂ ਦੇ ਉੱਤੇ ਕਿਤੇ ਤਾਰਾਂ ਜੁੜ ਗਈਆਂ ਬਿਜਲੀ ਵਾਲੀਆਂ, ਕਿਤੇ ਜਿਹੜੀ ਤੂੜੀ ਬਣਾਉਣ ਵਾਲਾ ਰੀਪਰ ਆ ਨਾ ਗਿੱਲ ਸਾਹਿਬ, ਉਹ ਵੀ ਜਦੋਂ ਬਲੇਟਾ ਮਾਰਦਾ ਉਹਦੇ 'ਚ ਵੀ ਜਿਹੜੀ ਅੱਗ ਆ ਗਈ ਉਹ ਲੱਗਦੀ ਹੈਗੀ। ਤਾਂ ਅੱਗ ਲੱਗ ਗਈ, ਅੱਗ ਲੱਗਣ ਦੇ ਨਾਲ ਹੁਣ ਹੱਥੀ ਵਾਢੀ ਤਾਂ ਹੁੰਦੀ ਨਹੀਂ। ਜੇ ਥੋੜੀ ਜਿਹੀ ਕਿਤੇ ਅੱਗ ਲੱਗ ਗਈ ਤਾਂ 100-150 ਕਿੱਲਾ ਤਾਂ ਪੈਸੇ ਹੀ ਮੱਚ ਕੇ ਰੁਕਦੀ ਆ, ਉਦੋਂ ਤਾਂ ਰੁਕਦੀ ਨਹੀਂ ਹੈ। ਕਿਉਂਕਿ ਪੂਰੀ ਕਣਕ ਜਿਹੜੀ ਇਸ ਵਕਤ ਪੱਕੀ ਹੋਈ ਆ ਮੰਡੀਆਂ ਦੇ ਹਿਸਾਬ ਨਾਲ। ਇੱਕ ਤਾਂ ਅਸੀਂ ਮੰਡੀਆਂ 'ਚ ਵੀ ਨਹੀਂ ਬਹੁਤੇ ਦਿਨ ਬੈਠਣਾ ਚਾਹੁੰਦੇ, ਦੂਜਾ ਇਹ ਆ ਕਿ ਜਿਹੜੀਆਂ ਏਜੰਸੀਆਂ ਵਾਲੇ ਨੇ, ਚਾਹੇ ਉਹ FCI ਆ, ਚਾਹੇ ਪਨਗ੍ਰੇਡ ਆ ਜਾਂ ਪਨਸਪ ਜਾਂ ਜਿੰਨੀਆਂ ਵੀ ਹੈਗੀਆਂ ਨੇ, ਉਹ ਸਾਰੀਆਂ ਕਹਿੰਦੀਆਂ ਨੇ ਮੋਇਸਚਰ ਬਹੁਤ ਆ ਜੀ, ਇਸ ਕਰਕੇ ਸਾਡੇ ਕੋਲ ਸੁੱਕੀ ਕਣਕ ਲੈ ਕੇ ਆਓ। ਦੂਜਾ ਨੇ ਗਿੱਲ ਸਾਹਿਬ ਐਤਕੀ ਦਾਣਾ ਵੀ ਪਿਚਕ ਗਿਆ ਗਰਮੀ ਵੱਧ ਪੈਣ ਕਰਕੇ, ਤਾਂ ਉਹਦੇ ਕਰਕੇ ਪੱਕੀ ਹੋਈ ਫਸਲ ਹੈ। ਰਾਹ 'ਚ ਕਿਤੇ ਵੀ ਮਤਲਬ ਜਿਹੜੀ ਹੱਥੀਂ ਵਾਢੀ ਨਹੀਂ ਹੁੰਦੀ, ਨਾ ਹਰਾ ਚਾਰਾ ਬਹੁਤਾ ਬੀਜਿਆ ਜਾਂਦਾ, ਇਸ ਕਰਕੇ 100-150 ਏਕੜ ਮੱਚਦਾ ਹੈਗਾ। ਰਾਏਕੋਟ ਏਰੀਏ ਦੇ ਵਿੱਚ ਵੀ 250 ਕਿੱਲਾ ਕਣਕ ਦਾ ਅੱਜ ਮੱਚ ਗਿਆ। ਉਦੋਂ ਅੱਗੇ ਗੁਰੂਸਰ ਸੁਧਾਰ ਦੇ ਨੇੜੇ ਵੀ ਸੈਂਕੜੇ ਏਕੜ ਅੱਗ ਦੇ ਨਾਲ ਕਣਕ ਮੱਚੀ ਆ। ਇੱਧਰ ਭਵਾਨੀਗੜ੍ਹ ਏਰੀਏ ਦੇ ਵਿੱਚ ਸੰਗਰੂਰ ਟੱਪ ਕੇ ਉੱਥੇ ਵੀ 150-200 ਕਿੱਲਾ ਕਣਕ ਦਾ ਮੱਚਿਆ ਗਾ। ਬਠਿੰਡੇ ਔਰ ਮੋਗੇ ਦੇ ਵਿੱਚ ਵੀ ਅੱਗ ਲੱਗਣ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰੀਆਂ ਨੇ। ਸੋ ਪੂਰੇ ਪੰਜਾਬ ਦੇ ਵਿੱਚ ਇਹ ਘਟਨਾਵਾਂ ਵਾਪਰੀਆਂ। ਬਹੁਤ ਮੰਦਭਾਗੀ ਗੱਲ ਹੈ ਜਿਹੜੀ ਉਹ ਹੋਈ ਆ। ਠੇਕੇ ਤੇ ਬਹੁਤਿਆਂ ਕੋਲੇ ਵਾਹਣ ਨੇ 60-60, 65-65, 70-70 ਹਜ਼ਾਰ ਨੂੰ ਪ੍ਰਤੀ ਕਿੱਲਾ, ਔਰ ਕਣਕ ਦੇ ਵਿੱਚੋਂ ਹੀ 10-10 ਹਜ਼ਾਰ ਰੁਪਇਆ ਮਸਾਂ ਹੀ ਬਚਦਾ ਗਾ। ਤੇ ਜਿਨ੍ਹਾਂ ਦੇ ਅੱਗ ਲੱਗ ਗਈ ਉਹਨਾਂ ਦਾ ਤਾਂ ਗਿੱਲ ਸਾਹਿਬ ਬਹੁਤ ਬੁਰਾ ਹਾਲ ਆ ਜਿਹੜਾ ਪਰਿਵਾਰਾਂ ਦਾ ਹੋ ਜਾਂਦਾ ਹੈ। ਸਰਕਾਰਾਂ ਦੇ ਮੁਆਵਜ਼ੇ ਵੀ ਕੋਈ ਬਹੁਤੀ ਵੱਡੀ ਨਹੀਂ ਰਾਹਤ ਦਿੰਦੇ, ਵੀ 10-12 ਹਜ਼ਾਰ ਰੁਪਇਆ ਦਿੰਦੇ ਨੇ ਕਿੱਲੇ ਦਾ। ਆਹ ਨਰਮਾ ਪੱਟੀ ਵਾਲਿਆਂ ਨੂੰ ਰੌਲਾ ਪਵਾ ਕੇ ਜਿਹੜਾ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕਰਕੇ ਤਾਂ ਵੀ 20 ਤੋਂ ਥੱਲੇ ਦਿੱਤਾ ਹੈਗਾ, ਤਾਂ ਉਹਦੇ ਨਾਲ ਵੀ ਕੋਈ ਮਤਲਬ ਸਿਰ ਢੱਕਣ ਨਹੀਂ ਹੁੰਦਾ। ਤੂੜੀ ਵੀ ਮਹਿੰਗੀ ਹੈ, ਕਣਕ ਵੀ ਜਿਹੜੀ ਆ ਉਹ ਇਸ ਵਾਰ ਮਹਿੰਗੀ ਹੈ। ਇਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੈਗਾ ਜਿਹੜਾ ਪੰਜਾਬ ਦਾ ਉਹ ਹੋ ਰਿਹਾ ਹੈਗਾ। ਬਾਕੀ ਤਰਾਸਦੀ ਸਾਡੀ ਇਹ ਵੀ ਹੈਗੀ ਵੀ ਅਜੇ ਤੱਕ ਬਿਜਲੀ ਵਾਲੀਆਂ ਤਾਰਾਂ ਵੀ ਗਿੱਲ ਸਾਹਿਬ ਚੰਗਿਆੜੇ ਕੱਢਣੋਂ ਨਹੀਂ ਹਟੀਆਂ। 70 ਸਾਲ ਹੋ ਗਏ, ਅਜੇ ਤੱਕ ਵੀ ਏਦਾਂ ਦੇ ਪ੍ਰਬੰਧ ਨਹੀਂ ਹੋਏ। ਲਾਈਟ ਵੀ ਨਹੀਂ ਆਉਂਦੀ, ਮਤਲਬ ਸਾਰਾ ਦਿਨ ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਲਾਈਟ ਕੱਟੀ ਹੁੰਦੀ ਆ 24 ਘੰਟਿਆਂ ਵਾਲੀ ਜਿਹੜੀ ਪਿੰਡਾਂ ਦੀ।
ਔਰ ਜਿਹੜੀ ਮੋਟਰਾਂ ਵਾਲੀ ਲਾਈਟ ਆ ਉਹ ਵੀ 2-2 3-3 ਦਿਨ ਨਹੀਂ ਆਉਂਦੀ। ਜੇ ਆਉਂਦੀ ਆ ਰਾਤ ਨੂੰ ਕਿਤੇ 12 ਤੋਂ 3, ਕਿਤੇ 3 ਤੋਂ 6, ਇਸ ਤਰੀਕੇ ਦੇ ਨਾਲ ਆਉਂਦੀ ਆ, ਪਰ ਫਿਰ ਵੀ ਅੱਗ ਲੱਗਣ ਦੀਆਂ ਘਟਨਾਵਾਂ ਨਹੀਂ ਰੁਕ ਰਹੀਆਂ ਜੀ। ਚਰਨਜੀਤ ਸਿੰਘ ਚੰਨੀ ਨੇ ਈਡੀ ਦੀ ਮੁਲਾਕਾਤ ਤੋਂ ਬਾਅਦ ਆ ਕੇ ਇਹ ਤਾਂ ਨਹੀਂ ਕਿਹਾ ਮੈਂ ਈਡੀ ਨੂੰ ਵੀ ਬਾਣ ਹੀ ਪਾ ਦਿੰਦਾ, ਕੀ ਗੱਲ ਹੋਈ ਫਿਰ? ਹੁਣ ਤਾਂ ਬਾਣੀ ਪਾਇਆ ਪਿਆ ਜੀ ਅਗਲਿਆਂ ਨੇ, ਹੁਣ ਤੱਕ ਗੱਲ ਕੀ ਕਰਦੇ, ਚਲਾਈਆਂ ਵੀ ਚੰਮਦੀਆਂ ਬਹੁਤ ਨੇ। 111 ਦਿਨ ਜਹਾਜ਼ ਨਾ ਟਾਂਗਾ ਹੀ ਬਣਾ ਰਿਹਾ ਜਿਵੇਂ ਕਰਾਲੀ ਤੋਂ ਖਰੜ ਨੂੰ ਜਾਣਾ ਹੁੰਦਾ। ਜੀ ਗਿੱਲ ਸਾਹਿਬ, ਸਭ ਤੋਂ ਵੱਧ ਜਿਹੜਾ ਕਾਂਗਰਸ ਦੀ ਹਾਰ ਦਾ ਵੱਡਾ ਕਾਰਨ ਇਹੀ ਰਿਹਾ। ਬਾਕੀ ਜਿਹੜਾ ਸਾਡੂ ਦੇ ਮੁੰਡੇ ਦੇ ਘਰੋਂ 11 ਕਰੋੜ ਰੁਪਈਆ ਫੜਿਆ ਗਿਆ, ਉਹ ਵੀ ਕਿਤੇ ਛੋਟੀ ਗੱਲ ਨਹੀਂ ਹੈ। ਘਰੇ ਕੋਈ ਐਂ ਰੱਖੀ ਨਹੀਂ ਬੈਠਾ ਹੁੰਦਾ ਵੀ 10-11 ਕਰੋੜ ਰੁਪਈਆ ਉਹੀ ਪਿਆ ਗਾ, ਔਰ ਉਹ ਮਸਲਾ ਵੀ ਬੜਾ ਗੰਭੀਰ ਬਣਿਆ। ਹੁਣ ਈਡੀ ਨੇ ਜਿਹੜੀ 6 ਘੰਟਿਆਂ ਤੋਂ ਵੱਧ ਸਮਾਂ ਪੁੱਛ ਪੜਤਾਲ ਕੀਤੀ, ਉਹ ਤਾਂ ਰਾਤ ਨੂੰ ਹਨੇਰਾ ਹੀ ਇੰਨਾ ਹੋ ਗਿਆ ਫੇਰ ਛੱਡਿਆ। ਤਾਂ ਈਡੀ ਵਾਲਿਆਂ ਨੇ ਪੁੱਛ ਪੜਤਾਲ ਦੇ ਵਿੱਚ ਸਵਾਲ ਕੀਤੇ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਈਡੀ ਵਾਲੇ ਅਸਲ ਦੇ ਵਿੱਚ ਜਦੋਂ ਕਿਸੇ ਬੰਦੇ ਦੀ ਪੁੱਛ ਪੜਤਾਲ ਕਰਦੇ ਨੇ ਜਾਂ ਸੱਚੀ ਮੁੱਚੀ ਪੈਂਦੇ ਨੇ, ਜਿੱਦਾਂ ਵਿਰੋਧੀ ਧਿਰਾਂ ਤੇ ਸਿਆਸਤ ਹੋ ਰਹੀ ਹੈ, ਕਿਉਂਕਿ ਬੀਜੇਪੀ ਦੇ ਵਿੱਚ ਵੀ ਸਾਰੇ ਦੁੱਧ ਧੋਤੇ ਨਹੀਂ ਹੈਗੇ, ਉਹਨਾਂ ਤੋਂ ਕਦੇ ਨਹੀਂ ਈਡੀ ਪੁੱਛਦੀ। ਖੈਰ, ਚੰਨੀ ਹੋਰਾਂ ਦੇ ਮਸਲੇ ਦੇ ਵਿੱਚ ਇਹਨਾਂ ਦਾ ਜਿਹੜਾ ਮਤਲਬ ਰਿਸ਼ਤੇਦਾਰ ਹੈ ਹਨੀ, ਉਸ ਤੋਂ ਪਿਛਲੇ ਦਿਨਾਂ 'ਚ ਪੁੱਛਗਿੱਛ ਕੀਤੀ। ਉਹਨੇ ਇਹ ਸਾਰਾ ਮੰਨਿਆ ਕਿ ਬਦਲੀਆਂ ਹੋਈਆਂ, ਐਡੇ ਅਫਸਰਾਂ ਦੀਆਂ ਹੋਈਆਂ, ਅਫਸਰਾਂ ਦੇ ਨਾਲ ਆਹ ਗੱਲਾਂ ਬਾਤਾਂ ਹੋਈਆਂ, ਆਹ ਦੇਣ ਲੈਣ ਹੋਏ। ਪੁਲਿਸ ਨੇ ਉਹ ਸਾਰਾ ਜਾਂ ਈਡੀ ਕੋਲੇ ਉਹ ਸਾਰਾ ਰਿਕਾਰਡ ਆ। ਜਦੋਂ ਚੰਨੀ ਹੋਰਾਂ ਤੋਂ 6 ਘੰਟੇ ਪੁੱਛਗਿੱਛ ਕੀਤੀ, ਉਹਨਾਂ ਨੇ ਸਾਰਾ ਮੂਹਰੇ ਰੱਖ ਲਿਆ ਵੀ ਆਹ ਗੱਲ ਆਏ, ਆਹ ਗੱਲ ਆਏ। ਕਹਿੰਦੇ ਚਰਨਜੀਤ ਚੰਨੀ ਹੋਰੀ ਮਸਲੇ ਤੋਂ ਹੋਏ ਇਨਕਾਰੀ, ਔਰ ਬਹੁਤੀਆਂ ਜਿਹੜੀਆਂ ਗੱਲਾਂ ਨੇ ਉਹ ਉਸ ਵਕਤ ਜਿਹੜੇ CMO ਦੇ ਵਿੱਚ, ਚੀਫ ਮਿਨਿਸਟਰ ਆਫਿਸ ਦੇ ਵਿੱਚ ਸੀਨੀਅਰ ਅਫਸਰ ਸੀ, ਉਹਨਾਂ ਤੇ ਗੱਲ ਸਿੱਟਤੀ। ਹੁਣ ਕਹਿੰਦੇ ਉਹਨਾਂ ਨੂੰ ਬੁਲਾਉਣਾ ਹੈਗਾ। ਤਾਂ ਚੰਨੀ ਹੋਰਾਂ ਦੀਆਂ ਮੁਸ਼ਕਲਾਂ ਜਿਹੜੀਆਂ ਵੱਧ ਰਹੀਆਂ ਨੇ, ਇਹੀ ਕਾਰਨ ਹੈਗਾ ਕਿ ਉਹ ਕੇਂਦਰ ਸਰਕਾਰ ਦੇ ਖਿਲਾਫ ਤੁਸੀਂ ਦੇਖੋ ਕਿ ਕੋਈ ਬਹੁਤਾ ਵੱਡਾ ਬਿਆਨ ਨਹੀਂ ਦਿੰਦੇ। BBMP ਦੇ ਮਸਲੇ ਤੇ ਉਹਨਾਂ ਨੇ ਕੋਈ ਬਹੁਤਾ ਵੱਡਾ ਜਿਹੜਾ ਮਾਰਕਾ ਉਹ ਨਹੀਂ ਮਾਰਿਆ, ਹਾਲਾਂਕਿ ਉਦੋਂ ਚੀਫ ਮਿਨਿਸਟਰ ਸੀ, ਉਹ ਵੱਡਾ ਰੋਲ ਅਦਾ ਕਰ ਸਕਦੇ ਸੀ। ਚੰਡੀਗੜ੍ਹ ਦਾ ਮਸਲਾ ਹੋਵੇ ਜਾਂ ਹੋਰ ਤਮਾਮ ਮਸਲੇ, ਹੁਣ ਚੁੱਪ ਕਰਕੇ ਬੈਠ ਗਏ ਨੇ। ਉਧਰੋਂ ਨਵਜੋਤ ਸਿੰਘ ਸਿੱਧੂ ਨੇ ਨਾਲ ਦੀ ਨਾਲ ਟਵੀਟ ਛੱਡਿਆ, ਭਾਵੇਂ ਸਿੱਧੇ ਤੌਰ ਤੇ ਤਾਂ ਨਹੀਂ, ਪਰ ਉਹਨਾਂ ਨੇ ਵਿੰਗੇ ਟੇਢੇ ਢੰਗ ਨਾਲ ਤੰਜ ਜਿਹੜਾ ਉਹ ਕੱਸਿਆ ਵੀ ਰੇਤ ਦੀਆਂ ਖੱਡਾਂ ਦਾ ਮਸਲਾ ਤੇ ਹੋਰ ਮਸਲੇ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਉਠਾਏ ਨੇ। ਤਾਂ ਜਿਹੜੀ ਪੁੱਛ ਪੜਤਾਲ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ, ਕਹਿੰਦੇ ਉਹਦੇ ਚੋਂ ਬਹੁਤ ਕੁਝ ਨਿਕਲ ਕੇ ਸਾਹਮਣੇ ਆਊਗਾ ਜੀ। ਅੱਛਾ ਜੀ, ਕਹਿੰਦੇ ਵਿਚੋਲੇ ਦਾ ਜਵਾ ਕੇ ਚੱਕ ਲਿਆ, IELTS ਵਾਲਿਆਂ ਦੇ ਕਲੀਅਰ ਨਹੀਂ ਹੋਇਆ, ਰੌਲਾ ਕੀ ਪੈ ਗਿਆ? ਜੀ ਗਿੱਲ ਸਾਹਿਬ, ਉਹ ਜਿਹੜਾ ਪਹਿਲਾਂ ਇੱਕ ਮਸਲਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਸੀ, ਸਾਡੇ ਬਰਨਾਲੇ ਨਾਲ ਜੁੜਿਆ ਹੋਇਆ ਸੀਗਾ। ਤਾਂ ਅਸਲ 'ਚ ਹੁੰਦਾ ਇਹ ਆ ਕਿ ਮੁੰਡੇ ਦਾ ਅੱਜ ਕੱਲ ਮਤਲਬ IELTS ਆ ਜਿਹੜਾ ਉਹ ਕੁੜੀਆਂ ਜਿੰਨਾ ਨਹੀਂ ਕਲੀਅਰ ਕਰਦੇ। 5.5 ਬੈਂਡ ਦੇ ਉੱਤੇ ਆ ਕੇ ਜਿਹੜੀ ਸੂਈ ਉਹ ਅਟਕ ਜਾਂਦੀ ਆ। ਉਦੋਂ ਬਾਅਦ ਕੁੜੀਆਂ 6.5 ਬੈਂਡ 7 ਬੈਂਡ ਲੈ ਜਾਂਦੀਆਂ ਨੇ, ਫਿਰ ਕੁੜੀ ਵਾਲਿਆਂ ਨਾਲ ਕਰਦੇ ਆ ਗੱਲ, ਔਰ ਇਹ ਰੁਝਾਨ ਚੱਲਦਾ ਹੈ ਫੀਸ ਮੁੰਡੇ ਵਾਲੇ ਭਰ ਦੇਣਗੇ ਜੀ, ਵਿਆਹ ਦਾ ਸਾਰਾ ਖਰਚਾ ਮੁੰਡੇ ਵਾਲੇ ਕਰ ਦੇਣਗੇ ਜੀ। ਤਾਂ ਜਿਹੜੇ ਵਿਚੋਲੇ ਉਹ ਕਹਿੰਦੇ ਨੇ ਵੀ ਤੁਸੀਂ ਇੱਕ ਵਾਰ ਭਰਨੀ ਹੋਈ ਹੈ, ਅਗਲੇ ਸਾਲ ਸਾਰੀ ਉੱਥੋਂ ਮੋੜਨ ਲੱਗ ਜਾਂਦੀ ਆ। ਹੁਣ ਇੱਥੇ ਕੀ ਹਾਲਤ ਆ ਉਹ ਤਾਂ ਤੁਹਾਨੂੰ ਮੇਰੇ ਨਾਲੋਂ ਵੱਧ ਪਤਾ, ਲੇਕਿਨ ਜਿਹੜੇ ਵਿਚੋਲੇ ਹੁੰਦੇ ਨੇ ਜਾਂ ਏਜੰਟ ਹੁੰਦੇ ਨੇ, ਉਹ ਤਾਂ ਪੂਰਾ ਮਤਲਬ ਅਗਲੇ ਨੂੰ ਬੰਨ੍ਹ ਦਿੰਦੇ ਨੇ ਵੀ ਉਹ ਤਾਂ ਨਾਲ ਦੀ ਨਾਲ ਮੋੜਨ ਲੱਗ ਜੂ ਜੀ। ਤੁਸੀਂ ਇੱਕ ਵਾਰ 4 ਕਿੱਲੇ ਗਹਿਣੇ ਕਰੋ, ਤੁਸੀਂ 2 ਸਾਲਾਂ ਨੂੰ 4 ਮੁੱਲ ਲਾਓਗੇ, ਉੱਥੋਂ ਹਾਲਤ ਤਾਂ ਇਹ ਬਣਨੀ ਆ। ਚਲੋ ਜੀ, ਮੁੰਡੇ ਵਾਲੇ ਪੈਸੇ ਲਾ ਵੀ ਦਿੰਦੇ ਨੇ। ਹੁਣ ਗਿੱਲ ਸਾਹਿਬ, ਇਹ ਜਿਹੜਾ ਮਸਲਾ ਹੋਇਆ, ਇਹ ਮਸਲਾ ਹੈਗਾ ਸੰਗਰੂਰ ਜ਼ਿਲ੍ਹੇ ਦਾ। ਕੁੜੀ ਦੇ ਬੈਂਡ ਆਏ ਹੋਏ ਸੀ, ਕੁੜੀ ਚਲੀ ਗਈ ਕੈਨੇਡਾ। ਉੱਥੋਂ ਬਾਅਦ ਗੱਲ ਇਹ ਹੋਈ ਕਿ ਲੜਕੇ ਨੂੰ ਜਿਹੜਾ ਬੁਲਾਵੇ ਨਾ, ਮੁੰਡਾ ਜਾਵੇ ਨਾ, ਮੁੰਡੇ ਦਾ ਬਣਿਆ ਨਾ ਜਾਣ ਦਾ। ਮੁੰਡਾ ਅੱਕ ਗਿਆ। ਅੱਕੇ ਹੋਏ ਮੁੰਡੇ ਨੇ ਗਿੱਲ ਸਾਹਿਬ ਕੀ ਕੀਤਾ, ਉਹਨੇ ਵਿਚੋਲੇ ਦਾ ਮੁੰਡਾ ਕਿਡਨੈਪ ਹੀ ਕਰ ਲਿਆ, ਨਾਲ ਆਪਦੇ ਦੋਸਤ ਲੈ ਔਰ ਕਿਡਨੈਪ ਕਰ ਲਿਆ। ਉਦੋਂ ਬਾਅਦ ਭਾਵੇਂ ਪੁਲਿਸ ਨੇ ਹੁਣ ਉਹਨੂੰ ਬਰਾਮਦ ਕਰ ਲਿਆ ਵਿਚੋਲੇ ਦੇ ਮੁੰਡੇ ਨੂੰ, ਪਰ ਮਸਲਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ। ਮਸਲਾ ਅਸਲ ਦੇ ਵਿੱਚ ਇਹੀ ਹੈਗਾ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਲਿੱਧਣਾ ਪਿੰਡ ਪੈਂਦਾ। ਲਿੱਧਣਾ ਰੋਡ ਕਾਂਝਲਾ, ਇੱਥੋਂ ਦਾ ਰਹਿਣ ਵਾਲਾ ਵਿਅਕਤੀ ਹੈ, ਜਿਹਨੇ ਪੁਲਿਸ ਨੂੰ ਸਾਰੀ ਕਹਾਣੀ ਹੈ ਜਿਹੜੀ ਉਹ ਦੱਸੀ ਆ। ਉਹਨੇ ਦੱਸਿਆ ਗਾ ਵੀ ਮੈਂ ਵਿਆਹ ਕਰਵਾਇਆ ਸੀਗਾ, ਔਰ ਇਹ ਸਾਰੀ ਕਹਾਣੀ ਹੈ ਜਿਹੜੀ ਉਹ ਵਾਪਰੀ ਹੈ ਜੀ। ਅੱਛਾ ਜੀ, ਕਰਨਾਟਕਾ ਦੀ ਇੱਕ ਖਬਰ ਹੈ ਕਿ ਇੱਕ ਮੰਤਰੀ ਨੇ ਠੇਕੇਦਾਰ ਨੂੰ ਮਜਬੂਰ ਕੀਤਾ ਕਿ ਉਹ ਖੁਦਕੁਸ਼ੀ ਕਰੇ। ਬਿਲਕੁਲ ਜੀ, ਇਹ ਮਸਲਾ ਬਹੁਤ ਚਰਚਾ ਦਾ ਵਿਸ਼ਾ ਬਣਿਆ। ਹੁਣ ਕੱਲ੍ਹ ਨੂੰ ਮੰਤਰੀ ਜਿਹੜਾ ਅਸਤੀਫਾ ਦੇਣ ਜਾ ਰਿਹਾ ਹੈ, ਇਹ ਇੰਨਾ ਚਰਚਾ ਦਾ ਵਿਸ਼ਾ ਬਣਿਆ ਗਿੱਲ ਸਾਹਿਬ ਕਿ ਉਹ ਜਿਹੜਾ ਠੇਕੇਦਾਰ ਸੀ ਉਹ ਤੰਗ ਹੋਇਆ, ਖੁਦਕੁਸ਼ੀ ਕਰ ਗਿਆ, ਔਰ ਖੁਦਕੁਸ਼ੀ ਨੋਟ ਬਕਾਇਦਾ ਲਿਖ ਕੇ ਗਿਆ ਗਾ ਉਹ। ਔਰ ਠੇਕੇਦਾਰ ਨੇ ਖੁਦਕੁਸ਼ੀ ਨੋਟ ਦੇ ਵਿੱਚ ਲਿਖਿਆ ਗਾ ਕਿ ਇਹ ਮੰਤਰੀ ਆ ਜਿਹੜਾ, ਇਹ ਮੰਤਰੀ ਕਰਨਾਟਕ ਦਾ, ਇਹਦਾ ਨਾਂ ਹੈਗਾ KS ਈਸ਼ਵਰੱਪਾ।
ਔਰ ਇਹ ਕਹਿੰਦਾ ਵੀ ਮੈਥੋਂ ਮੰਗਦਾ ਕਮਿਸ਼ਨ, ਮੈਨੂੰ ਕਰਦਾ ਤੰਗ, ਮੈਂ ਦੇ ਨਹੀਂ ਪਾਉਂਦਾ। ਔਰ ਉਦੋਂ ਬਾਅਦ ਉਹ ਖੁਦਕੁਸ਼ੀ ਕਰ ਗਿਆ। ਉਦੋਂ ਬਾਅਦ ਮੰਗ ਹੋ ਰਹੀ ਸੀ ਕਿ ਮੰਤਰੀ ਤੇ ਕੇਸ ਦਰਜ ਕਰੋ। ਫਿਰ ਬਹੁਤ ਲੰਬੇ ਸੰਘਰਸ਼ ਤੋਂ ਬਾਅਦ ਇਸ ਮੰਤਰੀ ਦੇ ਉੱਤੇ ਕੇਸ ਦਰਜ ਹੋਇਆ। ਹੁਣ ਕੱਲ ਨੂੰ ਇਹ ਅਸਤੀਫਾ ਦੇਣ ਜਾ ਰਿਹਾ ਜੀ, ਤਾਂ ਇਹ ਮਸਲਾ ਬੜਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ। ਤਾਂ ਵਾਕਈ ਰਿਸ਼ਵਤ ਕਿਵੇਂ ਚੱਲਦੀ ਆ, ਮੈਨੂੰ ਲੱਗਦਾ ਭਗਵੰਤ ਮਾਨ ਹੋਰਾਂ ਨੂੰ ਵੀ ਸਿੱਖ ਲੈਣਾ ਚਾਹੀਦਾ ਇਹਨਾਂ ਤੋਂ, ਕਿ ਅਫਸਰਾਂ ਨੂੰ ਤਾਂ ਜਾਂ ਠੇਕੇਦਾਰਾਂ ਨੂੰ ਤਾਂ ਮੰਤਰੀ ਤੰਗ ਕਰਦੇ ਨੇ, ਆਪਦੇ ਮੰਤਰੀਆਂ ਤੇ ਕੰਟਰੋਲ ਰੱਖਣਾ, ਰਿਸ਼ਵਤ ਪੂਰੀ ਆਪੇ ਬੰਦ ਹੋ ਜਾਣੀ ਹੈ ਜੀ। ਅੱਛਾ ਜੀ, ਪਾਕਿਸਤਾਨ ਵਿਸਾਖੀ ਮਨਾਉਣਗੇ ਬਜ਼ੁਰਗ, ਉੱਥੇ ਪੂਰੇ ਹੋ ਗਏ? ਜੀ ਗਿੱਲ ਸਾਹਿਬ, ਜਿਹੜਾ ਵਿਸਾਖੀ ਮਨਾਉਣ ਪਾਕਿਸਤਾਨ ਦੇ ਵਿੱਚ ਜਥਾ ਗਿਆ ਹੋਇਆ ਪੰਜਾਬ ਤੋਂ ਔਰ ਭਾਰਤ ਤੋਂ, ਉੱਥੇ ਇੱਕ ਬਜ਼ੁਰਗ ਦੀ ਮੌਤ ਹੈਗੀ ਜਿਹੜੀ ਉਹ ਹੋਈ ਹੈਗੀ। ਹੁਣ ਉਹਨਾਂ ਦੀ ਡੈਡ ਬੋਡੀ ਵੀ ਹੈ ਜਿਹੜੀ ਉਹ ਪੰਜਾਬ ਆ ਚੁੱਕੀ ਹੈ। ਇਹ ਬਜ਼ੁਰਗ ਹਰਿਆਣਾ ਦੇ ਰਹਿਣ ਵਾਲੇ ਸੀਗੇ ਔਰ ਬੜੀ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਹੈ ਜੀ। ਔਰ ਜਥੇ ਦੇ ਨਾਲ ਇਹ ਪਾਕਿਸਤਾਨ ਵਿਸਾਖੀ ਦੇ ਉੱਤੇ ਗਏ ਸੀਗੇ ਜੀ। ਧੰਨਵਾਦ ਜੀ। ਤੇ ਹੁਣ ਲੌਂਗ ਵੀਕਐਂਡ ਆ ਜੀ, ਛੁੱਟੀਆਂ ਨੇ, ਤੁਹਾਡੇ ਨਾਲ ਗੱਲਬਾਤ ਅਗਲੇ ਹਫਤੇ ਹੋਏਗੀ। ਤੇ ਜਦ ਤੱਕ ਆਪਣਾ ਖਿਆਲ ਰੱਖਣਾ ਤੇ ਚੜ੍ਹਦੀ ਕਲਾ। ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਹੁਤ ਇੱਕ ਅਲੱਗ, ਪੰਜਾਬ ਨਹੀਂ ਕਿਸੇ ਵੀ ਭਾਰਤ ਦੇ ਖੂੰਜੇ ਤੋਂ ਬੰਬੇ ਜਾ ਕੇ ਸੈਟਲ ਹੋਣਾ ਸਟਰਗਲ ਬਹੁਤ ਹੈ। ਇਸ ਤੇ ਮੇਰੇ ਨਾਲ ਗੱਲ ਕਰਨ ਲਈ ਫਿਲਮੀ ਅਦਾਕਾਰਾ ਖੁਸ਼ੀ ਰਾਜਪੂਤ ਨੇ। ਖੁਸ਼ੀ ਰਾਜਪੂਤ ਉਹਨਾਂ ਨੇ ਪਿਛਲੇ ਦਿਨ ਬੜੀ ਬੇਬਾਕੀ ਦੇ ਨਾਲ ਬਾਹਰ ਨਿਕਲ ਕੇ ਇਸ ਫਿਲਮ ਇੰਡਸਟਰੀ 'ਚ ਹੁੰਦੇ ਗੋਰਖ ਧੰਦੇ ਦੀ ਗੱਲ ਕੀਤੀ। ਬੜੇ ਜਿਗਰੇ ਚਾਹੀਦੇ ਨੇ, ਖਾਸ ਤੌਰ 'ਤੇ ਇੱਕ ਕੁੜੀ ਨੂੰ। ਜੇ ਉਹਨਾਂ ਦੇ ਸਾਥੀ, ਉਹਨਾਂ ਦੇ ਘਰ ਵਾਲੇ ਝਾਅ ਸਾਹਿਬ ਉਹਨਾਂ ਦੀ ਮਦਦ ਨਾ ਕਰਦੇ, ਸ਼ਾਇਦ ਖੁਸ਼ੀ ਰਾਜਪੂਤ ਬਾਹਰ ਨਿਕਲ ਕੇ ਗੱਲ ਨਾ ਕਰ ਸਕਦੀ। ਤੇ ਮੈਂ ਕੰਟੈਕਟ ਕੀਤਾ, ਖੁਸ਼ੀ ਹੋਰਾਂ ਨੇ ਜਦੇ ਹੀ ਇਸ ਬਾਰੇ ਹਾਂ ਕੀਤੀ, ਵੀਰ ਜੀ ਮੈਂ ਆ ਕੇ ਗੱਲਬਾਤ ਕਰਾਂਗੇ। ਖੁਸ਼ੀ ਜੀ, ਤੁਹਾਡਾ ਸਵਾਗਤ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਰ, ਸਾਰੇ ਸ਼ਰੋਤਾਗਣ ਨੂੰ ਮੇਰਾ ਸਤਿ ਸ੍ਰੀ ਅਕਾਲ, ਨਮਸਕਾਰ। ਧੰਨਵਾਦ ਬਹੁਤ ਬਹੁਤ, ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਲੇਟ ਥੋੜ੍ਹੇ ਜਿਹੇ ਹੋ ਗਏ, ਮਜਬੂਰੀ ਸੀ। ਅੱਜ ਖਾਲਸਾ ਸਾਜਨਾ ਦੇ ਵਿਸਾਖੀ ਦੀਆਂ ਕੁਛ ਵਧਾਈਆਂ ਸਨ, ਕੁਛ ਥੋੜ੍ਹਾ ਜਿਹਾ ਮੈਂ ਲੇਟ ਹੋ ਗਿਆ। ਤੇ ਸਭ ਤੋਂ ਪਹਿਲਾਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ ਜੀ। ਪੰਜਾਬ ਦੇ ਵਿੱਚ ਕਿੱਥੇ ਵੱਡੇ ਹੋਏ ਤੇ ਫਿਰ ਇਹ ਇਸ ਇੰਡਸਟਰੀ ਵੱਲ, ਫਿਲਮੀ ਦੁਨੀਆ ਵੱਲ ਜਾਣ ਦਾ ਝੁਕਾਅ ਕਦ ਸ਼ੁਰੂ ਹੋਇਆ? ਜੀ ਸਰ, ਮੈਂ ਬੇਸਿਕਲੀ ਜਲੰਧਰ ਦੀ ਰਹਿਣ ਵਾਲੀ ਹਾਂ। ਮੈਂ ਮਾਸਟਰ ਕੀਤਾ ਥੀਏਟਰ 'ਚ। ਵਾਹ। ਇੱਕ ਥੋੜੀ ਜਿਹੀ ਮੇਰੀ ਪਰਸਨਲ ਲਾਈਫ ਮੈਂ ਹਲਕਾ ਜਿਹਾ ਤੁਹਾਨੂੰ ਦੱਸਣਾ ਚਾਹਾਂਗੀ, ਕਿਉਂਕਿ ਮੈਂ ਬਹੁਤ ਹੀ ਔਕੜਾਂ ਮੈਂ ਫੇਸ ਕੀਤੀਆਂ। ਹਰ ਕੋਈ ਕਰਦਾ, ਜਦੋਂ ਆਪਾਂ ਇੱਕ ਮੰਜ਼ਿਲ ਨੂੰ ਪਾਉਣ ਲਈ ਚੱਲਦੇ ਹਾਂ ਤਾਂ ਬੜੇ ਰਸਤੇ ਅੱਗੇ ਆਉਂਦੇ ਆ ਜੀ। ਮੈਂ +2 ਕੀਤੀ ਸੀਗੀ ਸਰ, ਮੇਰੀ ਮੈਰਿਜ ਹੋ ਗਈ। ਬਸ परमात्मा ने जो भी रस्ते हुए, नहीं हो पाई सफल मेरी मैरिज। अच्छा जी। मेरी डॉटर है, आज मेरी बेटी 18 साल दी है। जो मेरी स्टडी 7 साल का गैप पै गया। मैं पढ़ना चाहती थी बट नहीं पढ़ पाई हालात करके। जब मेरी बच्ची पैदा हुई 8 महीने दी सी, जो मैं चंडीगढ़ में सेक्टर 42 कॉलेज एडमिशन लिता। अच्छा, मैं ग्रेजुएशन की, मास्टर किया। मैं दोनों साल सेकंड टॉपर रही हाँ। मेहनत करके मैं तक पहुंची हाँ। ऐसा मेरा जड़ी स्टडी तक का सफर सीगा। अच्छा जी। हले स्ट्रगल इत्थे खत्म नहीं होया। मैं थिएटर किया पंजाब यूनिवर्सिटी तो, डिपार्टमेंट ऑफ इंडियन थिएटर तो। अच्छा जी। मैं रंगमंच हुण भी करदी हाँ, चंडीगढ़ च, मुंबई च नाटक, कुछ नाटक एक्ट करदी हाँ, कुछ डायरेक्ट भी कीते ने। तो थिएटर करते करते मैंने एक फिल्म का ऑफर आया। अच्छा, जिस करके मैंने मुंबई जाना पिया। अच्छा। उथों ही करते करते 1-2 फिल्म्स होर मिलियां, सीरियल्स मिले और वो दिन तो लेके अज दिन तक मैं अपनी मेहनत नाल, जिन्ना मैंने ईमानदारी नाल काम मिलिया मैं कीता। पर सर मैं सपने च भी नहीं सोच सकती एट द एज ऑफ 40-41 तुहानू इन्हां चीज़ों तो निकलना पै सकता है। जो मेरा बहुत ही बुरा टाइम सीगा, बुरा कह लो सर, जेब च 10 रुपए भी नहीं सी हुंदे। मैनू उदों भी मतलब एक यंग एज च जदों मैं गई सी, मैनू 12-13 साल हो गए मुंबई काम करते हुए। मैनू उदों मुंबई चक्कां दी प्रॉब्लम नहीं आई। मैनू सब तो वड्डा धक्का लग्या मेरे अपने शहर च
ਪੰਜਾਬੀਆਂ 'ਚ ਰਹਿ ਕੇ ਪੰਜਾਬੀ ਬੰਦੇ, ਪੰਜਾਬੀ ਤਾਂ ਖੈਰ ਉਹ ਨਹੀਂ ਹੈ, ਸੂਰਜ ਸ਼ਰਮਾ ਪਤਾ ਨਹੀਂ ਉਹ ਸ਼ਾਇਦ ਹਿਮਾਚਲ ਦਾ ਪਿੱਛੋਂ, ਮੈਨੂੰ ਸਭ ਤੋਂ ਵੱਡਾ ਧੱਕਾ ਇਹ ਲੱਗਿਆ ਕਿ ਮੈਨੂੰ ਪੰਜਾਬ 'ਚ ਆ ਕੇ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ। ਲੋਕੀ ਮੁੰਬਈ ਨੂੰ ਬਦਨਾਮ ਕਰਦੇ ਆ, ਮੁੰਬਈ ਏਦਾਂ, ਮੁੰਬਈ ਏਦਾਂ, ਬਟ ਸਰ ਮੈਨੂੰ ਸਭ ਤੋਂ ਵੱਡਾ ਦੁੱਖ ਲੱਗਿਆ ਕਿ ਮੈਨੂੰ ਆਪਣੇ ਘਰ 'ਚ ਚੰਡੀਗੜ੍ਹ 'ਚ ਬੈਠ ਕੇ ਮੈਨੂੰ ਇਹ ਚੀਜ਼ ਫੇਸ ਕਰਨੀ ਪੈ ਰਹੀ ਹੈ। ਔਰ ਉਸ ਦਾ ਵੱਡਾ ਦੁੱਖ ਇਹ ਹੈ ਕਿ ਮੈਨੇ ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ, ਕੋਈ ਇੱਕ ਬੰਦਾ ਉੱਠ ਕੇ ਸਾਹਮਣੇ ਨਹੀਂ ਆਇਆ। ਮੈਂ ਐਸੋਸੀਏਸ਼ਨ 'ਚ ਗਈ ਹਾਂ, ਚੈਨਲ 'ਚ ਗਈ ਹਾਂ, ਚੈਨਲ ਵਾਲੇ ਸਾਫ਼ ਮੁੱਕਰ ਗਏ ਜੀ, ਸਾਡਾ ਤਾਂ ਜੀ ਕੰਟਰੈਕਟ ਤੁਹਾਡਾ ਉਹਨਾਂ ਨਾਲ ਹੋਇਆ, ਅਸੀਂ ਕੁਝ ਨਹੀਂ ਕਰ ਸਕਦੇ। ਮਤਲਬ ਕਿ 4 ਕਾਗਜ਼ਾਂ ਤੇ ਸਾਈਨ ਇਹਨਾਂ ਲਈ ਜ਼ਿਆਦਾ ਇੰਪੋਰਟੈਂਟ ਹੈ ਰਾਦਰ ਦੈਨ ਇੱਕ ਲੜਕੀ ਦੀ ਲਾਈਫ। ਸੋ ਖੁਸ਼ੀ, ਕੀ ਹੋਇਆ ਜੀ? ਕਿਹੜੀ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ, ਕਿੱਥੇ ਹੋ ਰਹੀ ਸੀ, ਹੋਇਆ ਕੀ? ਸਰ ਇਹ ਸੀਰੀਅਲ ਸੀਗਾ, ਮੈਂ ਮੁੰਬਈ ਤੋਂ, ਮੈਂ ਔਰ ਮੇਰੇ ਹਸਬੈਂਡ ਸੁਰੇਂਦਰ ਝਾ, ਅਸੀਂ ਦੋਨੋਂ ਇੱਕ ਪ੍ਰੋਡਕਸ਼ਨ ਹਾਊਸ ਹੈ ਇਟਰਨਲ ਫਲੇਮ, ਉਹਨਾਂ ਦੁਆਰਾ ਅਸੀਂ ਬੁਲਾਏ ਜਾਂਦੇ ਆ ਇੱਥੇ। ਅੱਛਾ ਜੀ। ਨਵਾਂ ਸੀਰੀਅਲ ਸ਼ੁਰੂ ਹੋਇਆ, ਸੱਸੇ ਨਹੀਂ ਸੱਸੇ ਤੂੰ ਖੁਸ਼ੀਆਂ 'ਚ ਵਸੇ। ਇਸ ਲਈ ਮੈਨੂੰ ਮੁੰਬਈ ਤੋਂ ਇਟਰਨਲ ਫਲੇਮ ਪ੍ਰੋਡਕਸ਼ਨ ਵਾਲਿਆਂ ਨੇ, ਜਿਹਦੇ ਮਾਲਿਕ ਰਾਜ ਸ਼ੈਟੀ ਤੇ ਦਾਮਨੀ ਸ਼ੈਟੀ, ਉਹਨਾਂ ਨੇ ਮੈਨੂੰ ਇੱਥੇ ਬੁਲਾਇਆ। ਜਨਵਰੀ 'ਚ ਸ਼ੂਟ ਸਟਾਰਟ ਹੁੰਦਾ ਹੈ, ਸੌਰੀ ਮਾਰਚ ਵਿੱਚ। ਜਨਵਰੀ 'ਚ ਪ੍ਰੋਮੋ ਸ਼ੂਟ ਕਰਦੇ ਆ ਆਪਾਂ, ਪਹਿਲਾ ਹੀ ਦਿਨ ਹੈ ਸ਼ੂਟਿੰਗ ਦਾ, ਫਸਟ ਡੇ। ਉਸ ਤੋਂ ਪਹਿਲਾਂ ਮੈਂ ਸਿਰਫ ਇੱਕ ਮੀਟਿੰਗ 'ਚ ਆਪਣੇ ਕੋ ਐਕਟਰ ਨੂੰ ਮਿਲੀ ਸੀ। ਫਸਟ ਡੇ ਹੀ ਮੈਨੂੰ ਇੱਕ ਬ੍ਰਾਈਡਲ ਲੁੱਕ 'ਚ ਦੇਖ ਕੇ ਬੰਦਾ ਕਹਿ ਰਿਹਾ ਕਿ ਤੂੰ ਬਹੁਤ ਸੋਹਣੀ ਹੈ, ਤਾਂ ਬੰਦਾ ਥੈਂਕ ਯੂ ਹੀ ਕਹੇਗਾ। ਬਿਲਕੁਲ, ਤੈਨੂੰ ਦੇਖ ਕੇ ਤਾਂ ਕਿਸੇ ਨੂੰ ਵੀ ਪਿਆਰ ਹੋ ਜਾਏ। ਇਹ ਮੈਨੂੰ ਗੱਲ ਥੋੜੀ ਜਿਹੀ ਠੀਕ ਨਹੀਂ ਲੱਗੀ, ਬਟ ਫਿਰ ਵੀ ਮੈਂ ਉਹਨੂੰ ਇਗਨੋਰ ਕੀਤਾ। ਐਨੀ ਹਾਊ ਆਪਣਾ ਮਾਰਚ ਵਿੱਚ ਸਰ ਸ਼ੂਟ ਸਟਾਰਟ ਹੁੰਦਾ ਹੈ, ਉਸ ਤੋਂ ਪਹਿਲਾਂ ਸਾਡੀਆਂ ਕੁਝ ਰਿਹਰਸਲਸ ਹੁੰਦੀਆਂ ਨੇ। ਇਸ ਕੇਸ ਵਿੱਚ ਸਭ ਤੋਂ ਵੱਡਾ ਹੱਥ ਰਿਹਾ ਮੇਰੀ ਫੀਮੇਲ ਡਾਇਰੈਕਟਰ ਸੁਕ੍ਰਿਤੀ ਦਾਸ ਦਾ। ਅੱਛਾ ਜੀ। ਸਰ ਮੈਂ ਸੋਚਦੀ ਹਾਂ ਕਿ ਮੈਨੂੰ ਅੱਜ ਤੱਕ ਬੜਾ ਪ੍ਰਾਊਡ ਫੀਲ ਹੁੰਦਾ ਸੀ, ਮਾਣ ਹੁੰਦਾ ਸੀ ਮੇਰੇ ਘਰਦਿਆਂ ਨੂੰ ਕਿ ਹਨਾ ਮੈਂ ਮੁੰਬਈ 'ਚ ਰਹਿੰਦੀ ਹਾਂ, ਮੈਂ ਅੱਜ ਤੱਕ ਕਦੀ ਨਸ਼ੇ ਵਾਲੇ ਰਸਤੇ 'ਚ ਨਹੀਂ ਗਈ, ਸਿਗਰਟ, ਸ਼ਰਾਬ, ਲੇਟ ਨਾਈਟ ਪਾਰਟੀਜ਼, ਬਿਲਕੁਲ ਠੀਕ, ਸ਼ਾਰਟ ਡਰੈਸਿਸ, ਘੁੰਮਣਾ, ਇਹ ਸਭ ਮੈਂ ਕਦੀ ਨਹੀਂ ਕੀਤਾ। ਮੇਰੀ ਖੁਦ ਦੀ 18 ਇਅਰਸ ਦੀ ਮੇਰੀ ਡਾਟਰ ਹੈ। ਨਹੀਂ, ਬਹੁਤ ਵਧੀਆ। ਤੁਹਾਨੂੰ ਮੈਂ ਦੇਖਿਆ ਤੁਹਾਡੀਆਂ ਸਾਰੀਆਂ ਫੋਟੋ, ਮੈਨੂੰ ਮਾਣ ਵੀ ਹੋਇਆ ਇਹੋ ਜਿਹੀ ਜਗ੍ਹਾ 'ਚ ਰਹਿ ਕੇ ਆਪਣੇ ਆਪ ਨੂੰ ਖਾਲਸ ਰੱਖਣਾ, ਆਪਣੇ ਆਪ ਨੂੰ ਆਰਗੈਨਿਕ ਰੱਖਣਾ, ਇਹਦੇ ਲਈ ਮੈਂ ਤੁਹਾਨੂੰ ਵਧਾਈਆਂ ਦਿੰਦਾ। ਅੱਛਾ, ਅੱਗੇ ਚਲੋ। ਜੀ ਸ਼ੁਕਰੀਆ ਸਰ। ਮੈਂ ਇਹ ਸੋਚਦੀ ਹਾਂ ਜੋ ਅੱਜ ਮੈਂ ਬੀਜਾਂਗੀ ਮੇਰੇ ਬੱਚੇ ਨੂੰ ਕੱਲ ਨੂੰ ਵੱਢਣਾ ਪਏਗਾ, ਇਹ ਸੱਚ ਹੈ। ਸੋ ਸਰ ਫਿਲਮ ਜਦੋਂ ਆਪਾਂ ਰਿਹਰਸਲ ਕਰਦੇ ਸੀ ਸਰ, ਕੁਝ ਗੱਲਾਂ ਮੈਂ ਪਬਲਿਕਲੀ ਨਹੀਂ ਬੋਲ ਸਕਦੀ, ਉਹ ਸਾਡੀ ਰਿਹਰਸਲ ਹੋਣਾ ਜਾਂ ਹੈ ਨਾ, ਇੱਕ ਸੀਨ ਸੀਗਾ ਕਿ ਗਿਰਨਾ ਹੈ, ਉਹ ਮੈਨੂੰ ਪਕੜਦਾ ਸਰ। ਮੈਂ ਤਾਂ ਓਪਨਲੀ ਕਹਿਣਾ ਵੀ ਚਾਹੁੰਦੀ ਹਾਂ, ਪਰ ਮੇਰੀ ਜ਼ੁਬਾਨ ਮੇਰਾ ਸਾਥ ਨਹੀਂ ਦਿੰਦੀ, ਮੈਂ ਸ਼ਬਦ ਨਹੀਂ ਬੋਲ ਸਕਦੀ ਕਿ ਮੈਂ ਕਿੰਨਾ ਅਨਕੰਫਰਟੇਬਲ ਫੀਲ ਕਰਦੀ ਸੀ। ਉਹਨੇ ਮਤਲਬ ਉਹਦੇ 'ਚ ਹੱਥ ਵੀ ਮਿਲਾਣਾ ਤਾਂ ਇਹਦਾ ਹੱਥ ਦਬਾ ਦੇਣਾ ਸਰ, ਇਹ ਚੀਜ਼ਾਂ ਮੈਂ ਤਾਂ ਫਿਰ ਵੀ ਬੋਲ ਪਈ ਸਰ। ਮੈਂ ਮੈਚਿਓਰ ਲੇਡੀ ਹਾਂ, ਮੈਂ ਇੱਕ ਕੁੜੀ ਨਹੀਂ ਹਾਂ, ਮੈਂ ਇੱਕ ਪਰਿਵਾਰ ਵਾਲੀ ਬੰਦੀ ਹਾਂ। ਮੈਂ ਬੜੇ ਟਾਈਮ ਦੇਖਿਆ, ਮੇਰੇ ਹੱਲੇ ਵੀ ਪਸੀਨਾ ਆ ਰਿਹਾ ਜੇ ਮੈਂ ਤੁਹਾਨੂੰ ਗੱਲ ਦੱਸਦੀ ਹਾਂ। ਮੈਨੂੰ ਬੜੀ ਸ਼ਰਮ ਆਉਂਦੀ ਹੈ ਕਿ ਮੈਨੂੰ ਏਦਾਂ ਦੀ ਗੱਲਾਂ ਅੱਜ ਇਸ ਉਮਰ 'ਚ ਆ ਕੇ ਕਰਨੀਆਂ ਪੈ ਰਹੀਆਂ। ਤੋ ਬ੍ਰਿੰਕ ਉਸ ਬੰਦੇ ਨੇ 17 ਤਰੀਕ ਦੀ ਸ਼ਾਮ ਨੂੰ, ਇੱਕ 16 ਨੂੰ ਇੰਸੀਡੈਂਟ ਹੋਇਆ, ਇੱਕ 17 ਨੂੰ ਮੇਜਰ ਇੰਸੀਡੈਂਟ ਹੁੰਦਾ ਹੈ ਕਿ ਮੇਰੇ ਕੋਲ ਆ ਕੇ, ਪੂਰਾ ਸੈੱਟ ਵੈਟ ਲੱਗਿਆ ਹੋਇਆ, ਲਾਈਟ ਵਾਈਟ ਸੈੱਟ ਹੋ ਰਹੀ ਹੈ, ਰਿਹਰਸਲ ਚੱਲ ਰਹੀ ਹੈ, ਮੇਰੇ ਕੋਲ ਆ ਕੇ ਇੱਕ ਉਹਨੇ ਲਾਈਨ ਬੋਲੀ ਹੈ ਜਿਹੜੀ ਕਿ ਮੈਂ ਨਹੀਂ ਬੋਲ ਸਕਦੀ, ਦੂਸਰੀ ਲਾਈਨ ਉਹਨੇ ਬੋਲੀ ਹੈ ਕਿ ਮੈਨੂੰ ਕਿਸ ਦੇ ਦੇ। ਸੋ ਇਹ ਐਕਟਰ ਜਿਹੜਾ ਕੀ ਨਾਮ ਦੱਸਿਆ ਜੀ ਐਕਟਰ ਦਾ? ਸੂਰਜ ਸ਼ਰਮਾ। ਅੱਛਾ, ਸੂਰਜ ਸ਼ਰਮਾ, ਠੀਕ ਹੈ ਜੀ। ਜੀ ਸਰ। ਔਰ ਮੈਂ ਬਿਲਕੁਲ ਹੱਲਾ ਕੀਤਾ, ਬਿਲकुल बोली हाँ, मैं बहुत शोर मचाया। मेरी डायरेक्टर मैंने पाँव फाड़ के बाहर ले गया कि यार तू मुंबई में रहती है, मुझे नहीं लगता कि तू 12 साल से मुंबई में काम कर रही है। मतलब कि मैं की कहना चाहते हो? कहती है मैं, क्योंकि मैं कहता सीगा कि मैं पुलिस कंप्लेंट करांगी। मैं ऑलरेडी ਤੁਹਾਨੂੰ ਇਸ ਬੰਦੇ ਬਾਰੇ ਵਾਰਨ ਕੀਤਾ ਹੋਇਆ। ਮੈਂ ਰਾਜ ਸ਼ੈਟੀ, ਦਾਮਨੀ ਸ਼ੈਟੀ ਨੂੰ ਔਰ ਆਪਣੀ ਡਾਇਰੈਕਟਰ ਨੂੰ ਦੱਸ ਚੁੱਕੀ ਸੀ ਕਿ ਮੈਡਮ ਮੈਂ ਕੰਫਰਟੇਬਲ ਫੀਲ ਨਹੀਂ ਕਰਦੀ, ਇਹ ਬੰਦਾ ਜਿਸ ਤਰ੍ਹਾਂ ਟੱਚ ਕਰਦਾ ਜਾਂ ਜਿਸ ਤਰ੍ਹਾਂ ਸ਼ਬਦ ਬੋਲਦਾ ਮੈਨੂੰ ਪਸੰਦ ਨਹੀਂ ਹੈ, ਜਿਸ ਤਰ੍ਹਾਂ ਲੁੱਕ ਦਿੰਦਾ ਨਾ, ਦੇਖਦਾ ਰਹਿੰਦਾ ਸਾਈਕੋ ਦੀ ਤਰ੍ਹਾਂ। ਮੈਂ ਕਿਹਾ ਮੈਮ ਮੈਨੂੰ ਕੁਝ ਗੜਬੜ ਲੱਗਦੀ ਹੈ। ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ, ਕਿਉਂਕਿ ਇਹ ਸਰ ਪੈਕਅਪ ਤੋਂ ਬਾਅਦ ਇਹਨਾਂ ਨੇ ਆਪਣਾ ਬੈਠਣਾ, दारू ਪੀਣੀ, ਗਾਂਜਾ ਪੀਣਾ, ਠੀਕ ਹੈ, ਇਹਨਾਂ ਦੀ ਆਪਣੀ ਪਰਸਨਲ ਲਾਈਫ ਹੈ। ਮੈਂ ਉਸ ਚੀਜ਼ ਦਾ ਹਿੱਸਾ ਨਹੀਂ ਬਣੀ ਸਰ। ਜੇ ਮੈਂ ਹਿੱਸਾ ਹੁੰਦੀ ਅੱਜ ਸ਼ਾਇਦ ਮੈਂ ਸ਼ੂਟ ਕਰ ਰਹੀ ਹੁੰਦੀ। ਮੈਨੂੰ ਦੁੱਖ ਹੈ ਕਿ ਮੈਂ ਆਪਣੇ ਬਲਬੂਤੇ ਨਾਲ ਸਰ ਇਹ ਸ਼ੋਅ ਲਿੱਤਾ ਸੀਗਾ, ਕਿਸੇ ਦੀ ਸਿਫਾਰਿਸ਼ ਨਹੀਂ ਕੀਤੀ, ਕਿਸੇ ਨਾਲ ਮੈਂ ਕਮਿਸ਼ਨ ਤੇ ਨਹੀਂ ਆਈ, ਮੈਂ ਡਾਇਰੈਕਟ ਸਿਲੈਕਟ ਹੋਈ ਹਾਂ।
ਲੇਕਿਨ ਉਸ ਤੋਂ ਜ਼ਿਆਦਾ ਵੀ ਮੈਨੂੰ ਖੁਸ਼ੀ ਹੈ ਕਿ ਨਹੀਂ, ਕਿਸੇ ਗੰਦਗੀ ਦਾ ਹਿੱਸਾ ਬਣਨ ਨਾਲੋਂ ਘਰ ਵੇਲੇ ਬੈਠੋ, ਕਿਤਾਬਾਂ ਪੜ੍ਹੋ, ਜ਼ਿਆਦਾ ਬੈਟਰ ਹੈ। ਸੋ ਫਿਰ ਖੜ ਗਏ ਤੁਸੀਂ ਪੈਰ ਕੱਢ ਕੇ? ਬਿਲਕੁਲ ਸਰ, ਮੈਂ ਮੈਮ ਨੂੰ ਇਹੀ ਕਿਹਾ ਕਿ ਮੈਂ ਪੁਲਿਸ ਨੂੰ ਕੰਪਲੇਂਟ ਕਰਾਂਗੀ। ਮੈਨੂੰ ਮੇਰੀ ਡਾਇਰੈਕਟਰ ਸੁਕ੍ਰਿਤੀ ਦਾਸ ਇੱਕ ਧਮਕੀ ਦਿੰਦੀ ਹੈ ਕਿ ਜੇ ਤੂੰ ਪੁਲਿਸ 'ਚ ਕੰਪਲੇਂਟ ਕਰੇਗੀ ਤੈਨੂੰ ਕਿਕ ਆਊਟ ਕਰ ਦਾਂਗੇ ਸ਼ੋਅ 'ਚੋਂ। ਮੈਂ ਕਿਹਾ ਡਨ, ਤੁਸੀਂ ਮੈਨੂੰ ਕਿਕ ਆਊਟ ਕਰ ਦਿਓ, ਮੈਂ ਕੰਪਲੇਂਟ ਕਰਾਂਗੀ, ਬਿਲਕੁਲ ਕਰਾਂਗੀ। ਔਰ ਕੁਛ ਤਾਂ ਇਹਨੇ ਅਸ਼ਲੀਲ ਸ਼ਬਦ ਬੋਲੇ ਨੇ। ਉਹ ਮੈਂ SSP ਸਾਹਿਬ ਨੂੰ ਕੰਪਲੇਂਟ ਲਿਖੀ ਹੈ, ਮੈਂ ਉਹਦੇ ਵਿੱਚ ਉਹ ਚੀਜ਼ਾਂ ਮੈਂਸ਼ਨ ਕੀਤੀਆਂ ਕਿਉਂਕਿ ਉਸ ਤੋਂ ਬਿਨਾਂ ਗੁਜ਼ਾਰਾ ਨਹੀਂ ਆ ਉਹਨਾਂ ਨੂੰ ਦੱਸੇ ਬਿਨਾਂ ਕਿ ਇਸ ਬੰਦੇ ਨੇ ਮੈਨੂੰ ਕੀ ਸ਼ਬਦ ਬੋਲੇ ਹੈ। ਹੁਣ ਵੀ ਸਰ ਮੈਨੂੰ ਮੈਸੇਜਿਸ ਆ ਰਹੇ ਨੇ ਵਾਇਆ ਕੋਈ ਉਹਦਾ ਦੋਸਤ ਹੈ, ਉਹ ਮੈਨੂੰ ਕਹਿ ਰਿਹਾ ਕਿ ਤੇਰਾ ਅਸੀਂ ਪੂਰਾ ਰਿਕਾਰਡ ਕਢਾਵਾਂਗੇ, ਇਹ ਹੈ ਉਹ ਹੈ, ਆਪਾਂ ਤੈਨੂੰ ਇੱਥੇ ਕੰਮ ਨਹੀਂ ਕਰਨ ਦੇਵਾਂਗੇ, ਪੰਜਾਬ 'ਚ ਦੜਾ ਕੇ ਮਾਰਾਂਗੇ। ਮਤਲਬ ਇਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰ ਰਹੇ ਨੇ, ਮੈਸੇਜਿਸ ਕਰ ਰਹੇ ਨੇ। ਮੈਨੂੰ ਆਪਣੀ ਟੈਨਸ਼ਨ ਨਹੀਂ ਹੈ ਸਰ, ਬਿਲਕੁਲ ਨਹੀਂ ਹੈ। ਮੈਨੂੰ ਮਰਵਾ ਦੇਣ, ਮੈਨੂੰ ਆਪਣੀ ਬੱਚੀ ਦਾ ਮੈਨੂੰ ਡਰ ਲੱਗਦਾ। ਮੇਰੀ ਬੱਚੀ ਹੈ, ਜਵਾਨ ਕੁੜੀ ਹੈ, ਮੈਂ ਤਾਂ ਡਟ ਕੇ ਖੜੀ ਹਾਂ, ਪਰ ਪਤਾ ਨਹੀਂ ਇਹ ਲੋਕ ਕਿੱਥੇ ਤੱਕ ਗਿਰ ਸਕਦੇ ਨੇ, ਮੈਨੂੰ ਨਹੀਂ ਪਤਾ ਸਰ। ਇਹਨਾਂ ਨੇ ਇੱਕ ਦੇਖੋ, ਪੈਸਾ ਬੋਲਦਾ ਸਰ, ਪੈਸਾ ਜ਼ਰੂਰ ਬੋਲਦਾ। SHO ਸਾਹਿਬ ਸੀਗੇ ਜਿਹੜੇ 24 ਮਾਰਚ ਨੂੰ ਜਦੋਂ FIR ਹੋਈ ਹੈ, ਮੈਂ 4 ਜਣਿਆਂ ਦਾ ਨਾਮ ਲਿਖਾਇਆ। ਉਸ SHO ਨੇ 3 ਜਣਿਆਂ ਦਾ ਨਾਮ ਮੈਂਸ਼ਨ ਹੀ ਨਹੀਂ ਕੀਤਾ। ਮੈਨੂੰ 10 ਦਿਨ ਬਾਅਦ ਪਤਾ ਚੱਲਦਾ ਚੰਡੀਗੜ੍ਹ FIR ਵਿੱਚ ਮੇਰੀ ਕੰਪਲੇਂਟ 'ਚੋਂ ਖਰੜ ਸਦਰ ਥਾਣਾ ਖਰੜ ਮੁਹਾਲੀ। ਮੈਨੂੰ 10 ਦਿਨਾਂ ਬਾਅਦ ਉਦੋਂ ਪਤਾ ਚੱਲਦਾ ਜਦੋਂ SHO ਦੀ ਬਦਲੀ ਹੋ ਜਾਂਦੀ ਹੈ, ਨਵੇਂ SHO ਆਉਂਦੇ ਨੇ, ਤੇ ਮੈਂ ਇਹ ਪੁੱਛਣ ਜਾਂਦੀ ਹਾਂ ਕਿ ਸਰ ਉਸ ਕੰਪਲੇਂਟ ਦਾ ਕੀ ਬਣਿਆ। ਉਹ ਕਹਿੰਦੇ ਜੀ ਜਿਹੜੀ ਤੁਸੀਂ ਕੰਪਲੇਂਟ ਲਿਖੀ ਸੀ ਉਹਦੇ FIR ਹੋ ਗਈ ਹੈ। ਮੈਂ ਕਿਹਾ ਸਰ ਬਾਕੀ 3 ਕਹਿੰਦੇ ਬਾਕੀ 3 ਦਾ ਮੈਡਮ ਨਾਮ ਹੀ ਨਹੀਂ ਹੈਗਾ। ਜੇ ਮੈਂ ਉਸ ਦਿਨ ਨਹੀਂ ਜਾਂਦੀ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਲੱਗਣਾ ਕਿ ਉਹਨਾਂ 3 ਦਾ ਨਾਮ ਹੀ SHO ਨੇ ਨਹੀਂ ਪਾਇਆ। ਮੈਨੂੰ ਸਾਫ਼ ਕਹਿੰਦੇ ਮੈਡਮ ਨਹੀਂ ਇਹਨਾਂ ਖਿਲਾਫ ਕੋਈ ਕੰਪਲੇਂਟ ਨਹੀਂ ਬਣਦੀ। ਪੰਜਾਬ ਦੇ ਵਿੱਚ ਇੱਕ ਅਦਾਕਾਰ ਮੁੱਖ ਮੰਤਰੀ ਹੈ ਤੇ ਆਮ ਆਦਮੀ ਪਾਰਟੀ ਦੀ, ਆਮ ਲੋਕਾਂ ਦੀ ਸਰਕਾਰ ਆ, ਸਰਕਾਰੇ ਦਰਬਾਰੇ ਇਸ ਦੀ ਪਹੁੰਚ। ਹੁਣ ਤੁਸੀਂ ਤਾਂ ਚੈਨਲਸ ਦੇ ਉੱਪਰ ਆ ਗਏ, ਇਹ ਤਾਂ ਨਹੀਂ ਗੱਲ ਹੋਣੀ ਸਰਕਾਰ ਨੂੰ ਪਤਾ ਨਾ ਹੋਵੇ? ਬਿਲਕੁਲ ਪਤਾ ਹੋਏਗਾ। ਮੈਂ ਗਈ ਵੀ ਸੀ ਮਿਲਣ ਵਾਸਤੇ। ਤੁਹਾਡੀ MLA ਅਨਮੋਲ ਗਗਨ ਮਾਨ ਹੈ ਖਰੜ ਦੀ, ਆਪ ਇੱਕ ਆਰਟਿਸਟ ਹੈ, ਤੁਸੀਂ ਗੱਲ ਕੀਤੀ ਉਹਨਾਂ ਨਾਲ? ਜੀ ਹਾਂਜੀ, ਮੈਂ ਉਹਨਾਂ ਦੇ ਆਫਿਸ ਮਿਲ ਕੇ ਆਈ ਹਾਂ। ਉਹਨਾਂ ਨੇ ਮੈਨੂੰ ਗਾਈਡ ਕੀਤਾ, ਮੈਨੂੰ 1-2 ਜਣਿਆਂ ਦੇ ਨੰਬਰ ਦਿੱਤੇ, ਮੈਂ ਮਿਲ ਕੇ ਵੀ ਆਈ ਹਾਂ। ਉਹਨਾਂ ਨੇ ਮੇਰੀ ਕੰਪਲੇਂਟ ਰਿਟਨ 'ਚ ਲੈ ਲਿੱਤੀ ਹੈ। ਮੇ ਬੀ 1-2 ਦਿਨਾਂ ਤੱਕ ਮੈਨੂੰ ਬੁਲਾਉਣਗੇ ਆਫਿਸ। ਪਰ ਕਮਾਲ ਹੋ ਗਈ ਖੁਸ਼ੀ ਜੀ, ਇਹ ਆ ਸਮੇਂ ਮਤਲਬ ਮੈਚਿਓਰਿਟੀ ਦੇ ਸਮੇਂ ਸਥਾਪਿਤ ਇੱਕ ਆਰਟਿਸਟ ਦੇ ਨਾਲ ਇਹੋ ਜਿਹਾ ਕੁਛ ਹੁੰਦਾ। ਪਰ ਤੁਸੀਂ ਕਹਿੰਦੇ ਹੋ ਬੰਬੇ ਸਟਰਗਲ ਦੇ ਦੌਰਾਨ ਤੁਸੀਂ ਇਹੋ ਜਿਹਾ ਕਿਤੇ ਮਹਿਸੂਸ ਨਹੀਂ ਕੀਤਾ? ਕਿਤੇ ਨਹੀਂ ਸਰ, ਕਿਤੇ ਨਹੀਂ। ਮੁੰਬਈ 'ਚ ਦੇਖੋ ਉਹੀ ਜਾਂਦਾ ਜਿਹਨੇ ਧੱਕੇ ਖਾਦੇ ਹੋਣ, ਜਿਹਨੇ ਕੁਝ ਮੁਕਾਮ ਹਾਸਿਲ ਕਰਨਾ ਹੋਵੇ। ਔਰ ਜਿਹੜਾ ਇਨਸਾਨ ਇਹਨੇ ਧੱਕੇ ਖਾ ਕੇ ਘਰਦਿਆਂ ਨਾਲ ਲੜ ਕੇ ਜਾਂਦੇ ਨੇ, ਕੋਈ ਚੀਜ਼ ਵੇਚ ਕੇ ਜਾਂਦਾ ਹੈ, ਕੋਈ ਦੋਸਤ, ਇੱਕ ਕਮਰੇ 'ਚ 5-5 ਲੋਕ ਰਹਿੰਦੇ ਨੇ। ਹਰ ਇੱਕ ਨੂੰ ਪਤਾ ਹੈ ਕਿ ਜੇ ਮੈਂ ਇੱਥੇ ਕੁਝ ਪਾਉਣ ਆਇਆ ਨਾ ਤੇ ਮੈਨੂੰ ਬਹੁਤ ਹੀ ਸਾਵਧਾਨੀ ਨਾਲ ਚੱਲਣਾ ਪਏਗਾ। ਆਪਣੀ ਮਰਜ਼ੀ ਨਾਲ ਉੱਥੇ ਸਹਿਮਤੀ ਨਾਲ। ਸਰ ਮੁੰਬਈ ਇਸ ਤਰ੍ਹਾਂ ਦੀ ਸਿਟੀ ਹੈ, ਤੁਸੀਂ ਜਿਵੇਂ ਕੋਈ ਰੋਕ ਟੋਕ ਨਹੀਂ। ਰਾਤੀ 2 ਵਜੇ ਵੀ ਮੈਂ ਇਕੱਲੀ ਆਉਂਦੀ ਹਾਂ, ਕਈ ਵਾਰੀ ਆਟੋ 'ਚ ਵੀ ਟਰੈਵਲ ਕਰਨਾ ਪੈਂਦਾ। ਰਾਤੀ 3 ਵਜੇ ਵਿਰਾਰ ਇੱਕ ਐਸੀ ਜਗ੍ਹਾ ਹੈ ਜਿੱਥੇ ਮਤਲਬ ਬਹੁਤ ਹੀ ਸੁਨਸਾਨ ਹੈ। ਤੁਸੀਂ ਉੱਥੋਂ ਵੀ ਜੇ ਕਦੀ ਟ੍ਰੇਨ 'ਚ ਆ ਰਹੇ ਹੋ, ਬਾਈ ਟ੍ਰੇਨ, ਕਦੀ ਪ੍ਰੋਬਲਮ ਨਹੀਂ ਹੋਈ, ਕਦੀ ਕੋਈ ਸਰ ਕਿਸੇ ਨੇ ਸੀਟੀ ਤੱਕ ਨਹੀਂ ਮਾਰੀ ਹੋਏਗੀ ਉੱਥੇ ਅੱਜ ਤੱਕ। 12-13 ਸਾਲ ਹੋ ਗਏ ਮੈਨੂੰ ਰਹਿੰਦੇ ਹੋਏ ਨੂੰ। ਔਰ ਦੇਖੋ ਔਰਤ ਹੀ ਔਰਤ ਦੀ ਦੁਸ਼ਮਣ ਹੈ। ਮੇਰੀ ਡਾਇਰੈਕਟਰ ਸੁਕ੍ਰਿਤੀ ਦਾਸ ਜੋ ਉਸ ਦਿਨ ਥੋੜਾ ਜਿਹਾ ਮੇਰਾ ਸਾਥ ਦੇ ਦਿੰਦੀ, ਸ਼ਾਇਦ ਮੈਨੂੰ ਇੰਨੀ ਵੱਡੀ ਪ੍ਰੋਬਲਮ 'ਚੋਂ ਨਹੀਂ ਨਿਕਲਣਾ ਪੈਂਦਾ। ਪਰ ਇਹਨਾਂ ਨੇ ਮੈਨੂੰ ਸ਼ੋਅ 'ਚੋਂ ਬਾਹਰ ਕੱਢ ਦਿੱਤਾ ਸਿਰਫ ਇਸ ਕਰਕੇ ਕਿ ਮੈਂ ਪੁਲਿਸ 'ਚ ਕੰਪਲੇਂਟ ਕਿਉਂ ਕੀਤੀ। ਅੱਛਾ, ਫਿਰ ਇਸ ਤੋਂ ਅੱਗੇ ਇਹਨਾਂ ਦੇ ਨਾਲ ਬੈਠ ਕੇ ਜੀ ਇਸ ਤੋਂ ਅੱਗੇ ਫਿਰ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ। ਮੈਨੂੰ ਟਾਪ ਆਫ ਦਾ ਆਵਰ ਖਬਰਾਂ ਚਲਾਉਣੀਆਂ ਪੈਣੀਆਂ ਨੇ ਖੁਸ਼ੀ ਜੀ। ਹੁਣੇ ਵਾਪਸ ਆ ਕੇ ਆਪਾਂ ਗੱਲਬਾਤ ਕਰਦੇ ਹਾਂ ਤੇ ਇਸ ਨੂੰ ਮੈਂ ਕੰਪਲੀਟ ਅੱਜ ਗੱਲ ਤੁਹਾਡੀ ਸੁਣਨਾ ਚਾਹੁੰਦਾ ਹੈ ਕਿਉਂਕਿ ਹਾਂ, ਤੇ ਹੁਣੇ ਵਾਪਸ ਆਉਂਦਾ ਜੀ। ਮੈਂ ਖੁਸ਼ੀ ਰਾਜਪੂਤ ਗੱਲਬਾਤ ਮੇਰੇ ਨਾਲ ਕਰ ਰਹੇ ਸੀ, ਜਿਹੜੇ ਇੱਕ ਸਥਾਪਿਤ ਆਰਟਿਸਟ ਨੇ, ਤੇ ਉਹਨਾਂ ਨਾਲ ਇਹ ਕੀ ਗੱਲ ਹੋਈ ਤੁਹਾਨੂੰ ਇਸ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹਾਂ। ਪੰਜਾਬੀ ਥੀਏਟਰ ਤੇ ਬੰਬੇ ਦੇ ਵਿੱਚ ਸਥਾਪਿਤ ਸਾਡੀ ਇੱਕ ਪੰਜਾਬੀ ਕੁੜੀ ਖੁਸ਼ੀ ਰਾਜਪੂਤ, ਜਿਹੜੇ ਜਲੰਧਰ ਵੱਡੇ ਹੋਏ ਤੇ ਸਟਰਗਲ ਕੀਤੀ, ਜਾ ਕੇ ਆਪਣਾ ਡਿਸੀਜ਼ਨ ਲਿਆ
ਪਰਿਵਾਰ ਆ ਜਿਨ੍ਹਾਂ ਦਾ 18 ਸਾਲਾਂ ਦੀ ਧੀ ਆ, ਮੈਚਿਓਰ ਨੇ, 40+ ਉਮਰ ਹੈ, ਉਹਨਾਂ ਦਾ ਪੰਜਾਬ ਦੇ ਵਿੱਚ ਇੱਕ ਸੀਰੀਅਲ ਦੀ ਸ਼ੂਟ 'ਤੇ ਉਹਦੇ ਸੈੱਟ 'ਤੇ ਇੱਕ ਐਕਟਰ ਸੂਰਜ ਸ਼ਰਮਾ ਵੱਲੋਂ ਉਹਨਾਂ ਨਾਲ ਕੀਤੀ ਬੇਹਯਾਈ ਅਤੇ ਬਦਤਮੀਜ਼ੀ ਦਾ ਹਾਲੇ ਤੱਕ ਨੋਟਿਸ ਨਹੀਂ ਲਿਆ ਗਿਆ, ਜਿਸ ਦਾ ਦੁੱਖ ਹੈ। ਉਹਨਾਂ ਨੇ ਵੱਖ-ਵੱਖ ਚੈਨਲਸ 'ਤੇ ਵੀ ਗੱਲ ਕਰ ਲਈ ਅਤੇ ਅੱਜ ਉੱਥੋਂ ਚੈਨਲਸ ਤੋਂ ਮੈਂ ਉਹਨਾਂ ਦਾ ਨਾਮ ਪੜ੍ਹ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਆਪਾਂ ਇਸ 'ਤੇ ਗੱਲ ਕਰੀਏ। ਅਤੇ ਹੁਣ ਲੋਕਾਂ ਦੀ ਸਰਕਾਰ ਹੈ, ਤੁਸੀਂ ਸੁਣਨ ਵਾਲੇ ਹੋਵੋਗੇ ਜਿਨ੍ਹਾਂ ਦੇ ਕਿਤੇ ਨਾ ਕਿਤੇ ਸੰਬੰਧ ਨੇ ਕਿਸੇ MLA ਨਾਲ, ਕਿਸੇ ਮਿਨਿਸਟਰ ਨਾਲ। ਭਗਵੰਤ ਮਾਨ ਉਹਨਾਂ ਦੇ ਨਾਲ ਵੀ ਸਿੱਧਾ ਕੰਟੈਕਟ ਇੱਥੋਂ ਕਰ ਸਕਦੇ ਹਾਂ, ਉਹਨਾਂ ਕੋਲ ਦੇ ਰਾਹੀਂ ਵੀ ਗੱਲ ਹੋਣੀ ਚਾਹੀਦੀ ਹੈ। ਜਿਹੜੀ FIR ਲੌਜ ਹੋਈ ਉਹ ਖਰੜ ਹੈ, ਅਤੇ ਖਰੜ ਦੇ ਵਿੱਚ MLA ਆ ਜਿਹੜੇ ਅਨਮੋਲ ਗਗਨ ਮਾਨ ਆ, ਜਿਹੜੇ ਆਪ ਆਰਟਿਸਟ ਨੇ। ਅੱਛਾ ਖੁਸ਼ੀ ਜੀ, ਜਦ ਤੁਹਾਡੇ ਨਾਲ ਹੋਇਆ ਉਸ ਤੋਂ ਬਾਅਦ ਫਿਰ ਤੁਸੀਂ ਵਾਕਆਊਟ ਕਰ ਗਏ, ਮੁੜ ਕੇ ਫਿਰ ਦੁਬਾਰਾ ਪ੍ਰੋਡਿਊਸਰ ਨੇ, ਡਾਇਰੈਕਟਰ ਨੇ ਅਪਰੋਚ ਕੀਤਾ ਤੁਹਾਨੂੰ? ਸਰ ਮੈਨੂੰ ਕਾਲ ਕਰਕੇ ਪੁੱਛਿਆ ਵੀ ਨਹੀਂ ਗਿਆ। ਮੈਨੂੰ ਇਹ ਦੁੱਖ ਹੈ ਕਿ ਜਦ ਮੈਂ ਉਹਨਾਂ ਨੂੰ ਕਾਲ ਕਰ ਰਹੀ ਹਾਂ ਸੈੱਟ ਤੋਂ ਕਿ ਸਰ ਇਟਸ ਅਰਜੈਂਟ, ਪਲੀਜ਼ ਪਿਕ ਮਾਈ ਕਾਲ, ਮੇਰਾ ਫੋਨ ਚੱਕੋ, ਮੇਰਾ ਕਾਲ ਨਹੀਂ ਚੱਕਿਆ ਗਿਆ। ਮੈਂ ਫਿਰ ਉਹਨਾਂ ਦੀ ਵਾਈਫ ਦਾਮਨੀ ਸ਼ੈੱਟੀ ਨੂੰ ਕਾਲ ਕੀਤਾ ਕਿ ਮੈਮ ਮੇਰਾ ਫੋਨ ਚੱਕੋ, ਬਹੁਤ ਅਰਜੈਂਟ। ਮੈਂ ਆਲਰੇਡੀ ਪਹਿਲਾਂ ਵੀ ਉਹਨਾਂ ਨੂੰ ਮੈਸੇਜ ਪਾ ਚੁੱਕੀ ਸੀ ਉਸ ਰਿਗਾਰਡਿੰਗ ਕਿ ਮੈਮ ਮੈਂ ਤੁਹਾਡੇ ਨਾਲ ਬਹੁਤ ਅਰਜੈਂਟ ਗੱਲ ਕਰਨੀ ਹੈ, ਇਸ ਦਾ ਪ੍ਰੋਬਲਮ ਹੈ। ਔਰ ਮੇਰੀ ਡਾਇਰੈਕਟਰ ਮੈਨੂੰ ਕਹਿ ਰਹੀ ਹੈ ਕਿ ਹਲੇ ਸ਼ੋਅ ਸ਼ੁਰੂ ਨਹੀਂ ਹੋਇਆ, ਤੇਰੀਆਂ ਕੰਪਲੇਂਟ ਸਟਾਰਟ ਹੋ ਗਈਆਂ। ਮੈਂ ਕਿਹਾ ਮੈਡਮ ਮੈਂ ਦੇਖੋ 16 ਅੱਜ ਕੱਲ੍ਹ ਤਾਂ ਛੋਟੇ ਬੱਚੇ ਨੂੰ ਵੀ ਸਿਖਾਇਆ ਜਾਂਦਾ ਹੈ ਗੁੱਡ ਟੱਚ ਔਰ ਬੈਡ ਟੱਚ। ਮੈਂ ਤਾਂ ਫਿਰ ਵੀ ਮੈਚਿਓਰ ਹਾਂ, ਮੈਨੂੰ ਜੇ ਕੁਝ ਫੀਲ ਹੋ ਰਿਹਾ ਮੇਰੀ ਗੱਲ ਤਾਂ ਸੁਣ ਲਓ। ਬਟ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਉਂ ਮੇਰੀ ਗੱਲ ਨਹੀਂ ਸੁਣੀ। ਮੈਂ ਬੜੇ ਪਿਆਰ ਨਾਲ ਵੀ ਸਮਝਾਇਆ ਕਿ ਮੈਮ ਮੈਨੂੰ ਅੱਛਾ ਨਹੀਂ ਲੱਗਦਾ ਹੈ ਨਾ, ਮੈਂ ਕੁਝ ਖਾਂਦੀ ਹਾਂ ਮੇਰੇ ਹੱਥੋਂ ਖੋ ਕੇ ਖਾਣ ਲੱਗ ਪੈਂਦਾ, ਮੈਨੂੰ ਪਰਸਨਲੀ ਅੱਛੀ ਚੀਜ਼ ਨਹੀਂ ਲੱਗਦੀ ਹੈ। ਔਰ ਉਹਨਾਂ ਨੇ ਕਹਿਣਾ ਸ਼ੇਅਰਿੰਗ ਇਜ਼ ਕੇਅਰਿੰਗ। ਮੈਂ ਕਿਹਾ ਓਕੇ ਬਟ ਆਈ ਡੋਂਟ ਲਾਈਕ, ਮੈਨੂੰ ਪਸੰਦ ਨਹੀਂ ਹੈ। ਮੈਂ ਆਪਣਾ ਟਿਫਿਨ ਘਰੋਂ ਬਣਾ ਕੇ ਲਿਆਉਂਦੀ ਹਾਂ, ਸਵੇਰੇ 5 ਵਜੇ ਉੱਠ ਕੇ 7 ਵਜੇ ਸ਼ੂਟ 'ਤੇ ਆਉਣਾ ਹੁੰਦਾ ਹੈ। ਔਰ ਮੈਂ ਨੀਚੇ ਸ਼ੂਟ ਕਰਕੇ ਜਦ ਲੰਚ ਟਾਈਮ ਉੱਪਰ ਜਾਂਦੀ ਹਾਂ ਤਾਂ ਦੇਖਦੀ ਹਾਂ ਮੇਰੇ ਬਾਸਕਟ 'ਚ ਮੇਰੇ ਟਿਫਿਨ ਹੀ ਨਹੀਂ ਹੈ। ਹਾਲਾਂਕਿ ਬਹੁਤ ਛੋਟੀ ਜਿਹੀ ਗੱਲ ਹੈ, ਬਟ ਜਿਸਨੂੰ ਤੁਸੀਂ ਪਸੰਦ ਨਹੀਂ ਕਰਦੇ ਸਰ, ਤੁਸੀਂ ਉਹਦੀ ਕੋਈ ਵੀ ਚੀਜ਼ ਪਸੰਦ ਨਹੀਂ ਕਰਦੇ। ਉਹ ਕਿਉਂ ਕਰੇ? ਜਦ ਮੈਨੂੰ ਤੇਰਾ ਦੇਖਣਾ, ਤੇਰਾ ਟੱਚ ਕਰਨਾ ਮੈਨੂੰ ਬਿਲਕੁਲ ਪਸੰਦ ਹੀ ਨਹੀਂ ਹੈ। ਅੱਛਾ ਤੇਰੇ ਨਾਲ ਸੈੱਟ ਤੇ ਮੇਰੀ 2-3 ਵਾਰੀ ਲੜਾਈ ਵੀ ਹੋ ਚੁੱਕੀ ਹੈ ਕਿ ਮੈਨੂੰ ਨਹੀਂ ਪਸੰਦ, ਪਲੀਜ਼ ਮੇਰੇ ਨਾਲ ਗੱਲ ਨਾ ਕਰ, ਸਿਰਫ ਸੈੱਟ ਤੇ ਮੈਂ ਤੇਰੇ ਨਾਲ ਗੱਲ ਕਰਾਂਗੀ ਜਦੋਂ ਮੇਰਾ ਕੰਮ ਹੋਏਗਾ। ਇਹ ਕਿੰਨੇ ਦਿਨ ਚੱਲਦਾ ਰਿਹਾ ਜੀ? ਇਹ ਸ਼ੂਟ ਕਿੰਨੇ ਦਿਨ ਹੁੰਦਾ ਰਿਹਾ ਤੇ ਕਿਸ ਦਿਨ ਫਿਰ ਅਖੀਰ ਅੰਤ ਹੋਇਆ? ਸਰ ਸਿਰਫ 14 ਡੇਜ਼ ਸ਼ੂਟ ਹੋਇਆ ਸੀਗਾ, ਜਿਹਦੇ ਵਿੱਚ ਇਹਦਾ ਮੇਰਾ ਮੁਸ਼ਕਿਲ ਨਾਲ 5 ਜਾਂ 6 ਦਿਨ ਇਹਦਾ ਮੇਰਾ ਕੰਮ ਰਿਹਾ ਹੋਏਗਾ, ਜਿਸ 'ਚ 5-6 ਦਿਨਾਂ 'ਚ ਮੇਰੀ 4 ਦਿਨ ਤੇ ਇਹਦੀ ਲੜਾਈ ਹੀ ਹੋਈ ਹੈ ਇਸ ਟੌਪਿਕ ਨੂੰ ਲੈ ਕੇ। ਇੱਕ ਦਿਨ ਮੈਂ ਸੈੱਟ ਤੇ ਲੇਟੀ ਹੋਈ ਸੀਗੀ ਦੁਪੱਟਾ ਲੈ ਕੇ, ਮੇਕਅਪ ਰੂਮ 'ਚ ਇਹਦਾ ਸ਼ੂਟ ਚੱਲ ਰਿਹਾ ਸੀਗਾ ਔਰ ਮੇਕਅਪ ਰੂਮ 'ਚ ਮੈਂ ਲੇਟੀ ਹਾਂ ਔਰ ਮੈਂ ਕੁਝ ਮੈਡੀਟੇਸ਼ਨ ਦਾ ਮਿਊਜ਼ਿਕ ਸੁਣ ਰਹੀ ਸੀ ਹੈਡਫੋਨ ਲਗਾ ਕੇ, ਔਰ ਮੂੰਹ ਤੇ ਮੇਰਾ ਦੁਪੱਟਾ ਸੀਗਾ। ਮਤਲਬ ਇਹ ਤਾਂ ਕੋਈ ਵੀ ਨਹੀਂ ਕਰਦਾ ਹੈ ਨਾ, ਇੰਨੀ ਬੇਸ਼ਰਮੀ ਕਿ ਮੇਰੇ ਮੂੰਹ ਤੇ ਦੁਪੱਟਾ ਲਾ ਕੇ ਕਹਿ ਰਹੇ हैं। ਉਸ ਦਿਨ ਇਹਦੀ ਮੇਰੀ ਬਹੁਤ ਜ਼ਿਆਦਾ ਮੈਨੂੰ ਸ਼ਾਊਟ ਕੀਤਾ, ਸਾਰੇ ਸੈੱਟ ਵਾਲਿਆਂ ਨੇ ਸੁਣਿਆ, ਸਭ ਯੂਨਿਟ ਨੇ ਸੁਣਿਆ, ਉੱਥੇ ਮੈਂ ਇੰਨੀ ਜ਼ੋਰ ਦੀ ਚਿੱਲਾਈਆਂ। ਸੋ ਬੇਸਿਕਲੀ ਖੁਸ਼ੀ ਕਿਤੇ ਇਹ ਪ੍ਰੈਕਟਿਸ ਤਾਂ ਨਹੀਂ ਸੀ ਬਈ ਇਵੈਂਚੁਅਲੀ ਐਮਬੈਰਸ ਕਰੀ ਜਾਓ, ਕਰੀ ਚਲੋ ਇੱਕ ਦਿਨ ਸਰੈਂਡਰ ਹੋਏਗਾ? ਕਿਤੇ ਇਹ ਸੁਨੇਹਾ ਤਾਂ ਨਹੀਂ ਇੰਡਸਟਰੀ ਦੇ ਵਿੱਚ? ਪਤਾ ਨਹੀਂ ਸਰ, ਮੈਂ ਉਹੀ ਤਾਂ ਮੈਂ ਕਹਿ ਰਹੀ ਹਾਂ, ਮੈਨੂੰ ਤਾਂ ਇਹ ਚੀਜ਼ ਕੁੜੀਆਂ ਸਰ ਲੀਡ 'ਚ ਸ਼ੋਅ ਸੀਗਾ ਮੇਰਾ, ਸਸਤੇ ਨਹੀਂ ਸਸਤੇ ਤੋਂ ਖੁਸ਼ੀਆਂ 'ਚ ਵਸਤੇ। ਲੀਡ ਦੇ ਸ਼ੋਅ ਨੂੰ ਕੌਣ ਛੱਡਦਾ ਹੈ? ਲੋਕਾਂ ਨੂੰ ਹੁੰਦਾ ਕਿ ਯਾਰ ਕੋਈ ਨਹੀਂ 2 ਸਾਲ ਕੀ ਬਾਤ ਹੈ, ਮੈਨੇਜ ਕਰ ਲੇਂਗੇ, ਕੋਈ ਨਹੀਂ। 2 ਸਾਲ ਸਰ ਮੇਰੇ ਲਈ 2 ਪਲ 2 ਘੜੀਆਂ ਕੱਢਣੀਆਂ ਔਖੀਆਂ ਹੋਣੀਆਂ ਸੀ ਉੱਥੇ। ਮੇਰਾ ਦਮ ਘੁੱਟਦਾ ਸੀਗਾ ਜਿਸ ਤਰ੍ਹਾਂ ਮੈਨੂੰ ਕੰਟੀਨਿਊ ਦੇਖਦਾ ਸੀਗਾ। ਅੱਛਾ, ਕੁੜੀਆਂ ਕੰਪਰੋਮਾਈਜ਼ ਕਰਦੀਆਂ ਹੋਣਗੀਆਂ, ਕਰਨਾ ਪੈਂਦਾ ਹੈ ਲੋਕਾਂ ਨੂੰ ਕਿ ਮੁਸ਼ਕਿਲ ਨਾਲ ਕੰਮ ਮਿਲਿਆ ਕਿ ਕਿਸੇ ਬੰਦੇ ਪਿੱਛੇ ਕਿਉਂ ਛੱਡੀਏ, ਲੀਵ ਇਟ, ਮਜ਼ਾਕ ਕਰਦਾ ਕਰੀ ਜਾਣ ਦੋ। ਬਟ ਮੈਨੂੰ ਉਹ ਚੀਜ਼ ਗਵਾਰਾ ਨਹੀਂ ਸੀ ਸਰ। ਮੈਂ ਥੀਏਟਰ ਦੀ ਸਟੂਡੈਂਟ ਹਾਂ, ਮੈਂ ਲਿਟਰੇਚਰ ਦੀ ਸਟੂਡੈਂਟ ਹਾਂ, ਮੈਂ ਜੋ ਸਿੱਖਿਆ ਪੜ੍ਹਿਆ ਉਹਦੇ ਉੱਪਰ ਹੀ ਚੱਲਾਂਗੀ, ਮੈਂ ਸਭ ਚੀਜ਼ਾਂ ਨਹੀਂ ਬਰਦਾਸ਼ਤ। ਅੱਛਾ, ਤੁਸੀਂ ਜਦ ਫਿਰ ਚੰਡੀਗੜ੍ਹ ਆਏ ਹੋਏ ਸੀ ਤੇ ਫਿਰ ਤੁਸੀਂ ਇਕੱਲੇ ਸੀ ਜਾਂ ਹਸਬੈਂਡ ਨਾਲ ਸੀ ਤੁਹਾਡੇ, ਤੇ ਘਰ 'ਚ ਡਿਸਕਸ਼ਨ ਇਹਦੀ ਕਦ ਸ਼ੁਰੂ ਹੋਈ? ਜੀ ਮੇਰੇ ਹਸਬੈਂਡ ਇਸੇ ਪ੍ਰੋਡਕਸ਼ਨ ਹਾਊਸ ਦਾ ਇਟਰਨਲ ਫਲੇਮ ਦਾ ਦੂਸਰਾ ਸ਼ੋਅ ਡਾਇਰੈਕਟ ਕਰ ਰਹੇ ਸੀ, ਖਸਮਾਂ ਨੂੰ ਖਾਣੀ।
ਜਦੋਂ ਇਹ ਮੇਰਾ ਇੰਸੀਡੈਂਟ ਹੋਇਆ, ਮੈਂ ਆਲਰੇਡੀ ਆਪਣੇ ਹਸਬੈਂਡ ਨਾਲ ਗੱਲ ਕਰ ਚੁੱਕੀ ਸੀ। ਉਹਨਾਂ ਨੇ ਇਹੀ ਕਿਹਾ ਕਿ ਅਵੋਇਡ ਕਰੋ, ਅਗਰ ਅਵੋਇਡ ਨਹੀਂ ਹੋ ਸਕਦਾ ਪ੍ਰੋਡਕਸ਼ਨ ਨੂੰ ਕੰਪਲੇਂਟ ਕਰੋ। ਪ੍ਰੋਡਕਸ਼ਨ ਨੂੰ ਸਰ, ਇਹ ਜਿਹੜਾ ਪ੍ਰੋਡਕਸ਼ਨ ਹਾਊਸ ਹੈ ਇਹ ਪਹਿਲਾਂ ਮਿਸਟਿਕ ਦੇ ਨਾਮ ਤੇ ਸੀਗਾ ਮੁੰਬਈ 'ਚ। ਇਹਨਾਂ ਦੇ ਖਿਲਾਫ 70 to 80 ਕੰਪਲੇਂਟ ਸੀਗੀਆਂ, ਜਿਸ ਕਰਕੇ ਮੁੰਬਈ ਤੋਂ ਬੈਨ ਕਰ ਦਿੱਤਾ ਗਿਆ ਐਸੋਸੀਏਸ਼ਨ ਨੇ ਕਿ ਮੁੰਬਈ 'ਚ ਇਹ ਪ੍ਰੋਡਕਸ਼ਨ ਸ਼ੂਟ ਨਹੀਂ ਕਰ ਸਕਦੀ। ਫਿਰ ਇਹਨਾਂ ਨੇ ਨਾਮ ਚੇਂਜ ਕਰਕੇ ਪੰਜਾਬ 'ਚ ਆਪਣਾ ਸੈਟਅਪ ਲਗਾਇਆ। ਪੰਜਾਬ 'ਚ ਵੀ ਮੇਰੇ ਤੋਂ ਇਲਾਵਾ ਵੀ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਨੇ ਪੁਲਿਸ ਕੰਪਲੇਂਟਸ ਦਿੱਤੀਆਂ ਹੋਈਆਂ। ਇਹ ਬਹੁਤ ਹਰਾਸ ਕਰਦੇ ਨੇ ਐਕਟਰ ਨੂੰ, ਮੈਂਟਲੀ ਵੀ ਔਰ ਫਾਈਨੈਂਸ਼ਲੀ ਵੀ। ਸੋ ਇਹ ਪ੍ਰੋਡਕਸ਼ਨ ਹਾਊਸ ਦੇ ਮਾਲਕ ਸ਼ੈਟੀ ਜੋੜਾ ਦੋਨੇ ਹੀ ਨੇ? ਰਾਜ ਸ਼ੈਟੀ, ਹਾਂਜੀ, ਹਸਬੈਂਡ ਵਾਈਫ ਰਾਜ ਸ਼ੈਟੀ, ਦਾਮਿਨੀ ਸ਼ੈਟੀ। ਸੋ ਉਹਨਾਂ ਨੇ ਹੋਰ ਕੀ ਪ੍ਰੋਡਿਊਸ ਕੀਤਾ ਜੀ ਹੁਣ ਤੱਕ? ਫਿਲਮਾਂ ਵੀ ਬਣਾਈਆਂ? ਫਿਲਮਾਂ ਦਾ ਤਾਂ ਨਹੀਂ ਸਰ, ਕ੍ਰਾਈਮ ਪੈਟਰੋਲ ਵਗੈਰਾ ਸ਼ੂਟ ਕਰਦੇ ਨੇ, ਜਾਂ ਇਹਨਾਂ ਦੇ 2 ਸੀਰੀਅਲ ਚੱਲ ਰਹੇ, ਖਸਮਾਂ ਨੂੰ ਖਾਣੀ ਔਰ ਇੱਕ ਨਵਾਂ ਸ਼ੋਅ, ਤੇ ਇੱਕ ਦੋ ਹੋਰ ਹੋਣਗੇ। ਤੇ ਤੁਸੀਂ ਇਦੋਂ ਪਹਿਲਾਂ ਇਹਨਾਂ ਨਾਲ ਕਿਤੇ ਕੰਮ ਨਹੀਂ ਕੀਤਾ ਇਸ ਪ੍ਰੋਡਕਸ਼ਨ ਹਾਊਸ ਨਾਲ? ਸਰ ਇੱਕ ਮੈਂ ਇੱਥੇ ਚੰਡੀਗੜ੍ਹ 'ਚ ਕ੍ਰਾਈਮ ਪੈਟਰੋਲ ਕੀਤਾ ਸੀਗਾ। ਉਦੋਂ ਇਹਨਾਂ ਦਾ ਪ੍ਰੋਡਕਸ਼ਨ ਦਾ ਮੈਨੂੰ ਨਹੀਂ ਸੀ ਪਤਾ ਕਿ ਇਹ ਬੈਨ ਹੈ ਮੁੰਬਈ 'ਚ, ਇੱਥੇ ਚੰਡੀਗੜ੍ਹ ਸ਼ੂਟ ਕਰ ਰਹੇ। ਅੱਛਾ, ਤੇ ਫਿਲਮਾਂ ਜਿਹੜੇ ਪਹਿਲਾ ਸਫ਼ਰ ਰਿਹਾ ਤੁਹਾਡਾ ਜਾ ਕੇ ਬੰਬੇ, ਪੰਜਾਬ ਤੋਂ ਅਗਲੇ ਸਫ਼ਰ ਦੇ ਵਿੱਚ ਬੰਬੇ ਦਾ ਜੀਵਨ ਕਿਹੋ ਜਿਹਾ ਰਿਹਾ, ਸਟਰਗਲ ਵਾਲਾ? ਸਰ ਮੁੰਬਈ 'ਚ ਤਾਂ ਦੇਖੋ ਸਟਰਗਲ ਤਾਂ ਲਾਈਫ ਟਾਈਮ ਹੀ ਰਹਿਣਾ, ਲੇਕਿਨ ਉੱਥੋਂ ਦਾ ਸਟਰਗਲ ਬੜਾ ਹੀ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ। ਤੁਸੀਂ ਕੰਮ ਜਾਂਦੇ ਹੋ, ਤੁਹਾਨੂੰ ਬਰਾਬਰ ਇੱਜ਼ਤ ਮਿਲਦੀ ਹੈ। ਆਰਟਿਸਟ, ਸਿਰਫ ਆਰਟਿਸਟ ਦੀ ਇੱਜ਼ਤ ਨਹੀਂ ਹੈ ਸਰ, ਇੱਕ ਸਪੋਟ ਵਾਲੇ ਦੀ ਵੀ ਬਹੁਤ ਇੱਜ਼ਤ ਹੈ। ਤੁਸੀਂ ਉਹ ਸਪੋਟ ਕਰਕੇ ਨਹੀਂ ਬੁਲਾ ਸਕਦੇ, ਜਿਹੜੇ ਬੁਲਾਉਂਦੇ ਨੇ ਉਹਨਾਂ ਦੀ ਆਪਣੀ ਤਰਬੀਅਤ ਹੋਏਗੀ, ਸਿੱਖਿਆ ਏਦਾਂ ਦੀ ਹੋਏਗੀ, ਬਟ ਉੱਥੇ ਇੱਕ ਸਪੋਟ ਵਾਲੇ ਦੀ ਜਿਹੜਾ ਤੁਹਾਨੂੰ ਚਾਹ ਪਾਣੀ ਵੀ ਪਿਲਾਉਂਦਾ, ਉਹਦੀ ਵੀ ਬਹੁਤ ਇੱਜ਼ਤ ਹੈ, ਮੇਰੇ ਦਿਲ 'ਚ ਸਪੈਸ਼ਲ ਇੱਜ਼ਤ ਹੈ। ਉਹ ਸਫ਼ਰ ਬੜਾ ਖੂਬਸੂਰਤ ਹੈ। ਮੈਂ ਪਛਤਾ ਵੀ ਰਹੀ ਹਾਂ ਕਿ ਮੈਨੂੰ ਇੱਥੇ ਨਹੀਂ ਸੀ ਆਉਣਾ ਚਾਹੀਦਾ। ਮੈਂ ਆਪਣਾ ਮੁੰਬਈ ਤੋਂ ਸੈਟਅਪ ਛੋੜ ਕੇ, ਇਸ ਸਰ ਮੇਰਾ ਸਭ ਤੋਂ ਵੱਡਾ ਰੀਜ਼ਨ ਸੀਗਾ ਚੰਡੀਗੜ੍ਹ ਆਉਣ ਦਾ। ਜਦ ਮੈਂ ਗਈ ਸੀ ਮੁੰਬਈ, ਮੇਰੀ ਬੱਚੀ 4-5 ਸਾਲ ਦੀ ਹੋਏਗੀ, ਔਰ ਮੈਂ ਪੈਸਾ ਨਹੀਂ ਦੇਖਿਆ, ਕੁਛ ਨਹੀਂ ਦੇਖਿਆ। ਮੈਂ ਔਰ ਮੇਰੇ ਹਸਬੈਂਡ ਨੇ ਇਹੀ ਡਿਸਕਸ ਕੀਤਾ ਕਿ ਮੈਂ 2 ਸਾਲ ਰਾਤ ਨੂੰ ਆਪਣੀ ਬੇਟੀ ਨਾਲ ਜੱਫੀ ਪਾ ਕੇ ਸੋ ਸਕਾਂਗੀ। ਮੇਰਾ ਸਭ ਤੋਂ ਵੱਡਾ ਲਾਲਚ ਇਹਨਾਂ ਦਾ ਪ੍ਰੋਡਕਸ਼ਨ ਘੱਟ ਬਜਟ 'ਚ ਮੈਂ ਜਿਹੜਾ ਸਾਈਨ ਕੀਤਾ, ਮੈਂ ਪੈਸਾ ਨਹੀਂ ਦੇਖਿਆ। ਮਸਾਂ ਤਾਂ 12 ਸਾਲ ਟਿਕ ਕੇ ਮੁੰਬਈ 'ਚ ਥੋੜਾ ਬਹੁਤ ਨਾਮ ਕਮਾਇਆ, ਕੰਮ ਕੀਤਾ, ਇੱਜ਼ਤ ਦਾ ਕੰਮ ਕੀਤਾ। ਸ਼ਾਰਟਕਟ ਬਹੁਤ ਹੈ, ਬਟ ਮੈਂ ਕਦੀ ਸ਼ਾਰਟਕਟ ਨਹੀਂ ਅਪਣਾਇਆ, ਨਾ ਹੀ ਕਦੀ ਅਪਣਾਵਾਂਗੀ, ਚਾਹੇ ਮੈਨੂੰ ਇੰਡਸਟਰੀ ਛੱਡਣੀ ਪੈ ਜਾਏ। ਅੱਛਾ, ਫਿਰ ਜਿਹੜੀ ਹੁਣ ਇਹ ਜਿਹੜੀ ਪਲੈਨਿੰਗ ਸੀ ਵੀ 2 ਸਾਲ ਜਦ ਸੀਰੀਅਲ ਚੱਲਣਾ ਸੀ, ਇਹਦੀ ਸ਼ੂਟ ਪੰਜਾਬ 'ਚ ਹੋਣੀ ਸੀ ਤੇ ਇੱਥੇ ਹੀ ਤੁਸੀਂ ਰਹਿਣਾ ਸੀ ਵਿਸਿੰਟੀ ਚਾਲੇ ਦੁਆਲੇ? ਜੀ। ਅੱਛਾ, 2 ਸਾਲ ਦਾ ਸਰ ਮੇਰਾ ਕੰਟਰੈਕਟ ਸੀਗਾ। ਅੱਛਾ, ਹੁਣ ਇਹ ਸਾਰੇ ਕੁਛ ਦੇ ਬਾਅਦ ਇਹੋ ਜਿਹੀ ਗੱਲ ਨਹੀਂ ਕਿ ਬੂਟਾ ਨਹੀਂ ਕੋਈ ਹਰਿਆ, ਇਹੋ ਜਿਹੀ ਨਹੀਂ। ਤੁਹਾਨੂੰ ਹੁਣ ਸੁਣ ਰਹੇ ਨੇ ਇੱਥੇ ਆਸਟ੍ਰੇਲੀਆ ਦੇ ਇੱਕ ਚੈਨਲ ਨੇ ਤੁਹਾਡੀ ਗੱਲ ਕੀਤੀ। ਹੁਣ ਜਿੰਨੇ ਵੀ ਮੇਰੇ ਲਿਸਨਰ ਨੇ, ਮੈਂ ਗਿਣਤੀ ਨਹੀਂ ਕਰਦਾ, ਵੱਧ ਹੁਣ ਘੱਟ ਹੁਣ ਸੁਣਦੇ ਨੇ। ਹੁਣ ਇਹਦੇ ਵਿੱਚ ਇਸ ਜਗ੍ਹਾ 'ਤੇ ਹੁਣ ਜਿੱਥੇ ਖੜ੍ਹੇ ਹੋ, ਮਹਿਸੂਸ ਕੀ ਕਰਦੇ ਹੋ? ਤੇ ਕੀ ਹੋਵੇ, ਕੀ ਜਿਹੜਾ ਮਨ ਨੂੰ ਤੁਹਾਡੇ ਹੁੰਦਾ ਵੀ ਇਹਦਾ ਹੋਣਾ ਚਾਹੀਦਾ, ਮੈਂ ਤਾਂ ਇਹ ਸਾਰਾ ਕੁਛ ਹੋਇਆ, ਇਹਦੇ ਵਿੱਚ ਚੀਜ਼ ਹੋਵੇ, ਮਨ ਕੀ ਕਹਿੰਦਾ ਤੁਹਾਡਾ? ਜੀ, ਮੇਰਾ ਮਨ ਇਹ ਕਹਿੰਦਾ ਸਰ ਕਿ ਜਿਸਨੇ ਗਲਤੀ ਕੀਤੀ ਹੈ, ਦੇਖੋ ਮੇਰੀ ਕਿਸੇ ਨਾਲ ਕੋਈ ਪਰਸਨਲ ਦੁਸ਼ਮਣੀ ਸੀਗੀ ਨਹੀਂ। ਸੂਰਜ ਸ਼ਰਮਾ ਨੂੰ ਇਸ ਤਰ੍ਹਾਂ ਤਾਂ ਹੈ ਨਹੀਂ, ਉਹਦੇ ਜਾਣਕਾਰ ਇਹ ਕਹਿੰਦੇ ਨੇ ਕਿ ਇਹ ਪੈਸੇ ਲਈ ਕਰ ਰਹੀ ਹੈ, ਫੇਮ ਲਈ ਕਰ ਰਹੀ ਹੈ। ਜੇ ਮੈਂ ਪੈਸੇ ਲਈ ਜਾਂ ਫੇਮ ਲਈ ਕਰਨਾ ਸੀਗਾ ਤਾਂ ਮੈਂ ਮੁੰਬਈ ਛੱਡ ਕੇ ਇੱਥੇ ਆ ਕੇ ਕਿਉਂ ਮੈਂ ਕੰਟਰੋਵਰਸੀ ਕ੍ਰੀਏਟ ਕਰਾਂਗੀ? ਮੈਂ ਇਹ ਚਾਹੁੰਦੀ ਹਾਂ, ਇਹਨਾਂ ਲੋਕਾਂ ਨੇ ਸਰ ਬੜੇ ਲੋਕਾਂ ਨੂੰ ਸਤਾਇਆ। ਰਾਜ ਸ਼ੈਟੀ, ਦਾਮਿਨੀ ਸ਼ੈਟੀ, ਇਸ ਪ੍ਰੋਡਕਸ਼ਨ ਹਾਊਸ ਨੇ ਬੜੀਆਂ ਬਦਦੁਆਵਾਂ ਲਿਖੀਆਂ। हर कोई आवाज मैनू सर, मैं संजय चन्ने मैसेज आते, दीदी इन्होंने मेरे साथ ऐसे किया, दीदी मैं ताडे नाल हां मैम, मैं मेरे को इन्ने स्क्रीनशॉट है मैं ले के रखे हुए जिन्होंने लोगों ने मैनू मैसेजेस किए, पर कहते असीं किसी कारण करके आवाज़ नहीं चक पाए। क्यों? क्योंकि असीं घरदियां नाल लड़ के ते स्पीड च आए हां। जे असीं आवाज़ चकांगे साडे घर दे कहणगे देखिया असीं तो पहले ही गया सी स्पीड च नहीं जाना। मैं चाहती हाँ कि राज शक्ति, दामिनी शक्ति जिन्हों ने मैनू फोन करके पूछा तक नहीं कि बेटा रात 12 बजे जे तू चिल्ला रही है, पुलिस तक की गल कर रही है, मैनू दस होया सी। उन्होंने मैनू और मेरे हसबैंड नू रातों रात जॉब से बाहर कर दिता विदाउट एनी रीजन कि मैनू एक बंदे ने सैट ते दारू पी के गंदी शब्दावली बोली,
ਮੈਨੂੰ ਕਹਿ ਰਿਹਾ ਮੈਂ ਤੇਰੀ ਕਿਸ ਲੈਣੀ ਹੈ, ਔਰ ਮੈਂ ਚਿल्लाई ਆ, ਔਰ ਡਾਇਰੈਕਟਰ ਮੈਨੂੰ ਕਹਿ ਰਹੀ ਹੈ ਜੇ ਤੂੰ ਮੂੰਹ ਖੋਲੇਂਗੀ ਤੈਨੂੰ ਸ਼ੋਅ ਚੋਂ ਕਿਕ ਆਊਟ ਕਰ ਦਾਂਗੇ। ਜੇ ਮੈਂ ਵੀ ਤੁਹਾਡੇ ਨਾਲ ਬੈਠ ਕੇ ਗਾਂਜੇ ਦਾਰੂ ਪੀਂਦੀ ਹੋਵਾਂ ਜਾਂ ਮੈਂ ਪਾਰਟੀ ਜਾਵਾਂ, ਮੂਵੀਜ਼ ਦੇਖਣ ਜਾਵਾਂ, ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ ਸਰ, ਕੋਈ ਮੁੱਦਾ ਹੀ ਨਹੀਂ ਸੀਗਾ। ਬਸ ਇਹਨਾਂ ਨੂੰ ਜੋ ਇਹਨਾਂ ਦੀ ਗਲਤੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ है। जो बहुत सारे मैंने बड़े मैसेजेस मैसेंजर आ रहे थे कि पैसे के लिए कर रही है या फेम के लिए कर रही है, मैं उन्होंने सब नूं कहना चाहांगी मैनू रब ने 2 हथ दिते है ते जिगरा दिता, मैं मेहनत करन च मैनू कोई गुरेज नहीं है, मैं लोगों के भांडे धो के अपनी बच्ची नूं पाल लांगी, मेरा आदमी बैठा मैनू 2 रोटियां खिला देगा, बट इन्हां नूं सज़ा मिलनी चाहिए सर। इदा तक किसी भी किसी ते भी जुल्म करते रहेंगे पैसे वाले, इन्होंने अपने नाम तक निकलवा ले FIR चो। ਸੋ ਸ਼ੈਟੀ ਜੋੜੇ ਦਾ ਹੁਣ ਨਾਂ ਨਹੀਂ, ਨਾ ਹੀ ਡਾਇਰੈਕਟਰ ਦਾ। ਹਾਂਜੀ, ਤੇ FIR ਦੇ ਵਿੱਚ ਹੁਣ ਕਿਹਦਾ ਨਾਂ ਨਹੀਂ, ਨਾ ਦੋਨੇ ਸ਼ੈਟੀਜ਼ ਦਾ, ਨਾ ਡਾਇਰੈਕਟਰ ਦਾ। नहीं सर, डायरेक्टर का नाम भी नहीं है और दोनों राज शेट्टी और दामिनी शेट्टी का नाम भी नहीं है, सिर्फ सूरज शर्मा का नाम सीगा, क्योंकि मेरे 2 पेजा की कंप्लेंट सी जिस में सिर्फ सूरज का पूरा बयान दिता सी ਉਹਦੇ ਬਾਰੇ, और नाल मैं इन्हां बारे भी दस्सिया सी कि मैं ऑलरेडी इन्हां नूं पिछले 1 हफ्ते तो दस रही हूँ कि मैम मैंने इस तरह प्रॉब्लम रिहर्सल च भी हुई है और इस रिगार्डिंग मैं गल करना चाहनी हाँ। उन्होंने मैसेज सीन कर लिया, ब्लू टिक आ गया, बट उन्होंने मैंने कोई रिप्लाई नहीं दिता, दोनों ने। नो ਇਹਦੇ ਤੇ ਕੋਈ ਨਾ ਕੋਈ ਲਹਿਰ ਇੱਕ ਖੜੀ ਹੋਣੀ ਚਾਹੀਦੀ ਹੈ, ਜਿੱਥੋਂ ਨੈਕਸਟ ਜਿਹੜੀ ਹੈ ਇਹ ਗੱਲ ਜਿਹੜੀ ਬਾਹਰ ਨਿਕਲਣੀ ਚਾਹੀਦੀ ਹੈ, ਇਹ ਦਬਣੀ ਨਹੀਂ ਚਾਹੀਦੀ। ਇਹ ਬਹੁਤ ਜ਼ਰੂਰੀ ਹੈ ਕਿ ਇਹਦੇ ਤੇ ਆਪਾਂ ਰਲ ਕੇ ਇਸ ਤੇ ਗੱਲ ਕੀਤੀ ਜਾਵੇ। ਇਹ ਨਹੀਂ ਹੈ ਹੁਣ ਪਤਾ ਨਹੀਂ ਕਿੰਨੀਆਂ ਹੋਣਗੀਆਂ ਖੁਸ਼ੀ ਜਿਹੜੀਆਂ ਕੁੜੀਆਂ ਬੋਲੀਆਂ ਨਹੀਂ ਹੋਣਗੀਆਂ, ਕੀ ਪਤਾ ਪਾਸਟ ਕਿਹੋ ਜਿਹਾ ਹੋਵੇ, ਤੁਹਾਡੇ ਤੱਕ ਹੁਣ ਉਹ ਗੱਲ ਕਹਿ ਰਹੀਆਂ ਨੇ ਪਰ ਅੱਗੇ ਆਉਣ ਤੋਂ ਡਰਦੀਆਂ ਨੇ, ਕਿਉਂਕਿ ਕਾਰਨ ਇੱਕ ਹੈ, ਜ਼ਿੰਦਗੀ ਮੂਹਰੇ ਆ, ਸਮਾਜ ਐਕਸੈਪਟ ਨਹੀਂ ਕਰਦਾ, ਫਿਰ ਉਹਨਾਂ ਦੀ ਅਗਲੀ ਜ਼ਿੰਦਗੀ ਦੀ ਗੱਲ। ਤੇ ਇਹ ਜਿਹੜੇ ਮੋਗਲਸ ਨੇ ਜਿਹੜੇ ਬੈਠੇ ਨੇ ਮੀਡੀਆ ਦੇ ਆਪਣੇ ਫਿਲਮਾਂ ਦੇ ਵਿੱਚ, ਵੱਡੇ ਘਰ ਨੇ ਜਿਹੜੇ ਇਹਨਾਂ ਦੇ ਵੱਡੇ ਹੱਥ ਨੇ। ਪਰ ਮੈਨੂੰ ਇਸ ਗੱਲ 'ਤੇ ਬੜਾ ਮੈਨੂੰ ਵਧੀਆ ਲੱਗਿਆ ਵੀ ਜਿਹੜੇ ਸਟਰਗਲ ਕਰਦੀਆਂ ਕੁੜੀਆਂ ਦੇ ਬਾਰੇ ਬੰਬੇ ਦੇ ਵਿੱਚ ਜਿਹੜੀ ਸੋਚਣੀ ਹੈ ਉਹਨੂੰ ਤੁਸੀਂ ਬਦਲ ਕੇ ਰੱਖਿਆ ਵੀ ਮੈਨੂੰ ਪੰਜਾਬ ਤੋਂ ਪਰੇ ਕੁਛ ਨਹੀਂ ਹੋਇਆ ਤੇ ਮੇਰੀ ਸਟੇਟ ਦੇ ਵਿੱਚ ਮੇਰੇ ਨਾਲ ਇਹ ਹੋਇਆ। हाँ सर, देखो मुंबई च देखो इन्नी इज्जत है सर, मैं जदों दा हादसा होया मैं अपनी जर्नी ही देख रही है मुंबई च अज तक। मेरा पूरा मतलब जो भी कोई गल होए तां सोशल मीडिया के जरिया होंदा है ना, आपां फटाफट सोशल मीडिया ते पाने अच्छा बुरा, पूरा तुसी खंगाल के देख लो, मेरी कदी भी कोई कंप्लेंट नहीं होगी शूटिंग दे रिगार्डिंग, क्योंकि ये लोग सर इत्थे आके ही मिसयूज करते हैं। इन्हां नूं पता है कि मुंबई च रह के सानू हर चीज फॉलो करनी पड़ेगी, हर रूल फॉलो करना पड़ेगा। इत्थे कोई पुछदा नहीं है सर, इन्हां को परमिशन तक नहीं है शूट करन दी, और हले भी बिना परमिशन तो शूट कर रहे हैं। मुंबई च ये सब नहीं है, जो इत्थे इन्ने तो इन्ने शूट है, 8 तो 8 तो इत्थे 8 तो 8 है सर, ये 16 19 घंटे काम करवाते हैं और कोई एक्स्ट्रा चार्जेस नहीं देंगे। लेकिन मुंबई च ऐसा नहीं है, उत्थे कार्ड बने हुए हैं, ये अपनी रूल्स तो इन लाइन तो क्रॉस नहीं कर सकते। उत्थे इत्थे आके उन्होंने पता है 2 पैसे देवांगे सर, पैसा अंडर टेबल पैसा जांदा बिना परमिशन तो शूट कर रहे हैं, केड़ी पुलिस रोक रही है उन्होंने, केड़ा पुलिस वाला जा रहा उत्थे। ਅੱਛਾ, ਤੇ ਜਿਹੜੀ ਤੁਹਾਡੀ ਐਕਟਿੰਗ ਦੀ ਲਾਈਫ ਹੈ ਉਹਦੇ ਵਿੱਚ ਕੋਈ ਨਾਮ ਤੁਹਾਡੀਆਂ ਕਿਰਤਾਂ ਦਾ, ਤੁਹਾਡੇ ਸੀਰੀਅਲਸ, ਕੋਈ ਫਿਲਮਾਂ ਦਾ ਜਿਹੜਾ ਆਪ ਦੱਸਣਾ ਚਾਹੋ, ਜਿਹੜੇ ਘੱਟੋ ਘੱਟ ਅਸੀਂ ਵੇਖ ਸਕੀਏ ਤੁਹਾਡੀ ਅਦਾਕਾਰੀ? जी सर, सीरियल्स किए सर मैं मुंबई च राधा कृष्ण, देवों के देव महादेव और सामदाम दंडभेद, कुछ एडवर्टाइजमेंट की ने, और नाग कन्या, और एक हुण आ रहा सी जग जननी वैष्णो देवी एडवर्टाइजमेंट महिंद्रा ली की है मैं, और एक फाइनेंस कंपनी है ਉਹਦੇ ਲਈ ਐਡ ਕੀਤੀ ਹੈ। ਥੀਏਟਰ ਤਾਂ ਸਰ ਮੈਂ ਬਹੁਤ ਕੀਤਾ ਮੁੰਬਈ 'ਚ ਵੀ, ਔਰ ਹੁਣ ਵੀ ਮੈਂ ਥੀਏਟਰ ਹੀ ਕਰ ਰਹੀ ਹਾਂ, ਟੈਗੋਰ 'ਚ ਸ਼ੋਅ ਹੈ ਮੇਰਾ। ਸੋ ਫਿਲਮਾਂ ਦੇ ਵਿੱਚ ਕੋਈ ਵੱਡੀ ਬਜਟ ਦੀ ਫਿਲਮ ਜਿਹਦੇ ਵਿੱਚ ਸ਼ੁਰੂ ਕੁਛ ਕੀਤਾ ਜਾਂ ਹਲੇ ਟੀਵੀ ਸੀਰੀਜ਼ ਨੇ ਇਹ? ਨਹੀਂ ਸਰ, ਇੱਕ ਫਿਲਮ ਸੀਗੀ ਜੈ ਹੋ ਡੈਮੋਕ੍ਰੇਸੀ, ਰਣਜੀਤ ਕਪੂਰ ਜੀ ਦੀ ਫਿਲਮ ਸੀ, ਉਹਨਾਂ ਦੁਆਰਾ ਲਿਖਿਤ ਔਰ ਨਿਰਦੇਸ਼ਿਤ। ਰਣਜੀਤ ਕਪੂਰ ਉਹਦੇ ਵਿੱਚ
ਬਹੁਤ ਵੱਡੇ ਕਲਾਕਾਰ ਸੀ, ਆदिल हुसैन, अन्नू कपूर, सतीश कौशिक, ओमपुरी साहब, सीमा बिस्वास, मुकेश तिवारी और एक आशुतोष राणा जिन्हां मैं Z5 ਦਾ ਇੱਕ ਸ਼ੋਅ ਕੀਤਾ ਸੀ ਪੁਰਸ਼, Z5 ਦੀ ਐਪਲੀਕੇਸ਼ਨ ਤੇ ਉਹ ਅਵੇਲੇਬਲ ਹੈ। करीना कपूर और अर्जुन कपूर ने फिल्म की थी सीगी कियन का। बाकी टीवी सीरियल्स तो बहुत सारे ਕੀਤੇ ਸਰ। ਬਿਲਕੁਲ, ਮੈਂ ਪੜ੍ਹ ਰਿਹਾ ਸਾਰੇ। ਅੱਛਾ, ਇਹਦੇ ਹੁਣ ਇਹਦੇ 'ਚ ਜਿਹੜਾ ਪਰਿਵਾਰ ਦੇ ਤੌਰ 'ਤੇ ਓਬਵੀਅਸਲੀ ਬੇਟੀ ਨਾਲ ਵੀ ਡਿਸਕਸ ਹੋਇਆ ਹੋਊਗਾ, ਅਤੇ ਫਿਰ ਪਰਿਵਾਰ ਕੀ ਸੋਚ ਰਿਹਾ ਵੀ ਫਰਦਰ ਅਸੀਂ ਕੀ ਕਰਨਾ? ਇੱਕ ਤਾਂ ਹੈ ਤੁਸੀਂ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਸਾਡਾ ਕਲੈਕਟਿਵਲੀ ਕੋਈ ਸਾਡੇ ਵੀ ਹੱਕ ਬਣਦੇ ਨੇ, ਸਾਡਾ ਕੁਛ ਕਰਨ ਨੂੰ ਮਨ ਕਰਦਾ, ਇਹਦੇ ਵਿੱਚ ਆਪਾਂ ਸ਼ੁਰੂ ਕਰ ਸਕਦੇ ਹਾਂ ਇਸ ਨੂੰ, ਪਰ ਪਰਿਵਾਰ ਦੇ ਵਿੱਚੋਂ ਇਸ ਮੁਸ਼ਕਿਲ ਦੇ ਵਿੱਚੋਂ ਲੰਘ ਕੇ ਪਰਿਵਾਰ ਦੇ ਤੌਰ 'ਤੇ ਕੀ ਮਹਿਸੂਸ ਕੀਤਾ ਜਾਂ ਸਾਰਿਆਂ ਨੇ ਬੈਠ ਕੇ ਇਹਦੇ ਬਾਰੇ ਗੱਲ ਕੀਤੀ? ਮੇਰੇ ਘਰਦਿਆਂ ਨੂੰ ਇੰਨਾ ਤਾਂ ਮਾਂ ਬਾਪ ਤੋਂ ਵੱਧ ਕੇ ਮੇਰੇ ਫਾਦਰ ਨਹੀਂ ਹੈ। ਮੇਰੇ ਫਾਦਰ ਕੁਝ ਮਹੀਨੇ ਪਹਿਲਾਂ ਐਕਸਪਾਇਰ ਹੋ ਗਏ। ਮੇਰੇ ਫਾਦਰ ਜਿੱਥੇ ਹੁੰਦੇ ਮੇਰਾ ਹੌਸਲਾ 10 ਗੁਣਾ ਜ਼ਿਆਦਾ ਹੋਣਾ ਸੀ ਸਰ, ਲੇਕਿਨ ਉਸਦੀ ਮੇਰੇ ਪਾਪਾ ਦੀ ਕਮੀ ਮੇਰੀ ਬੇਟੀ ਨੇ ਪੂਰੀ ਕੀਤੀ ਹੈ। ਜੋ ਮੈਨੂੰ ਮੇਰੇ ਪਾਪਾ ਤੋਂ ਉਮੀਦ ਸੀ ਇਹ ਕਹਿਣਗੇ, ਮੇਰੀ ਬੇਟੀ ਮੈਨੂੰ ਕਹਿੰਦੀ मम्मा प्राउड ऑफ यू, आपने जो किया है बिल्कुल सही किया है, अब पीछे मत हटना। मैंने आपसे यही चीज सीखी है, ना गलत सहन करना, ना किसी के साथ गलत करना है। ਇਹ ਮੇਰੀ ਬੱਚੀ ਦੀ ਬਰਡਿੰਗ ਹੈ। ਮੇਰੇ ਘਰਦਿਆਂ ਨੂੰ, ਮੇਰੇ 3 ਬ੍ਰਦਰ ਨੇ, ਇੱਕ ਮੇਰਾ ਬ੍ਰਦਰ ਦੁਬਈ ਸੈਟਲ ਹੈ, 2 ਮੇਰੇ ਬ੍ਰਦਰ ਇੱਥੇ ਹੈ, ਮੇਰੀ ਮਦਰ ਹੈ। ਉਹਨਾਂ ਦਾ ਪੂਰਾ ਸਾਥ ਹੈ। ਉਹਨਾਂ ਨੂੰ ਪਤਾ ਹੈ ਕਿ ਮੇਰਾ ਬੱਚਾ ਕਿਹੜੇ ਹਾਲਾਤ ਚੋਂ ਨਿਕਲ ਕੇ ਕਿੱਥੇ ਤੱਕ ਪਹੁੰਚਿਆ ਹੈ। ਸੋ ਮੈਂ ਇੱਕ ਹੋਰ ਦੱਸਣਾ ਚਾਹਾਂਗੀ, ਮੈਂ PTC ਨਾਲ ਕਾਫੀ ਪ੍ਰੋਜੈਕਟ ਕੀਤੇ ਹੈ, PTC ਅਵਾਰਡ ਨਾਲ ਵੀ ਸਨਮਾਨਿਤ ਹਾਂ। ਅੱਛੇ ਐਕਟਰਸ ਔਰ ਅੱਛੇ ਡਾਇਰੈਕਟਰਸ ਨਾਲ ਮੈਂ ਕੰਮ ਕੀਤਾ ਹੈ PTC ਨਾਲ, 4-5 ਫਿਲਮਾਂ ਕਰ ਚੁੱਕੀ ਹਾਂ ਉਹਨਾਂ ਨਾਲ। तो मेरे घर दे मैनू जानते हैं मेरा स्ट्रगल कि मैं बड़ी खुददार लड़की हाँ, मैं गलत चीज का कभी साथ नहीं देता। औखे रस्ते चो लंघना मैनू ज्यादा सुखन लगता है रादर दैन मैं गलत रस्ते ते ईजी जान नालों मैनू ये ज्यादा शुरू तो ही सर औकड़ा रही है। जो कल्ले चलदे मैं तुहानू जिवें दस्सिया कि मैं सिंगल पेरेंट सीगी, रीमैरिज तां मैं हुण कीती है कुछ साल पहला, 3.5 साल पहला रीमैरिज ਕੀਤੀ ਹੈ ਮੈਂ ਜੀ। ਸੋ ਇੰਨਾ ਲੰਬਾ ਸਫ਼ਰ ਕੱਢਿਆ ਮੈਂ ਸਰ, ਕਦੀ ਇਸ ਤਰ੍ਹਾਂ ਦੀ ਕਦੀ ਕੋਈ ਪ੍ਰੋਬਲਮ ਨਹੀਂ ਆਈ। ਬਟ ਹੁਣ ਇਸ ਏਜ 'ਚ ਆ ਕੇ ਦੇਖੋ ਏਦਾਂ ਦੀਆਂ ਟਿੱਪਣੀਆਂ ਸੁਣਨ ਨੂੰ ਮਿਲਣਗੀਆਂ, ਬੜਾ ਦੁੱਖ ਲੱਗਦਾ ਹੈ। ਫਿਰ ਲੋਕੀ ਤਾਂ ਹੀ ਕਹਿੰਦੇ ਆ ਇੰਡਸਟਰੀ ਅੱਛੀ ਨਹੀਂ ਹੈ। ਇੰਡਸਟਰੀ ਤਾਂ ਅੱਛੀ ਹੈ, ਏਦਾਂ ਦੇ ਲੋਕਾਂ ਨੇ ਖਰਾਬ ਕੀਤਾ ਹੋਇਆ। ਇੰਡਸਟਰੀ ਤਾਂ ਬਹੁਤ ਖੂਬਸੂਰਤ ਹੈ, ਬੜੀ ਸੇਫ ਹੈ। ਖੁਸ਼ੀ, ਧੰਨਵਾਦ। ਤੁਸੀਂ ਪਹਿਲੀ ਤਾਂ ਗੱਲ, ਜਿਵੇਂ ਤੁਹਾਨੂੰ ਮੈਂ ਮੈਸੇਜ 'ਚ ਵੀ ਕਿਹਾ ਸੀ, ਵੱਡਾ ਜਿਗਰਾ ਚਾਹੀਦਾ, ਜੇਰਾ ਚਾਹੀਦਾ। ਤੁਸੀਂ ਅੱਗੇ ਨਿਕਲ ਕੇ ਆਏ ਹੋ। ਸਾਰਾ ਕੁਝ ਹਰ ਇੱਕ ਇਨਸਾਨ ਚਾਹੁੰਦਾ ਅਸੀਂ ਪਰਦੇਸੀ ਹੋਇਆ, ਚੰਗੀ ਜ਼ਿੰਦਗੀ ਪੈਸੇ ਧੇਲੇ ਲਈ, ਪਰ ਪੈਸੇ ਧੇਲੇ ਨੂੰ ਕਮਾਉਣ ਦੀ ਇੱਕ ਕੀਮਤ ਹੈ, ਮਨੁੱਖਤਾ ਇੱਕ ਆ, ਅਤੇ ਆਪਣੀ ਜ਼ਿੰਦਗੀ, ਆਪਣੀਆਂ ਕਦਰਾਂ ਕੀਮਤਾਂ ਨੇ। ਤੁਸੀਂ ਆਪਣੇ ਪਰਿਵਾਰ ਦਾ, ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਇਸ ਚੜ੍ਹਦੀ ਕਲਾ 'ਚ ਅੱਗੇ ਆ ਕੇ, ਅਤੇ ਇਸ ਗੋਰਖ ਧੰਦੇ ਨੂੰ ਉਜਾਗਰ ਕੀਤਾ। ਅਤੇ ਇਹਦੇ ਵਿੱਚ ਬਹੁਤ ਕੁਝ ਹੈ, ਮੈਨੂੰ ਪਤਾ ਹੈ, ਜਿਹੜੀਆਂ ਬਹੁਤ ਹੋਣਗੀਆਂ ਜਿਹੜੀਆਂ ਕੁੜੀਆਂ ਨੇ ਦੀਆਂ ਸੱਧਰਾਂ ਨੇ ਦਮ ਤੋੜਤਾ, ਬਾਹਰ ਨਹੀਂ ਆਈਆਂ। ਅਤੇ ਮੀ ਟੂ ਦੀ ਮੂਵਮੈਂਟ ਇੱਥੇ ਵੀ ਚੱਲਣੀ ਚਾਹੀਦੀ ਹੈ ਇਸ ਇੰਡਸਟਰੀ ਦੇ ਵਿੱਚ। ਜਿਵੇਂ ਹਾਲੀਵੁੱਡ ਦੇ ਵੱਡੇ ਡਾਇਰੈਕਟਰ ਖਤਮ ਕਰ ਦਿੱਤੇ, ਅਤੇ ਵੱਡਿਆਂ ਨੇ, ਅਰਬਾਂ ਪਤੀਆਂ ਨੇ ਜੇਲ੍ਹਾਂ ਦੇ ਵਿੱਚ ਫਾਹੇ ਲੈ ਲਏ, ਨਿਊਯਾਰਕ ਦੇ ਵਿੱਚ ਐਪਸਟੀਨ ਵਰਗਿਆਂ ਨੇ। ਅਤੇ ਇਹ ਸਮਾਂ ਆ ਜਾਂਦਾ ਜੀ ਜਿਸ ਦਿਨ ਫਿਰ ਸ਼ੇਰ ਆਉਂਦਾ, ਫਿਰ ਪਿੰਡ ਵਾਲੇ ਛਡਾਉਣ ਨਹੀਂ ਆਉਂਦੇ। ਤੁਸੀਂ ਚੜ੍ਹਦੀ ਕਲਾ 'ਚ ਰਹਿਣਾ ਹੈ, ਕੰਟੈਕਟ ਤੁਹਾਡੇ ਕੋਲ ਹੈ, ਸਟੇ ਇਨ ਟੱਚ, ਅਤੇ ਆਪਾਂ ਵੀ ਵਿਲ ਟੇਕ ਦਿਸ ਟੂ ਦਾ ਨੈਕਸਟ ਲੈਵਲ। ਆਪਾਂ ਰਲ ਕੇ ਇਸ ਮੁਹਿੰਮ ਦੇ ਲਈ ਵਧੀਆ ਕੋਸ਼ਿਸ਼ ਕਰਾਂਗੇ ਕਿ ਕਦੇ ਵੀ ਕਿਸੇ ਨਾਲ, ਸਾਡੀ ਪੰਜਾਬ ਦੀ ਧੀ ਦੇ ਨਾਲ ਕਿਤੇ ਸੈੱਟ 'ਤੇ ਕਿਸੇ, ਜਦ ਉਹ ਇੱਕ ਅਦਾਕਾਰਾ ਹੈ, ਉਹਦੇ ਨਾਲ ਧੱਕਾ ਨਾ ਹੋਵੇ। ਧੰਨਵਾਦ ਤੁਹਾਡੇ ਸਮੇਂ ਲਈ ਜੀ। ਥੈਂਕ ਯੂ ਸੋ ਮਚ। ਮੈਂ ਗੱਲ ਕਹਿਣਾ ਚਾਹੁੰਦੀ ਹਾਂ। ਹਾਂਜੀ, ਗੱਲ ਇਹ ਕਿ ਸਰ ਜਿਸ ਤਰ੍ਹਾਂ ਆਰਟਿਸਟ ਆਪਾਂ ਹੈ ਨਾ, ਸਪੈਸ਼ਲੀ ਫੀਮੇਲ ਲੜਕੀਆਂ, ਔਰਤਾਂ, ਕੋਈ ਵੀ ਹੈ ਸਰ, ਸਾਨੂੰ ਸਿਰਫ ਲੋਕੇਸ਼ਨ ਭੇਜੀ ਜਾਂਦੀ ਹੈ, ਫਲਾਨੀ ਲੋਕੇਸ਼ਨ ਤੇ ਆ ਜਾਓ, ਰਾਤ ਦਾ ਸ਼ੂਟ ਹੈ, ਜੰਗਲਾਂ 'ਚ ਸ਼ੂਟ ਹੁੰਦੇ ਆ। ਮੈਂ ਇੱਕ ਇਹ ਵੀ ਡਿਮਾਂਡ ਕਰਨਾ ਚਾਹਾਂਗੀ ਤੁਹਾਡੇ ਥਰੂ ਜਾਂ ਕਿਸੇ ਤਰੀਕੇ ਵੀ ਇਸ ਸਰਕਾਰੀ ਮਹਿਕਮੇ ਤੱਕ ਜਾਂ ਮੁਲਾਜ਼ਮ ਪੁਲਿਸ ਡਿਪਾਰਟਮੈਂਟ ਤੱਕ ਪਹੁੰਚੇ ਕਿ ਜਦੋਂ ਕਿਤੇ ਵੀ ਨਾਈਟ ਸ਼ੂਟ ਹੁੰਦਾ ਹੈ, ਪ੍ਰੋਡਕਸ਼ਨ ਹਾਊਸਿਸ ਨੂੰ ਕੰਪਲਸਰੀ ਕੀਤਾ ਜਾਵੇ, ਅਗਰ ਤੁਸੀਂ ਨਾਈਟ ਸ਼ੂਟ ਰੱਖ ਰਹੇ ਹੋ ਕਿਤੇ ਬਾਹਰ, ਸ਼ਹਿਰੋਂ ਬਾਹਰ, ਤਾਂ ਤੁਸੀਂ ਉੱਥੇ ਇੱਕ ਪੁਲਿਸ ਦਾ ਬੰਦਾ ਉੱਥੇ ਅਪੁਆਇੰਟ ਕਰੋ।
ਜਿਸ ਤਰ੍ਹਾਂ ਮੇਰੇ ਨਾਲ ਹੋਇਆ ਸਰ, ਜੇ ਕਿਤੇ ਬਹੁਤ ਦੂਰ ਆਊਟਡੋਰ ਕਿਤੇ ਜੰਗਲਾਂ 'ਚ ਖੇਤਾਂ 'ਚ ਸ਼ੂਟ ਹੋਵੇ, ਕੁਛ ਮਿਸ ਹੈਪਨਿੰਗ ਹੋ ਜਾਏ, ਕੌਣ ਜ਼ਿੰਮੇਦਾਰ ਹੈ? ਕੋਈ ਵੀ ਨਹੀਂ। ਧੰਨਵਾਦ। ਬਸ ਮੈਂ ਹੀ ਕਹਿਣਾ ਚਾਹਾਂਗੀ, ਥੈਂਕ ਯੂ ਸੋ ਮਚ। ਸ਼ੁਭ ਸ਼ਾਮਾਂ, ਚੜ੍ਹਦੀ ਕਲਾ 'ਚ ਰਹਿਣਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਖੁਸ਼ੀ ਰਾਜਪੂਤ ਗੱਲ ਕਰ ਰਹੇ ਸੀ। ਖੁਸ਼ੀ ਰਾਜਪੂਤ ਨੇ ਸੋਸ਼ਲ ਮੀਡੀਆ ਵਿੱਚ ਆ ਕੇ ਦੱਸਿਆ ਵੀ ਕਿਸ ਤਰ੍ਹਾਂ ਉਸ ਨਾਲ ਸੂਰਜ ਸ਼ਰਮੇ ਨੇ ਬਦਮਗਜ਼ੀ ਕੀਤੀ ਪਹਿਲੇ ਦਿਨੋਂ, ਕਿਵੇਂ ਉਹਨੂੰ ਟੱਚ ਕਰਦਾ ਰਿਹਾ ਤੇ ਅਖੀਰ ਅੰਤ ਹੋ ਗਿਆ ਫਿਰ। ਤੇ ਉਸ ਨੂੰ ਪ੍ਰੋਡਕਸ਼ਨ ਹਾਊਸ ਦੇ ਮਾਲਕ ਸ਼ੈਟੀ ਜੋੜਾ ਬਚਾ ਰਿਹਾ, ਤੇ ਨਾਲ ਹੀ ਡਾਇਰੈਕਟਰ ਆ ਜਿਹੜੀ ਉਹ ਵੀ ਕੁੜੀ ਹੈ, ਉਹ ਉਹਨੂੰ ਕਹਿੰਦੇ ਚੁੱਪ ਕਰ, ਤੂੰ ਕਿਹੜੇ ਬੰਬੇ ਚੋਂ ਆਈ ਹੈ। ਖੁਸ਼ੀ ਰਾਜਪੂਤ ਦੀ ਤੁਸੀਂ ਗੱਲ ਸੁਣ ਕੇ ਹਟੇ ਹੋ ਜੀ। ਧਾਲੀਵਾਲ ਸਾਹਿਬ ਏਅਰ ਤੇ ਹੋ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ ਹਰਜੀਤ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਪਹਿਲਾਂ ਤਾਂ ਸਾਰੀ ਜਗਤ ਨੂੰ ਅੱਜ ਵਿਸਾਖੀ ਦੀਆਂ ਤੇ ਖਾਲਸੇ ਦੇ ਜਨਮ ਦਿਨ ਦੀਆਂ ਵੀ ਬਹੁਤ ਬਹੁਤ ਵਧਾਈਆਂ ਜੀ। 1999 ਚ ਅਸੀਂ ਗਏ ਸੀਗੇ ਜੀ ਅਨੰਦਪੁਰ ਸਾਹਿਬ, ਜਦੋਂ 300 ਸਾਲਾ ਸੀ। ਅੱਛਾ ਜੀ। ਅਸਲੀ ਵਿਸਾਖੀ ਵਾਲੇ ਦਿਨ ਉੱਥੇ ਜਾਵੇ ਫਿਰ ਜ਼ਿਆਦਾ ਕੁਛ ਦੇਖਣ ਵਾਲਾ ਹੁੰਦਾ ਪ੍ਰੋਗਰਾਮ। ਤੇ ਜਦੋਂ ਰਾਤ ਨੂੰ ਪੈ ਗਏ ਕਿ ਨਾ 12 ਕੁ ਵਜੇ ਜੀ ਦਰਸ਼ਨ ਮੇਲਾ ਕਰਕੇ, ਤੇ ਜਾਣੀ ਇਹੀ ਮਨ ਚ ਦਿਮਾਗ ਚ ਆਈ ਜਾਵੇ ਵੀ ਜਦੋਂ ਇਹ ਅਨੰਦਪੁਰ ਸਾਹਿਬ ਵਿਸਾਖੀ ਦੇ ਉੱਤੇ ਅੰਮ੍ਰਿਤ ਛਕਾਇਆ ਖਾਲਸਿਆਂ ਨੂੰ, ਬਈ ਕਿਹੇ ਜਾ ਉਦੋਂ ਮੌਕਾ ਹੋਊ, ਫਿਰ ਲੜਾਈਆਂ ਹੋਈਆਂ। ਤੇ ਉੱਥੇ ਮਹਿਸੂਸ ਆ ਜਦੋਂ ਹੁੰਦਾ ਕਿ ਨਾ ਹਰਜੀਤ ਸਿੰਘ, ਬਈ ਉਦੋਂ ਐਂ ਹੁੰਦਾ ਬਈ ਇੱਥੋਂ ਜੱਜ ਹੀ ਨਾ, ਇੱਥੋਂ ਜੱਜ ਹੀ ਨਾ, ਘਰ ਬਾਰ ਛੱਡ ਦਿਓ ਸਾਰਾ। ਬਈ ਜਦੋਂ ਉਹਨਾਂ ਨੇ ਕਿੱਡਾ ਇੱਥੇ ਵਧੀਆ ਪ੍ਰੋਗਰਾਮ ਸੀਗਾ ਸਾਰਾ, ਤੇ ਛੱਡ ਕੇ ਤੁਰ ਗਏ। ਤੇ ਵਿਸਾਖੀ ਵਾਲੇ ਦਿਨ ਮੈਂ ਕਹਿੰਦਾ ਦਰਸ਼ਨ ਮੇਲਾ ਕਰੇ, ਕੁਦਰਤੀ ਸਾਡਾ ਸਬੱਬ ਬਣ ਗਿਆ। ਉਦੋਂ ਉੱਥੇ ਸੀਗੇ ਆਪਣੇ ਪੰਜਾਬ 'ਚ ਹੀ ਸੀ, ਉਸ ਤੋਂ ਬਾਅਦ ਅਸੀਂ ਇੱਧਰ ਆਏ ਆ। ਅੱਛਾ ਜੀ। ਤੇ ਬਹੁਤ ਗੁਰੂਆਂ ਦੀ ਦੇਣ ਆ ਜੀ, ਹੁਣ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ। ਬਾਕੀ ਜਿਹੜੀ ਮੈਂ ਹੁਣ ਆ ਬੇਟੀ ਦੀ ਗੱਲ ਸੁਣੀ ਆ, ਇਹ ਵੀ ਮੈਨੂੰ ਕਾਫੀ ਮਹਿਸੂਸ ਹੋਇਆ ਵੀ ਆਪਣੇ ਪਹਿਰਾ ਕੋਈ ਵੀ ਨਹੀਂ ਦਿੰਦਾ ਇਹਦੇ ਤੇ। ਪੁਰਾਣੇ ਜਿਵੇਂ ਗੁਰੂਆਂ ਨੇ ਦੱਸਿਆ, ਪੁਰਾਣੇ ਬੰਦੇ ਦਾ ਪਹਿਰਾ ਦੇਣ, ਪੁਰਾਣੇ ਵੀ ਪਿੱਛੇ ਹਟ ਗਏ। ਤੇ ਬਹੁਤ ਗਲਤ ਗੱਲ ਹੋਈ ਜੀ, ਇਹ ਗੱਲ ਬਹੁਤ ਮਾੜੀ ਆ। ਤੇ ਮੈਂ ਕਈ ਵਾਰੀ ਤੁਹਾਨੂੰ ਸਿਉਂ ਵੀ ਕਹਿ ਦਿੰਦਾ, ਤੇ ਉਹ ਮੈਨੂੰ ਨਹੀਂ ਕੋਈ ਨਾ ਤੁਸੀਂ ਵੱਡੇ ਹੋ, ਇਸ ਤਰ੍ਹਾਂ ਹੀ ਬੋਲਦੇ ਆਪਾਂ ਪਿੰਡਾਂ 'ਚ, ਇਸ ਤਰ੍ਹਾਂ ਪਿੰਡਾਂ 'ਚ ਇਹੋ ਹੀ ਬੋਲਦੇ ਆ। ਤੁਹਾਡਾ ਵੀ ਸਤਿਕਾਰ ਬਹੁਤ ਜੀ, ਨਾਲ ਕਹਿਣਾ ਮੇਰੇ ਮੂੰਹ ਚੜਿਆ ਹੋਇਆ। ਨਾ ਮੈਨੂੰ ਵਧੀਆ ਲੱਗਦਾ ਇਸ ਤਰ੍ਹਾਂ ਵੱਡੇ ਕਹਿੰਦੇ ਆ ਪਿੰਡਾਂ 'ਚ ਆਪਣੇ। ਠੀਕ ਹੈ, ਬਹੁਤ ਧੰਨਵਾਦ ਜੀ ਹਰਜੀਤ ਸਿੰਘ ਜੀ, ਤੇ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ। ਧੰਨਵਾਦ ਜੀ, ਧੰਨਵਾਦ। ਇਹੀ ਜਿਸ ਤਰ੍ਹਾਂ ਦੇ ਹੈ ਉਸ ਤਰ੍ਹਾਂ ਦੀ ਬਣ ਕੇ ਰਹਿਣਾ, ਇਹੀ ਵਧੀਆ ਹੈ। ਸੋ ਇਹ ਹੁਣ ਗੱਲ ਇਹਦੀ ਖੁਸ਼ੀ ਨੇ ਮੋਸਟਲੀ 3-4 TV ਚੈਨਲਾਂ ਤੇ ਕੀਤੀ ਬਾਹਰਲਿਆਂ ਤੇ ਹੀ ਆ, ਉੱਥੇ ਲੋਕਲ ਨੇ ਹਾਲੇ ਤੱਕ ਹੱਥ ਨਹੀਂ ਪਾਇਆ। ਇੱਥੇ ਹੱਥ ਨੇ ਬਹਿ ਤਾਂ ਜਾਂਦੇ ਨੇ, ਮੁੰਡੇ ਤੇ ਕੁੜੀਆਂ ਇਕੱਠੇ ਹੋ ਕੇ ਇਹ ਕਰਾਂਗੇ ਉਹ ਕਰਾਂਗੇ, ਹੱਕ ਦੇਵਾਂਗੇ, ਸੱਚ ਦੇਵਾਂਗੇ। ਖੁਸ਼ੀ ਰਾਜਪੂਤ ਦੀ ਇੰਟਰਵਿਊ ਨਹੀਂ ਕੀਤੀ, ਨਹੀਂ ਗੇੜਾ ਨਹੀਂ ਪੈਣ ਦਿੰਦੇ। ਸੰਘਾ ਵੇਖ ਲਓ ਕਿੰਨਾ ਛੇਤੀ ਲੱਭਿਆ, ਜਦ ਕੌਂ ਉਹ ਵੇਖ ਲਓ ਬਹੁਤ ਛੇਤੀ ਲੱਭਿਆ, ਕਿਉਂਕਿ ਵਿਕਣਾ ਸੀ ਨਾ। ਹੁਣ ਖੁਸ਼ੀ ਰਾਜਪੂਤ ਨੂੰ ਤਾਂ ਨਹੀਂ ਗੱਲ ਕਰਦੇ ਵੀ ਕਿਤੇ ਦੇਖਿਓ ਕਿਤੇ ਗਰਮੀ ਘਰ ਨੂੰ ਨਾ ਆ ਜਾਏ, ਪਰ ਜੇਰਾ ਵੇਖੋ ਵਿਆਹ ਇੱਕ ਪਹਿਲਾਂ ਟੁੱਟ ਚੁੱਕਿਆ ਹੋਵੇ, ਪਹਿਲੇ ਵਿਆਹ ਦੀ ਧੀ ਹੋਵੇ, ਦੂਜਾ ਵਿਆਹ 3.5 ਸਾਲ ਪਹਿਲਾਂ ਹੋਵੇ, ਤੇ ਕਿਵੇਂ ਫਿਰ ਕਰੇਜ ਦੇਖੋ, ਸਾਹਸ ਕਿੱਡਾ। ਇਹ ਜਿਹੜਾ ਨਾ PTC ਵਾਲਾ ਵੀ ਉੱਥੇ ਜਿਹੜਾ ਕੰਮ ਚੱਲ ਰਿਹਾ ਉਹਦੇ 'ਚੋਂ ਗੱਲ ਨਿਕਲਣੀ ਆ ਕੋਈ, ਉਹ ਜੇ ਦੱਬ ਨਾ ਹੋਵੇ। ਪੈਸਾ ਬਹੁਤ ਜ਼ੋਰ ਕਰ ਜਾਂਦਾ। ਹੁਣ ਤੁਸੀਂ ਇਹ ਦੇਖੋ ਵੀ SHO ਦੀ ਜ਼ਰੂਰਤ ਕੀ ਹੋਈ, ਵੀ ਤੁਸੀਂ ਲੋਕਲ MLA ਤੁਹਾਡੀ ਹੋਵੇ ਜਿਹੜੀ ਆਰਟਿਸਟ ਹੋਵੇ, ਤੇ SHO ਨੇ 4 ਦੇ ਵਿੱਚੋਂ 9-3 ਦੇ ਕੱਢਤੇ। ਅਮਰਜੀਤ ਸਿੰਘ ਸੰਧੂ ਜੀ, ਲਾਈਨ ਨੰਬਰ 2। ਹਾਂਜੀ ਸਰਦਾਰ ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਪਹਿਲਾਂ ਤਾਂ ਵਿਸਾਖੀ ਦੀਆਂ ਜੀ ਤੁਹਾਨੂੰ ਤੇ ਸਾਰੇ ਜਗਤ ਨੂੰ ਵਧਾਈਆਂ ਜੀ। ਜੀ ਸਾਰਿਆਂ ਨੂੰ ਜੀ। ਦੇਖੋ ਗੱਲ ਦੇ ਵਿੱਚ ਜੋ ਸੁਣਿਆ ਹੈਗਾ ਵੀ ਜੇਕਰ ਮੈਂ ਇਹ ਜਿਹੜੇ ਓਨਰ ਨੇ ਉਹਨਾਂ ਨੂੰ ਜ਼ਿਆਦਾ ਕਸੂਰਵਾਰ ਸਮਝਦਾ, ਦੇਖੋ ਜੇਕਰ ਉਹ ਗੱਲ ਕਰ ਲਈ ਜਾਂਦੀ ਉੱਥੇ, ਤੇ ਮੇਰਾ ਖਿਆਲ ਜਾਂ ਤਾਂ ਉਹ ਸਿਆਣੇ ਨਹੀਂ ਗਏ ਵੀ ਸੰਸਾਰ ਦੇ ਵਿੱਚ ਗੱਲ ਜਾਏਗੀ ਤੇ ਉੱਥੇ ਹੀ ਗੱਲ ਠੱਪ ਹੋ ਜਾਂਦੀ, ਜੀ ਉਹਨੂੰ ਸਮਝਾ ਦਿੱਤਾ ਜਾਂਦਾ ਤਾਂ। ਪਰ
ਜੇ ਜਦੋਂ ਉਹਨੂੰ ਵੀ ਇਸ਼ਾਰੇ ਮਿਲਦੇ ਸਨ ਤਾਂ ਉਹਨੂੰ ਵੀ ਹਟ ਜਾਣਾ ਚਾਹੀਦਾ ਸੀ। ਮੈਂ ਇਹ ਕਹਾਂਗਾ ਵੀ ਇੱਥੇ ਜਿਹੜੀ ਓਨਰ ਨੇ ਉਹਨਾਂ ਦੀ ਸ਼ਹਿ ਹੈਗੀ ਆ ਤੇ ਉਹਨਾਂ ਦੀ ਸ਼ਹਿ ਦੇ ਨਾਲ ਹੀ ਜੋ ਕੁਝ ਹੋ ਰਿਹਾ, ਤੇ ਮੇਰਾ ਖਿਆਲ ਕਿ ਉਹਦੇ ਨਾਲ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਇੱਕ ਗੱਲਬਾਤ ਆਏਗੀ ਤੇ ਇੱਕ ਉਹਨਾਂ ਦਾ ਹੋ ਸਕਦਾ ਕਿ ਜੋ ਕੁਝ ਠੱਪ ਹੋ ਜੇ। ਸੋ ਇਹ ਗੱਲ ਉਹਨਾਂ ਤੇ ਮੈਂ ਤਾਂ ਜ਼ਿਆਦਾ ਕਹਾਂਗਾ ਵੀ ਉਹਨਾਂ ਦਾ ਵੱਧ ਤੋਂ ਵੱਧ ਕਸੂਰ ਹੈ, ਕਿਉਂਕਿ ਉਸ ਦੀ ਗੱਲ ਨੂੰ ਸੁਣਨ ਦੇ ਵਿੱਚ ਉਹਨਾਂ ਨੇ ਬਿਲਕੁਲ ਕੁਤਾਹੀ ਕੀਤੀ ਕਿ ਉਹਨੂੰ ਨੇੜੇ ਗੱਲ ਹੀ ਨਹੀਂ ਕੀਤੀ। ਸੋ ਉਸ ਤੋਂ ਬਾਅਦ ਦੇਖੋ ਇਹ ਜਿਹੜੀਆਂ ਚੀਜ਼ਾਂ ਫਿਰ ਉਹਨਾਂ ਨੂੰ ਮੇਰਾ ਖਿਆਲ ਗੱਲ ਹੋਈ ਹੈ ਚੰਡੀਗੜ੍ਹ 'ਚ ਹੀ ਆਪਣੇ ਖਰੜ ਜੀ, ਖਰੜ ਦੇ ਵਿੱਚ ਮੋਹਾਲੀ ਦੇ ਸੈੱਟ ਸੀ, ਮੋਹਾਲੀ 'ਚ ਹੋਈ ਸੀ। ਦੂਜੀ ਗੱਲ ਹੈ ਵੀ ਦੇਖੋ ਸਾਬ ਪੰਜਾਬ ਦੇ ਲੋਕ ਤੇ ਅਸੀਂ ਤੇ ਦੇਖੋ ਉਹਨਾਂ ਦੇ ਨਾਲ ਖੜੇ ਹੈਗੇ ਆ, ਪਰ ਉਹਨਾਂ ਨੂੰ ਇਹ ਹੌਸਲਾ ਰੱਖਣਾ ਚਾਹੀਦਾ ਵੀ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਇੱਥੋਂ ਦੇ ਲੋਕ, ਪਰ ਚਲੋ ਉਹਨਾਂ ਦੇ ਆਪਣੇ ਬੰਦੇ ਸਨ, ਪਰ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜੀ। ਥੈਂਕ ਯੂ, ਧੰਨਵਾਦ ਜੀ। ਸਰ ਕੁਲਦੀਪ ਸਿੰਘ, ਲਾਈਨ ਨੰਬਰ 1। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਸਿੱਧੂ ਬੋਲ ਰਹੇ ਜੀ। ਜੀ ਸਿੱਧੂ ਸਾਹਿਬ, ਕੀ ਹਾਲ ਚਾਲ? ਚੜ੍ਹਦੀ ਕਲਾ? ਹਾਂਜੀ, ਗੁਰੂ ਕਿਰਪਾ ਜੀ। ਸਰ ਜੀ, ਇਹ ਤੇ ਤੁਸੀਂ ਇਹ ਤੇ ਇੰਡਸਟਰੀ ਦੇ ਵਿੱਚ ਇੰਨਾ ਕੁਝ ਚੱਲਦਾ ਕਿ ਐਕਚੁਅਲੀ ਨਾ ਸਾਡਾ ਵੀ ਕਸੂਰ ਆ। ਅਸੀਂ ਕਈ ਵਾਰੀ ਨਾ ਲੋਕਾਂ ਨੂੰ ਐਵੇਂ ਸਿਰ ਤੇ ਚੱਕ ਲੈਂਦੇ ਆ। ਹਜੇ ਤੁਸੀਂ ਇਹ ਗੱਲਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ ਉੱਠਣਗੀਆਂ ਵੈਰੀ ਸੂਨ। ਜੋ ਉੱਥੇ ਐਕਸਪਲਾਇਟੇਸ਼ਨ ਹੋ ਰਹੀ ਹੈ ਨਾ, ਤੇ ਜਿਨ੍ਹਾਂ ਨੂੰ ਅਸੀਂ ਸੋ ਕਾਲਡ ਵੱਡੇ ਵੱਡੇ ਸਟਾਰ ਵੀ ਕਹਿ ਦਿੰਦੇ ਆ, ਕਈ ਵਾਰੀ ਬਾਹਲੀ ਜ਼ਿਆਦਾ ਉਹ ਜਿਵੇਂ ਪੂੰਛ ਨਹੀਂ ਲਾਉਂਦੇ ਹੁੰਦੇ ਐਂ ਲਾ ਦਿੰਦੇ ਆ, ਪਰ ਉਹਨਾਂ ਦੇ ਕਿਰਦਾਰ ਬੜੇ ਨਿਚਲੇ ਪੱਧਰ ਦੇ ਨੇ। ਇਹ ਬੜੀ ਛੇਤੀ ਤੁਸੀਂ ਦੇਖੋਗੇ, ਕਿਉਂਕਿ ਜਿਵੇਂ ਜਿਵੇਂ ਉੱਥੇ ਤੇ ਬਹੁਤ ਜ਼ਿਆਦਾ ਜੀ ਇਹ ਕੰਮ। ਇਹ ਟੁੱਟੂਗਾ ਜੀ, ਹੁਣ ਇਹ ਟੁੱਟੂ ਕਾਰਡ ਪਾਰਟ 2 ਇੱਕ ਵਾਰ ਤੁਸੀਂ ਦੇਖਿਓ। 100% ਹੋਊਗਾ ਜੀ, 100% ਹੋਊਗਾ। ਤੇ ਫਿਰ ਲੋਕਾਂ ਨੂੰ ਸ਼ਰਮ ਆਊਗੀ ਵੀ ਅਸੀਂ ਇਹਨਾਂ ਲੋਕਾਂ ਨੂੰ ਉੱਪਰ ਚੱਕਿਆ ਸੀ। ਅਸੀਂ ਨਾ ਪਤਾ ਨਹੀਂ ਕਿਉਂ ਸ਼ਾਰਟ ਟਰਮ ਦੇ ਲਈ ਨਾ ਇੰਨੇ ਜਾਂ ਤਾਂ ਭਾਵੁਕਤਾ ਕਹਿ ਲਓ, ਜਾਂ ਪਤਾ ਨਹੀਂ I don't know what ਸ਼ਬਦ I can use, ਕੀ ਮੈਂ ਯੂਜ਼ ਕਰ ਸਕਦਾ ਉਹਦੇ ਲਈ, ਹੈ ਨਾ। ਪਰ ਇੱਕੋ ਲਾਗਤ ਬਹਾ ਦੇ ਵਿੱਚ ਜਾ ਕੇ ਨਾ ਜੀ ਅਸੀਂ ਕਈ ਵਾਰੀ ਸੋਚਦੇ ਨਹੀਂ ਵੀ ਕਿਰਦਾਰ ਕੀ ਆ, ਕਿੱਥੇ ਚੀਜ਼ ਖੜੀ ਆ। ਕਿਰਦਾਰ ਨਾਂ ਦੀ ਇਹਨੂੰ ਮਤਲਬ ਕਿ ਡੂੰਘੀ ਸੋਚ ਨਹੀਂ ਰੱਖਦੇ ਅਸੀਂ ਵੀ ਇਸ ਬੰਦੇ ਦਾ ਕਿਰਦਾਰ ਕੀ ਆ, ਤੇ ਵੈਸੇ ਹੀ ਹਵਾ 'ਚ ਹੀ ਚੱਕ ਦਿੰਦੇ ਆ, ਮੈਂਟਰੀ ਲਾਉਂਦੇ ਆ ਕੰਮ ਚੱਕਣ ਨੂੰ। ਬਿਲਕੁਲ ਠੀਕ ਹੈ ਯਾਰ, ਰੱਬ ਭਲੀ ਕਰੇ ਜੀ। ਥੈਂਕ ਯੂ ਸਿੱਧੂ ਸਾਹਿਬ, ਥੈਂਕ ਯੂ। ਥੈਂਕ ਯੂ। ਕੋਸਟਲ ਪੈਸੀਫਿਕ ਐਕਸਪ੍ਰੈਸ ਨੂੰ ਜੀ ਓਨਰ ਆਪਰੇਟਰ ਚਾਹੀਦੇ ਨੇ $2.25 ਮਾਈਲ ਦੇ, ਟੀਮ ਨੂੰ $1.5 ਮਾਈਲ ਦੇ ਸਿੰਗਲ ਨੂੰ, ਤੇ 12,000 ਦਾ ਸਾਈਨਿੰਗ ਬੋਨਸ, 1000 ਜਿਹੜਾ ਵਿਰਬਾ ਪਾਵੇ, ਰੈਫਰਲ ਕਹਿੰਦੇ ਨੇ ਉਹਨੂੰ। ਰਣਜੀਤਾ ਦੱਤਾ, ਇੱਥੇ ਵੀ ਰੈਫਰਲ ਬਹੁਤ ਚੱਲਦਾ। ਸੁਣਾਉਣਾ ਰੈਫਰਲ ਦੀ ਗੱਲ ਤੁਹਾਨੂੰ ਅਗਲੇ ਹਿੱਸੇ 'ਚ। ਜਸਿੰਟਾ ਦਿਓਲ 604 358 8455। ਦੇਖੋ ਮੈਂ ਬੇਨਤੀ ਕਰਾਂ ਨਾ, ਸਾਡੇ 'ਚ ਇੱਕ ਚੀਜ਼ ਘਰ ਕਰ ਗਈ, ਕੰਨਾਂ ਪਾ ਗਈ ਕਿ ਚੱਲ ਯਾਰ ਅਸੀਂ ਕੀ ਲੈਣਾ। ਮੇਰੀ ਸੁਣ ਲਿਓ ਗੱਲ, ਇਹ ਰੇਡੀਓ ਚੱਲਦੇ ਰਹਿਣੇ ਨੇ, ਹੋਸਟ ਆਉਂਦੇ ਰਹਿਣੇ ਨੇ, ਅਸੀਂ ਤੁਰ ਜਾਣਾ, ਕਿਸੇ ਨੇ ਹੋਰ ਆ ਜਾਣਾ ਇਸੀ ਚੀਜ਼ 'ਤੇ। ਜਦ ਪਹਿਰਾ ਦੇਣ ਦੀ ਗੱਲ ਤੁਹਾਨੂੰ ਬੇਨਤੀ ਕਰਦੇ ਆ, ਪਹਿਰਾ ਦੇ ਦਿਆ ਕਰੋ। ਹੱਥੋਂ ਗੱਲ ਜਦ ਨਿਕਲ ਗਈ ਮੁੜ ਕੇ ਹੱਥ 'ਚ ਨਹੀਂ ਆਉਣੀ। ਜਦ ਨਾ ਤੁਹਾਨੂੰ ਇਹ ਲੱਗਦਾ ਵੀ ਅਸੀਂ ਕੀ ਲੈਣਾ, ਇਹ ਸਾਡਾ ਕੀ ਆ, ਲੋਕ ਵੀ ਇਹ ਫਿਰਦੇ ਹੀ ਨੇ, ਤੈਂ ਕੀ ਲੈਣਾ। ਇੱਥੇ ਕੋਈ ਪੋਲੀਟੀਸ਼ੀਅਨ ਆ ਜਾਵੇ, ਕੋਈ ਭ੍ਰਿਸ਼ਟ ਆ ਜਾਵੇ, ਕੋਈ ਠੱਗੀਆਂ ਮਾਰ ਲਵੇ, ਕੋਈ ਧੱਕੇ ਨਾਲ ਡਿਵੈਲਪ ਕਰਾ ਜਾਏ, ਕੋਈ ਇੱਧਰੋਂ ਕਰਾ ਜਾਏ, ਕੋਈ ਉੱਧਰੋਂ ਕਰਾ ਜਾਵੇ, ਸਰਕਾਰੀ ਜਾਇਦਾਦਾਂ ਵਿਕ ਜਾਣ, ਡਰੱਗ ਵਿਕੀ ਜਾਵੇ, ਡਰੱਗ ਕੋਈ ਲਈ ਜਾਵੇ, ਗੋਲੀਆਂ ਚੱਲੀ ਜਾਣ। ਅਸੀਂ ਕੀ ਲੈਣਾ, ਅਸੀਂ ਕੀ ਲੈਣਾ। ਜੇ ਸੋਚੋਗੇ ਤਾਂ ਅਗਲੀ ਪੀੜ੍ਹੀ ਦਾ ਕੀ ਕਰੋਗੇ ਤੁਸੀਂ? ਜਿੱਦਣ ਮੁਲਾਂਕਣ ਕਰਨਗੇ ਬੈਠ ਕੇ, ਉਹ ਕੀ ਸਾਡੇ ਲਈ ਸੋਚਣਗੇ? ਜਿਵੇਂ ਤੁਸੀਂ ਮੁਲਾਂਕਣ ਕਰਦੇ ਆ ਨਾ ਬਈ ਮੋਢਿਆਂ 'ਤੇ ਗੇਲੀਆਂ ਢੋ ਕੇ 100 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਕਿਵੇਂ ਬਣਾਇਆ। ਐਬਸਫੋਰਡ ਦੇ ਵਿੱਚ ਉਸ ਨਿਸ਼ਾਨ ਸਾਹਿਬ ਦੀ ਲਾਈਟ ਵੇਖ ਕੇ ਬਾਰਡਰ ਟੱਪਦੇ ਲੋਕ ਕਿਵੇਂ ਆਉਂਦੇ ਸੀ। ਤੇ ਉਹ ਜੇ ਗੁਰੂ ਘਰਾਂ ਦੇ ਵਿੱਚ ਜਾਂ ਬੇਨਿਯਮੀ ਕੋਈ ਹੋਵੇ, ਜਾਂ ਕਿਤੇ ਵੀ ਧਾਰਮਿਕ ਸਥਾਨ 'ਤੇ ਬੇਨਿਯਮੀ ਹੋਵੇ, ਤੇ ਅਸੀਂ ਕਹੀਏ ਅਸੀਂ ਕੀ ਲੈਣਾ। ਇਸ ਤਰ੍ਹਾਂ ਨਹੀਂ ਹੈ। ਅੱਗੇ ਤੁਰੇ ਬੰਦੇ ਕਿੰਨਾ ਕੁ ਚਿਰ ਤੁਰਨਗੇ, ਟੁੱਟ ਜਾਂਦਾ ਅਗਲਾ, ਕਹਿੰਦਾ ਯਾਰ ਮੈਂ ਕੀ ਲੈਣਾ। ਇਹ ਅਕਸਰ ਗੱਲ ਚੱਲਦੀ ਹੈ ਸਾਡੇ ਇਕੱਠ 'ਚ, ਦੋਸਤਾਂ 'ਚ। ਜੋ ਕੋਈ ਇਕੱਲਾ ਗੱਲ ਕਰਨ ਵਾਲਾ, ਉਹਦੇ ਮਿੱਤਰ ਪਿਆਰਾ ਪਰਿਵਾਰ ਕੋ ਯਾਰ ਤੂੰ ਵੱਡ ਫਾਹਾ, ਤੈਂ ਠੇਕਾ ਲਿਆ ਲੋਕਾਂ ਦਾ, ਕਿਉਂ ਲੈਂਦੇ ਹੋ ਤੁਸੀਂ ਫਾਹੇ, ਬਾਕੀ ਜਿੱਥੇ ਫਿਰਦਾ ਉੱਥੇ ਤੂੰ ਫਿਰ। ਇਸ ਤਰ੍ਹਾਂ ਨਹੀਂ ਯਾਰ ਹੁੰਦਾ, ਇਸ ਤਰ੍ਹਾਂ ਨਾ ਕਰੀਏ ਆਪਾਂ। ਇਹ ਜਿਹੜਾ ਨਾ ਵੀ ਅਸੀਂ ਕੀ ਲੈਣਾ, ਇਹ ਸਾਨੂੰ ਬਰਬਾਦ ਕਰੂਗਾ। ਇਹ ਚਲੋ ਮੈਂ ਖੁਸ਼ੀ ਰਾਜਪੂਤ ਦੀ ਨਹੀਂ ਗੱਲ ਕਰ ਰਿਹਾ, ਤੁਸੀਂ ਆਲੇ ਦੁਆਲੇ ਇੱਥੇ ਵੇਖੋ,
ਵੀ ਜਿੱਥੇ ਬੇਨਿਯਮੀ ਹੁੰਦੀ ਆ ਅਸੀਂ ਖੜਦੇ ਹਾਂ। ਕੁਛ ਹੋਈ ਚੱਲੇ, ਤੁਹਾਡੀ ਮਿਊਨਸਿਪੈਲਿਟੀ 'ਚ ਕੁਛ ਹੋ ਜਾਵੇ, ਤੁਹਾਡੀ ਸਰਕਾਰ 'ਚ ਹੋ ਜਾਵੇ, ਤੁਹਾਡੀ ਫੈਡਰਲ ਸਰਕਾਰ 'ਚ ਹੋ ਜਾਵੇ, ਉਹ ਕਹਿੰਦਾ ਮੈਂ MP ਦੇ ਖਿਲਾਫ ਨਹੀਂ ਬੋਲਣਾ, ਮੈਨੂੰ ਚਿੱਠੀ ਮਿਲ ਗਈ, ਮੈਂ ਭੂਆ ਦਾ ਪੁੱਤ ਲੈ ਆਇਆ ਆਪਣਾ, ਮੈਂ ਕੀ ਕਰਨਾ ਠੇਕਾ ਤੇ, ਕੱਲ੍ਹ ਨੂੰ ਜਦ ਤੈਨੂੰ ਪੰਗਾ ਪੈਣਾ ਤੇਰੇ ਨਾਲ ਕਿਹਨੇ ਖੜਨਾ, ਕੇਸ ਪਊ ਤੇਰੇ ਨਾਲ ਕਿਹਨੇ ਖੜਨਾ, ਕਿਉਂਕਿ ਅਸੀਂ ਇਹ ਚੀਜ਼ਾਂ ਸੈੱਟ ਕਰ ਦਿੱਤੀਆਂ, ਅਸੀਂ ਖੜਦੇ ਨਹੀਂ ਹੈ। ਵਰਿੰਦਰ ਸਿੰਘ ਜੀ ਵੰਗੜ ਸਾਹਿਬ, ਤੁਸੀਂ ਏਅਰ ਤੇ ਹੋ। ਹਾਂਜੀ ਭਾਜੀ, ਸਭ ਤੋਂ ਪਹਿਲਾਂ ਤਾਂ ਖਾਲਸਾ ਸਾਲਾਂ ਦੇ ਹਫ਼ਤੇ ਵਿਸਾਖੀ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਲੱਖ ਲੱਖ ਵਧਾਈ ਵੰਗੜ ਸਾਹਿਬ। ਹਾਂਜੀ, ਤਾਂ ਦੂਜਾ ਅੱਜ ਆਪਣੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਵੀ ਜਨਮ ਦਿਨ ਆ, ਉਹਨਾਂ ਦੇ ਵੀ ਸਭ ਨੂੰ ਵਧਾਈ ਜੀ। ਜੀ ਤੁਹਾਨੂੰ ਵੀ ਬਹੁਤ ਬਹੁਤ। ਤੇ ਜਿਹੜੀ ਆ ਗੱਲ ਆਪਾਂ ਕਰਦੇ ਹਾਂ, ਸਪੈਸ਼ਲੀ ਵਿਸਾਖੀ ਦੇ, ਆਪਾਂ ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਾਂ, ਬਹੁਤ ਵਧੀਆ ਗੱਲ ਆ। ਪਰ ਸੁਨੇਹਾ ਕੀ ਆ? ਹਾਂਜੀ, ਜਿਹੜਾ ਸੁਨੇਹਾ ਬਰਾਬਰਤਾ ਦਾ ਜਾਂ ਸਾਰਾ ਕੁਝ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਸੀ ਖਾਲਸਾ ਜੀ, ਉਹਦੇ ਉੱਤੇ ਪਹਿਰਾ ਦੇਣ ਦੀ ਲੋੜ ਆ, ਸਭ ਤੋਂ ਵੱਡੀ ਗੱਲ। ਬਿਲਕੁਲ। ਦੂਸਰੀ ਗੱਲ ਜਿਹੜੀ ਤੁਸੀਂ ਹੁਣੇ ਹੀ ਕੀਤੀ ਗੱਲ, ਤੁਸੀਂ ਅਕਸਰ ਕਰਦੇ ਆ ਕਿ ਕੋਈ ਬੋਲਦਾ ਨਹੀਂ, ਇਹ ਬਹੁਤ ਵਧੀਆ ਗੱਲ ਆ। ਮੇਰੇ ਵੀ ਰਾਤੀ ਇੱਕ ਧਿਆਨ 'ਚ ਗੱਲ ਆਈ ਆ, ਜਿਹੜੇ ਇੱਥੇ ਆਪਣੇ ਆਪ ਨੂੰ ਮਿਲੀਅਨਰ ਕਹਾਉਂਦੇ ਆ, ਉਹ ਸਟੂਡੈਂਟ ਆ ਜਿਹਦਾ ਲਹੂ ਪੀਂਦੇ। ਰਾਤੀ ਇੱਕ ਕੇਸ ਮੇਰੇ ਸਾਹਮਣੇ ਆਇਆ ਜੀ, ਪੀਂਦੇ, ਬਿਲਕੁਲ। ਉਹਦਾ $70,000 ਜੀ ਇਹ ਰਗੜ ਗਏ ਆ, ਤਾਂ ਉਹਦਾ ਇਸ ਵੇਲੇ ਕੁਛ ਨਹੀਂ ਫੜਾ ਰਿਹਾ ਲੜ ਪੱਲੇ। ਉਹ ਰਾਤੀ ਬਿੱਲ ਕਦੇ ਸੀ ਫੈਮਿਲੀ ਮੇਰੇ ਕੋਲ। ਹਾਂਜੀ, ਸੋ ਇਹ ਜੋ ਕੁਛ ਆਪਾਂ ਵਿਸਾਖੀ ਦੇ, ਮੈਂ ਕਹਿੰਦਾ ਜਿਹੜੇ ਐਕੀ ਨਗਰ ਕੀਰਤਨ ਨਹੀਂ ਹੈਗਾ, ਜਦੋਂ ਨਗਰ ਕੀਰਤਨ ਹੁੰਦਾ ਤਾਂ 128 ਦੇ ਲਾਗੇ ਆਪਾਂ ਨੂੰ ਲੰਗਰ ਲਾਉਣ ਦੇ ਲਈ, ਸਟਾਲ ਲਾਉਣ ਦੇ ਲਈ ਜਗ੍ਹਾ ਨਹੀਂ ਲੱਭ ਰਹੀ। ਹੈਲੋ ਜੀ ਜੀ, ਹਾਂਜੀ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਆਪਣੇ ਬਿਜ਼ਨਸ ਵਾਲੇ ਭਰਾਵਾਂ ਨੂੰ, ਜਿਹੜੇ ਵੀ ਸਟੂਡੈਂਟਾਂ ਨਾਲ ਜਾਂ ਹੋਰ ਜਿਹੜੇ ਵਰਕ ਪਰਮਿਟ ਦੇ ਆਉਂਦੇ ਆ, ਉਹ ਵੀ ਸਾਰੇ ਆਪਣੇ ਆ ਗਏ ਆ, ਕੱਲ ਉਹਨੇ ਵੀ ਪੱਕੇ ਹੋ ਜਾਣਾ, ਰਹਿਣਾ ਆਪਾਂ ਇੱਥੇ ਹੀ ਆ ਸਾਰਿਆਂ ਨੇ। ਇਹ ਬੜਾ ਮੁਸ਼ਕਲ ਹੁੰਦਾ ਇੱਕ ਦੂਜੇ ਦੇ ਸਾਹਮਣੇ ਆਉਣਾ। ਮੈਂ ਬੇਨਤੀ ਕਰਦਾ ਵਿਸਾਖੀ ਦੇ ਸ਼ੁਭ ਅਵਸਰ ਤੇ ਵੀ ਇਹ ਚੀਜ਼ ਨੂੰ ਵਿਚਾਰੋ, ਥੋੜਾ ਜਿਹਾ ਸੁਧਾਰ ਲਓ। ਪੈਸਾ ਬਥੇਰਾ ਬਣਾ ਲਿਆ, ਕਿਸੇ ਦਾ ਇਨਸਾਨੀਅਤ ਨੂੰ ਇਨਸਾਨੀਅਤ ਵੀ ਜਾਣੋ ਪਲੀਜ਼। ਸੋ ਇਹ ਸਭ ਨੂੰ ਵੱਡਾ ਸੁਨੇਹਾ ਵਿਸਾਖੀ ਦੇ ਨਾਲ ਦੇਣਾ ਚਾਹੂੰਗਾ ਜੀ। ਥੈਂਕ ਯੂ। ਧੰਨਵਾਦ ਜੀ ਮੰਗੜ ਸਾਹਿਬ। ਸ਼ਾਹ ਅਮਰਜੀਤ ਸਿੰਘ, ਲਾਈਨ ਨੰਬਰ 1। ਹਾਂਜੀ, ਸਤਿ ਸ੍ਰੀ ਅਕਾਲ ਗਿਲ ਸਾਹਿਬ ਜੀ। ਸਤਿ ਸ੍ਰੀ ਅਕਾਲ। ਤੁਹਾਨੂੰ ਖਾਲਸਾ ਦਿਵਸ ਦੀਆਂ ਜਨਮਦਿਨ ਦੀਆਂ ਬਹੁਤ 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 ਵਧਾਈਆਂ ਜੀ, ਸਾਜਨਾ ਦਿਵਸ ਦੀਆਂ, ਪ੍ਰਗਟ ਦਿਵਸ ਦੀਆਂ ਜੀ। ਬਿਲਕੁਲ। ਦੇਖੋ, ਤੁਹਾਨੂੰ ਮੈਂ ਜੀ ਇੱਕ ਗੱਲ ਕਹਿਣੀ, ਤੁਸੀਂ ਤੁਹਾਡੀ ਗੱਲ ਚੋਂ ਗੱਲ ਫੜੀ ਹੈ ਮੈਂ। ਤੁਸੀਂ ਕਹਿੰਦੇ ਕੋਈ ਜਿਲੇ ਧੱਕਾ ਹੁੰਦਾ ਕਿਸੇ ਦੇ ਨਾਲ ਨਾ, ਅਸੀਂ ਕਹਿੰਦੇ ਅਸੀਂ ਕੀ ਲੈਣਾ। ਨਹੀਂ, ਇਹ 60-70 ਸਾਲ ਪੰਜਾਬ 'ਚ ਤਾਂ ਬਹੁਤ ਕੁਛ ਹੁੰਦਾ ਰਿਹਾ, ਇੰਡੀਆ 'ਚ ਬਹੁਤ ਕੁਛ ਹੁੰਦਾ, ਹੱਲੇ ਵੀ ਹੋਈ ਜਾਂਦਾ ਆ। ਲੇਕਿਨ ਜੇ ਆਪਾਂ ਇਹ ਫਰੇਜ਼ ਨੂੰ ਚੇਂਜ ਕਰੀਏ ਨਾ ਵੀ ਅਸੀਂ ਕੀ ਦੇਣਾ, ਫਿਰ ਸ਼ਾਇਦ ਕੁਛ ਬਣ ਸਕੇ। ਕਿਉਂਕਿ ਜਿਲੇ ਕੋਈ ਕਿਸੇ ਦਾ ਧੱਕਾ ਹੁੰਦਾ ਤਾਂ ਸਗੋਂ ਸਾਡਾ ਕੀ ਫਰਜ਼ ਬਣਦਾ ਹੈ, ਤੇ ਅਸੀਂ ਕੀ ਕਰਨਾ ਸਾਨੂੰ ਚਾਹੀਦਾ, ਚੁੱਪ ਕਰਕੇ ਬਹਿ ਕੇ ਨਹੀਂ ਸਾਡਾ ਸਾਡਾ ਅਸੀਂ ਕੀ ਦੇਣਾ, ਇਹ ਸੋਚ ਲਈਏ ਆਪਾਂ, ਤਾਂ ਫਿਰ ਸ਼ਾਇਦ ਕੰਮ ਥੋੜਾ ਸੁਧਰ ਸਕਦਾ। ਥੈਂਕ ਯੂ ਗਿਲ ਸਾਹਿਬ। ਧੰਨਵਾਦ ਜੀ, ਬਹੁਤ ਬਹੁਤ। ਕੈਪੀਟਲ ਟਾਇਲ ਤੇ ਸਟੋਨ ਵਾਲਿਆਂ ਨੇ ਇਹ ਗੱਲ ਦੱਸੀ ਕਿ ਉਹਨਾਂ ਨੂੰ ਵਰਕਰਾਂ ਦੀ ਜ਼ਰੂਰਤ ਹੈ, ਕਾਮਿਆਂ ਦੀ ਜ਼ਰੂਰਤ ਹੈ। $21 ਘੰਟੇ ਦੀ ਤਨਖਾਹ, ਬਹੁਤ ਮਸ਼ਹੂਰ ਜਿਹੜੀ ਟਾਈਲਾਂ ਦੀ ਤੇ ਸਟੋਨਸ ਦੀ, ਬਹੁਤ ਘਰਾਂ ਲਈ ਪੱਥਰ ਤੁਸੀਂ ਲੈਣੇ ਨੇ ਤੇ ਟਾਈਲਾਂ ਲੈਣੀਆਂ ਨੇ, ਬਹੁਤ ਵੱਡੀ ਇਹਨਾਂ ਕੋਲ ਵੈਰਾਈਟੀ ਹੈ। 604 598 1610, ਯੂਨਿਟ 115 83 81 128 ਸਟਰੀਟ, ਕੈਪੀਟਲ ਟਾਈਲ ਐਂਡ ਸਟੋਨਸ। ਸਟਾਰ ਹਰਨੇਕ ਸਿੰਘ ਸਹੋਤਾ ਜੀ, ਲਾਈਨ ਨੰਬਰ 2। ਹੈਲੋ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਹਾਂਜੀ, ਤੁਸੀਂ ਜਿਹੜੀ ਇੱਕ ਗੱਲ ਕਹੀ ਹੈ ਅਸੀਂ ਕੀ ਲੈਣਾ, ਹਨਾ, ਮੈਂ ਤੁਹਾਨੂੰ ਇਹਦੀ ਗੱਲ ਚੋਂ ਗੱਲ ਦੱਸਦਾ। ਮੈਂ ਹੁਣ ਮੀਡੀਆ ਤੇ ਆਉਣਾ, ਜਦ ਹੋਸਟ ਕਹਿੰਦਾ ਵੀ ਜਿਹੜੀ ਗੱਲ ਮੈਂ ਕਹਿੰਦਾ ਇਹ ਤੇ ਜੱਜ ਕਰੋ, ਤੁਸੀਂ ਹੋਰ ਕੋਈ ਕਹਿ ਹੀ ਨਹੀਂ ਸਕਦੇ, ਅਗਲੇ ਨੇ ਇਹ ਕਹਿਣਾ ਅਸੀਂ ਕੀ ਲੈਣਾ। ਉਹਦੇ ਲਈ ਤੁਹਾਡਾ CEO ਕੋ ਇਹ ਵੀ ਚਾਹੀਦਾ ਉਹ ਦੇਖੇ ਤੇ ਪ੍ਰੋਗਰਾਮ ਟਾਕ ਸ਼ੋ ਕਿਤੇ ਹੋ ਰਿਹਾ, ਵੀ ਬੰਦੇ ਦੀ ਗੱਲ ਵੀ ਸੁਣੀ ਜਾ ਰਹੀ ਆ, ਜਾਂ ਜੇ ਕੋਈ ਕਰਨੀ ਚਾਹੁੰਦਾ ਤਾਂ ਉਹਦਾ ਰਾਈਟ ਤੇ ਗੱਲ ਕਰਨੀ ਚਾਹੁੰਦਾ, ਲਾਈਨ ਕੱਟ ਦਿੱਤੀ ਜਾਂਦੀ, ਉਹਦੇ ਕੋਲ ਨਹੀਂ ਸੁਣੀ ਜਾਂਦੀ। ਇਹ ਵੀ ਆਪਣੇ ਨੋਟਸ ਲਿਆਓ ਆਪਣੇ CEO ਦੇ ਜੋ ਵੀ ਰੇਡੀਓ ਤੋਂ। ਬਿਲਕੁਲ ਠੀਕ ਹੈ। ਉਸ ਵੇਲੇ ਕਹਿੰਦੇ ਨਹੀਂ ਜੀ, ਜੋ ਮੈਂ ਕਹਿੰਦਾ ਮੇਰੀ ਸੁਣੋ। ਜੇ ਅਸੀਂ ਜਿਨ੍ਹਾਂ ਨੇ ਪਹਿਰਾ ਦੇਣਾ, ਜੇ ਅਸੀਂ ਇਸ ਤਰ੍ਹਾਂ ਕੁਛ ਕਰਾਂਗੇ, ਜੇ ਅਸੀਂ ਪਹਿਰਾ ਦੇਣ ਵਾਲੇ ਕਰਾਂਗੇ, ਤਾਂ ਫਿਰ ਤੁਸੀਂ ਇਸ ਤਰ੍ਹਾਂ ਹੀ ਸੋਚੋਗੇ ਜਿਵੇਂ ਤੁਸੀਂ ਸੋਚਦੇ ਹੋ। ਠੀਕ ਹੈ ਗੱਲ। ਸਰ ਜਸਵੀਰ ਸਿੰਘ ਜੀ, ਲਾਈਨ ਨੰਬਰ 4। ਧੰਨਵਾਦ ਸਰਦਾਰ ਬਹਾਦਰ, ਸਮੇਂ ਦੇਣ ਲਈ ਮਿਹਰਬਾਨੀ। ਅਕਾਲ ਦੀ ਮੌਤ ਚੋਂ ਪ੍ਰਗਟੇ ਖਾਲਸੇ ਦੀਆਂ ਵਧਾਈਆਂ ਤੇ ਅਕਾਲ ਦੇ ਸਾਰੇ ਫਰਜ਼ੰਦਾਂ ਨੂੰ। ਜਿਹੜਾ ਤੁਸੀਂ ਵਿਸ਼ਾ ਬਾਅਦ ਚ ਲਿਆਂਦਾ ਹੈ, ਉਹ ਬੇਸਿਕਲੀ ਇਸ ਜਿਹੜਾ ਪਵਿੱਤਰ ਦਿਹਾੜਾ ਜਿਹੜਾ ਇਹਦੇ ਆਲੇ ਦੁਆਲੇ, ਇਹਦੇ ਵਿੱਚ ਤਾਂ ਬਹੁਤ ਵੱਡਾ ਸੁਨੇਹਾ ਹੈ। ਅਸੀਂ ਇਹਦੀ ਮਨੌਤ ਨੂੰ ਮੰਨਦੇ ਹਾਂ ਔਰ ਇਹਨੂੰ ਸਿਜਦਾ ਵੀ ਕਰਦੇ ਹਾਂ। ਆਇਆ ਸਾਨੂੰ ਇਸ ਜਿਹੜਾ ਇਹ ਵਰਤਾਰਾ ਵਰਤਿਆ ਸੀ, ਉਹਦੇ ਬਾਰੇ ਕਦੇ ਅਸੀਂ ਆਪਣੇ ਤੌਰ ਤੇ ਜਾਂ ਪਰਿਵਾਰਕ ਤੌਰ ਤੇ ਜਾਂ ਦੋਸਤਾਂ ਮਿੱਤਰਾਂ 'ਚ ਬਹਿ ਕੇ ਕਦੇ ਵਿਚਾਰ ਕਰਨ ਦੀ
ਕੋਸ਼ਿਸ਼ ਆਰੰਭੀ ਹੈ ਵੀ ਇਹ ਵਰਤਾਰਾ ਵਰਤਿਆ ਕਿਉਂ ਸੀ। ਇਹ ਵਰਤਾਰਾ ਇਸੇ ਕਰਕੇ ਵਰਤਿਆ ਸੀ ਨਾ ਬਈ ਜਦੋਂ ਜ਼ਬਰ ਜਿਹੜਾ ਸੀਗਾ, ਜ਼ਬਰ ਦੇਖੋ ਕਿਸੇ ਕਿਸਮ ਦਾ ਹੋ ਸਕਦਾ, ਨਿੱਜੀ ਹੋ ਸਕਦਾ, ਮਜਲੂਮ ਤੇ ਹੋ ਸਕਦਾ, ਸਮਾਜ ਦਾ ਹੋ ਸਕਦਾ, ਰਾਜਨੀਤੀ 'ਚ ਵੀ ਹੁੰਦਾ ਜੀ। ਜਦੋਂ ਜ਼ਬਰ ਇਹ ਗੱਲ ਮਨੁੱਖਤਾ ਤੇ ਭਾਰੂ ਹੋ ਗਿਆ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਇਹੀ ਗੱਲ ਬੀਬਾ ਕਹਿ ਕੇ ਗਈ ਹੈ ਬਈ ਤੈਨੂੰ ਆਹ ਕੰਮ ਜਿਹੜਾ ਅਸੀਂ ਕਹਿੰਦੇ ਇਹ ਕਰਨਾ ਪਊ, ਜਿਹੜਾ ਤੂੰ ਕਹਿੰਦੀ ਇਹ ਨਹੀਂ ਕਰ ਸਕਦੀ। ਤੇ ਮਾਲਕ ਨੇ ਜਦੋਂ ਸਾਨੂੰ ਇਹ ਚੀਜ਼ਾਂ ਦੀ ਪ੍ਰੇਰਨਾ ਦਿੱਤੀ ਹੈ, ਉਹਦੇ 'ਚ ਵੱਡਾ ਕਾਰਨ ਹੈ ਬਈ ਅਸੀਂ ਬੋਲਣ ਦੀ ਕੋਸ਼ਿਸ਼ ਨਹੀਂ ਕਰਦੇ। ਉਹਦਾ ਵੱਡਾ ਕਾਰਨ ਹੈ ਸਰਦਾਰ ਬਹਾਦਰ, ਮਨੁੱਖ ਉਦੋਂ ਬੋਲਣ ਤੋਂ ਹਿਚਕਚਾਹਟ ਕਰਦਾ ਜਦੋਂ ਉਹਦੇ ਅੰਤਸ਼ਕਰਨ ਵਿੱਚ ਉਹਦੀ ਅੰਦਰੂਨੀ ਅਵਸਥਾ ਦੇ ਵਿੱਚ ਗਿਰਾਵਟ ਆ ਜਾਵੇ। ਆਤਮਾ ਤੇ ਮਨ ਦੋਨੇ ਚੀਜ਼ਾਂ ਬਰਾਬਰ ਮਨੁੱਖ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਵਿੱਚ ਲੱਗੀਆਂ ਰਹਿੰਦੀਆਂ। ਜਦੋਂ ਮਨੁੱਖ ਆਤਮਿਕ ਤੌਰ ਤੇ ਸਾਫ਼ ਹੋ ਜਾਂਦਾ ਫਿਰ ਉਹ ਮਨ ਦੀਆਂ ਗੱਲਾਂ ਨੂੰ ਉਲਟਾਉਣ ਲੱਗ ਜਾਂਦਾ ਤੇ ਆਤਮਿਕ ਤੌਰ ਤੇ ਸੁਚੇਤ ਹੋਣ ਦੀ ਖਾਤਰ ਸਾਨੂੰ ਮਾਲਕ ਦੀ ਰਜ਼ਾ ਦਾ ਗਿਆਨ ਹਾਸਲ ਕਰਨਾ ਪੈਂਦਾ, ਜਿਹੜੀ ਤੋਂ ਅਸੀਂ ਮੁਨਕਰ ਹੋ ਗਏ ਹਾਂ। ਉਹਦਾ ਵੱਡਾ ਕਾਰਨ ਹੈ ਸ਼ੌਹਰਤ, ਪੈਸਾ, ਲਾਲਚ ਤੇ ਜਾਂ ਸਾਡੀ ਜਿਹੜੀ ਖੁਦਦਾਰੀ ਆ ਉਹਦੇ ਵਿੱਚ ਮੇਰੀਆਂ ਲੋੜਾਂ ਤੁਸੀਂ ਪੂਰੀਆਂ ਕਰ ਦਿਓ, ਜਿਵੇਂ ਤੁਸੀਂ ਫਿਰ ਕਹੋਗੇ ਉਵੇਂ ਫਿਰ ਮੈਂ ਕਰ ਲੂੰਗਾ। ਉਹ ਫਿਰ ਕਿਵੇਂ ਕਰਾਉਣਗੇ ਉਹ ਤਾਂ ਬਾਅਦ 'ਚ ਪਤਾ ਲੱਗਦਾ ਨਾ। ਸੋ ਅੱਜ ਦੇ ਦਿਹਾੜੇ ਦੇ ਉੱਤੇ ਤੁਹਾਡੇ ਦੂਸਰੇ ਪ੍ਰੋਗਰਾਮ ਦੀ ਜਿਹੜੀ ਐਕਚੁਅਲ ਨਿਚੋੜ ਜੇ ਮਹਿਸੂਸ ਕਰਨਾ ਹੋਵੇ ਸਾਨੂੰ ਸਿੱਖਾਂ ਨੂੰ, ਸਾਨੂੰ ਅਕਾਲ ਦੇ ਫਰਜ਼ੰਦਾਂ ਨੂੰ, ਤਾਂ ਇਹ ਮਹਿਸੂਸ ਕਰਨ ਦੀ ਲੋੜ ਹੈ ਵੀ ਅੱਜ ਦੇ ਪਵਿੱਤਰ ਦਿਹਾੜੇ ਤੇ ਮਾਲਕ ਜਿਹੜਾ ਸੰਦੇਸ਼ ਦਿੰਦੇ ਨੇ, ਜੋ ਉਹਨਾਂ ਨੇ ਕਰਾਮਾਤ ਕੀਤੀ ਹੈ, ਉਹ ਕਰਾਮਾਤ ਨੂੰ ਅਸੀਂ ਕਿੰਨੇ ਇਮਾਨਦਾਰੀ ਨਾਲ ਜਾਂ ਅਸੀਂ ਕਿੰਨੀ ਕੁ ਸੁਹਿਰਦਤਾ ਦੇ ਨਾਲ ਆਪਣੇ ਜੀਵਨ 'ਚ ਲਾਗੂ ਕਰਨਾ। ਗੱਲ ਇੱਥੇ ਖਲੋਤੀ ਹੈ ਸਰਦਾਰ ਬਹਾਦਰ, ਕਿਸੇ ਦੇ ਕਰਨ ਦੀ ਕੋਈ ਕਹਾਣੀ ਨਹੀਂ, ਇਹ ਤਾਂ ਹਰ ਇੱਕ ਦੇ ਆਪਣੇ ਕਰਨ ਦੀ ਕਹਾਣੀ ਹੈ। ਧੰਨਵਾਦ ਤੁਹਾਡਾ, ਮਿਹਰਬਾਨੀ। ਧੰਨਵਾਦ ਜੀ, ਬਹੁਤ ਬਹੁਤ। ਗੱਲਬਾਤ ਇਸ ਤੇ ਚੱਲਦੀ ਹੈ ਕਿ ਪੈਰ ਗੱਡ ਕੇ ਕਿਵੇਂ ਖੜਨਾ ਹੈ ਵੀ ਸਾਨੂੰ ਕੀ। ਇਹ ਜਿਹੜੀ ਇੱਕ ਭਾਵਨਾ ਸਾਡੇ 'ਚ ਘਰ ਕਰ ਗਈ, ਇਹ ਭਾਵਨਾ ਅੱਜ 1699 ਤੋਂ ਲੈ ਕੇ ਅੱਜ ਤੱਕ ਇਹਦਾ ਮੁਲਾਂਕਣ ਕਦੇ ਕਰਨਾ ਚਾਹੀਦਾ ਵੀ ਸਾਡੀਆਂ ਡਿਊਟੀਆਂ ਕੀ ਨੇ। ਸਰਦਾਰ ਸਤਨਾਮ ਸਿੰਘ ਗਿੱਲ, ਲਾਈਨ ਨੰਬਰ 1। ਜਲਸਾ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਭ ਤੋਂ ਪਹਿਲਾਂ ਆਪ ਨੂੰ ਤੇ ਸਮੂਹ ਜਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ। ਲੱਖ ਲੱਖ ਵਧਾਈ ਜੀ ਗਿੱਲ ਸਾਹਿਬ, ਤੁਹਾਨੂੰ ਵੀ। ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਆਪਾਂ ਕੀ ਲੈਣਾ, ਇਸੇ ਤਰ੍ਹਾਂ ਜੀ ਗੁਰੂ ਘਰ ਬਾਰੇ ਵੀ ਆਪਣੀ ਬਹੁਤ ਸੰਗਤ ਕਹਿ ਦਿੰਦੀ ਵੀ ਆਪਾਂ ਕੀ ਲੈਣਾ ਯਾਰ, ਆਪਾਂ ਤਾਂ ਮੱਥਾ ਟੇਕਣਾ ਬਸ। ਪਰ ਖਾਲਸਾ ਦੀਵਾਨ ਸੁਸਾਇਟੀ ਜੋ ਆਪਣਾ ਸਭ ਤੋਂ ਪੁਰਾਣਾ ਗੁਰੂ ਘਰ ਹੈ ਇੱਥੇ, ਉਹਦੇ 'ਚ ਜੋ ਕੁਛ ਹੋ ਰਿਹਾ ਉਸ ਤੇ ਵੀ ਅਸੀਂ ਬੇਨਤੀ ਕਰਨੀ ਵੀ ਸੰਗਤਾਂ ਪਹਿਰਾ ਦੇਣ। ਕਿੱਥੇ ਜੀ, ਐਬਸਫੋਰਡ ਦੀ ਗੱਲ ਕਰਦੇ ਹੋ? ਹਾਂਜੀ ਹਾਂਜੀ, ਐਬਸਫੋਰਡ ਆਪਣਾ ਖਾਲਸਾ ਦੀਵਾਨ ਸੁਸਾਇਟੀ ਜੀ। ਦੱਸੋ। 2016 'ਚ ਇਲੈਕਸ਼ਨ ਹੋਈ ਆ ਜੀ, ਉਦੋਂ ਬਾਅਦ 2018 'ਚ ਇਹਨਾਂ ਨੇ ਰੌਲਾ ਪਾ ਕੇ ਇਲੈਕਸ਼ਨ ਕੈਂਸਲ ਕਰਕੇ ਆਪਣੇ ਆਪ ਇਹਨਾਂ ਨੇ ਕਮੇਟੀ ਬਣਾ ਲਈ ਤੇ ਉਦੋਂ ਬਾਅਦ ਇਲੈਕਸ਼ਨ ਨਹੀਂ ਕਰਾਈ, ਆਪਦੇ ਆਪ ਹੀ ਸਿਲੈਕਸ਼ਨ ਕਰਕੇ 22 ਆ ਗਿਆ। ਆ 22 ਦੀ ਇਲੈਕਸ਼ਨ ਵੀ ਨਹੀਂ ਕਰਾ ਰਹੇ। ਜੇ ਕੋਈ ਪੁੱਛਦਾ ਤਾਂ ਕਹਿੰਦੇ ਅਦਾਲਤ 'ਚ ਜਾ ਵੜੋ, ਅਸੀਂ ਇਲੈਕਸ਼ਨ ਨਹੀਂ ਕਰਾਉਣੀ। ਅਸੀਂ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਸਭ ਤੋਂ ਪੁਰਾਣਾ ਗੁਰੂ ਘਰ ਆਪਣਾ, ਇੱਥੇ ਬਹੁਤ ਕੁਛ ਗਲਤ ਹੋ ਰਿਹਾ। ਕਈ ਚੀਜ਼ਾਂ ਤਾਂ ਇਹੋ ਜਿਹੀਆਂ ਹੋ ਰਹੀਆਂ ਜਿਹੜੀਆਂ ਆਪਾਂ ਨਾ ਰੇਡੀਓ ਤੇ ਦੱਸ ਵੀ ਨਹੀਂ ਸਕਦੇ। ਜਦੋਂ ਜੇ ਕਿਸੇ ਨੂੰ ਟਾਈਮ ਲੱਗੇ ਤਾਂ ਸੰਡੇ ਜਾ ਕੇ ਉੱਥੇ ਸੰਗਤਾਂ ਨੂੰ ਮਿਲ ਕੇ ਪਤਾ ਕਰ ਸਕਦੇ ਵੀ ਕੀ ਕੁਛ ਹੋ ਰਿਹਾ। ਪਰ ਇਹ ਆਪਾਂ ਨੂੰ ਸਭ ਨੂੰ ਬੇਨਤੀ ਆ ਵੀ ਇਹ ਬਿਰਤੀ ਤਿਆਗ ਦੇਣੀ ਚਾਹੀਦੀ ਵੀ ਆਪਾਂ ਕੀ ਲੈਣਾ। ਸਿਰਫ ਜੇ ਅਸੀਂ ਮੱਥਾ ਵੀ ਟੇਕਣਾ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਕਿੱਥੇ ਕਿਹਦੇ ਮੂਹਰੇ ਨਮਸਤਕ ਹੋ ਰਹੇ ਹਾਂ, ਤੇ ਉੱਥੇ ਜੇ ਕੁਛ ਗਲਤ ਹੁੰਦਾ ਤਾਂ ਅਸੀਂ ਉਹਦੇ ਲਈ ਆਪ ਜ਼ਿੰਮੇਵਾਰ ਹਾਂ ਜੀ। ਇਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨੀ। ਤੁਸੀਂ ਸੇਵਾ 'ਚ ਰਹੇ ਹੋ, ਕੰਸਟੀਟਿਊਸ਼ਨ ਦੇ ਹਿਸਾਬ ਨਾਲ ਕਿੰਨੇ ਚਿਰ ਬਾਅਦ ਇਲੈਕਸ਼ਨ ਹੋਣੀ ਹੈ ਜੀ? 2 ਸਾਲ ਬਾਅਦ ਹੁੰਦੀ ਹੈ ਜੀ ਇਲੈਕਸ਼ਨ। 17 ਤਰੀਕ ਨੂੰ ਇਸ ਨੂੰ ਜਨਰਲ ਮੀਟਿੰਗ ਹੋਣੀ ਚਾਹੀਦੀ ਸੀਗੀ, ਜਿਹਦੇ ਲਈ ਨੋਟਿਸ 2 ਵੀਕਾਂ ਪਹਿਲਾਂ ਦੇਣਾ ਚਾਹੀਦਾ ਸੀ। 3 ਵੀਕਾਂ ਪਹਿਲਾਂ ਨੋਮੀਨੇਸ਼ਨ ਕਮੇਟੀ ਬਣਾਉਣੀ ਚਾਹੀਦੀ ਸੀ, ਉਹ ਨਹੀਂ ਬਣਾਈ। ਜਨਰਲ ਮੀਟਿੰਗ ਦੀ ਕੋਈ ਨੋਟਿਸ ਨਹੀਂ ਲਾਇਆ, ਕੋਈ ਨਹੀਂ ਕਰਾ ਰਹੇ। 16 ਦੀ ਇਲੈਕਸ਼ਨ ਹੋਈ ਹੈ ਜੀ? ਹਾਂਜੀ, 16 ਚ ਇਲੈਕਸ਼ਨ ਹੋਈ ਆ। 6 ਸਾਲ ਹੋ ਗਏ। ਹਾਂਜੀ, ਪਹਿਲਾਂ ਤਾਂ ਸੌਰੀ 18 ਚ ਇਹਨਾਂ ਨੇ ਕਿਹਾ ਸੀ ਵੀ, ਕਿਉਂਕਿ ਉਦੋਂ 18 ਚ ਰੌਲਾ ਪਾ ਕੇ ਸਾਡੀ ਮੈਂਬਰਸ਼ਿਪ ਹੀ ਕੈਂਸਲ ਕਰਤੀ ਵੀ ਇਲੈਕਸ਼ਨ ਨਹੀਂ ਲੜ ਸਕਦੇ ਅਸੀਂ। ਉਹ ਇੰਨਾ ਪਤਾ ਨਹੀਂ ਕੀ ਕੁਛ ਉੱਥੇ ਵੀ ਇੰਨਾ ਕਾਹਦਾ ਡਰ ਆ ਵੀ ਜਿਹੜਾ ਕੋਈ ਲੁਕੋਇਆ ਵਾ, ਜਿਹੜਾ ਵੀ ਅਸੀਂ ਕੋਈ ਹੋਰ ਆ ਗਿਆ ਤਾਂ ਪਤਾ ਨਹੀਂ ਉੱਥੋਂ ਕੀ ਨਿਕਲਿਆਊਗਾ।
ਪਰ ਇਹ ਸੰਗਤਾਂ ਦਾ ਗੁਰੂ ਘਰ ਆ, ਇੱਥੇ ਜੋ ਕੁਝ ਹੋ ਰਿਹਾ ਸੰਗਤਾਂ ਨੂੰ ਅਸੀਂ ਫਿਰ ਬੇਨਤੀ ਕਰਦੇ ਹਾਂ ਵੀ ਜ਼ਰੂਰ ਆ ਕੇ ਬਾਹਰ ਪੁੱਛੋ ਤਾਂ ਸਹੀ ਯਾਰ ਵੀ ਕੀ ਗੱਲ ਆ ਵੀ ਤੁਸੀਂ ਇਲੈਕਸ਼ਨ ਕਿਉਂ ਨਹੀਂ ਕਰਾ ਰਹੇ। ਮੈਂ ਜੀ ਅਗਲੇ ਹਫ਼ਤੇ ਇਸ 'ਤੇ ਗੱਲਬਾਤ ਕਰਨੀ ਚਾਹਾਂਗਾ, ਤੁਹਾਨੂੰ ਵੀ ਮੌਕਾ ਦੇਵਾਂਗਾ ਅਤੇ ਹੁਣ ਦੀ ਪ੍ਰਬੰਧਕ ਕਮੇਟੀ ਨੂੰ ਵੀ ਮੌਕਾ ਦੇਵਾਂਗਾ ਵੀ ਆਪਣਾ ਪੱਖ ਪੇਸ਼ ਕਰਨ। ਅਗਲੇ ਹਫ਼ਤੇ ਕਰਾਂਗਾ ਜੀ। ਹਾਂਜੀ, ਦੋਨਾਂ ਨੂੰ ਭਾਓ ਜੀ। ਕਈ ਵਾਰੀ ਪਹਿਲਾਂ ਗੱਲ ਕਰਕੇ ਉਸ ਤੋਂ ਬਾਅਦ ਆ ਕੇ ਝੂਠ ਛਾੜ ਮਾਰ ਕੇ ਭੱਜ ਜਾਂਦੇ ਆ, ਅਤੇ ਦੋਨਾਂ ਨੂੰ ਭਾਓ ਕਿਤੇ ਮੈਂ ਤਾਂ ਕਹਿੰਦਾ ਮੀਡੀਆ ਕਿਸੇ ਨੂੰ ਹਾਲ 'ਚ ਸੱਦੇ ਵੀ ਹਾਂ ਭਾਈ ਆ ਕੇ ਬਰਾਬਰ ਭਾ ਕੇ ਗੱਲ ਕਰੋ ਤੇ ਸੰਗਤਾਂ ਉੱਤੇ ਸਵਾਲ ਜਵਾਬ ਕਰਨ। ਅਸੀਂ ਹਮੇਸ਼ਾ ਤਿਆਰ ਹਾਂ ਜੀ, ਜਦੋਂ ਕਹੋਗੇ ਉਦੋਂ ਹਾਜ਼ਰ ਹੋਵਾਂਗੇ। ਤੁਹਾਨੂੰ ਲਵਾਂਗਾ ਤੇ ਦੂਸਰੇ ਬੰਨੇ ਜਿਹੜਾ ਵੀ ਪ੍ਰਬੰਧਕ ਕਮੇਟੀ ਵੱਲੋਂ ਆਉਣਾ ਚਾਹੇ ਉਹਨਾਂ ਨੂੰ ਲਵਾਂਗਾ ਤੇ ਆਪਣਾ ਪੱਖ ਪੇਸ਼ ਕਰੋ। ਇਸ ਤੇ ਗੱਲ ਹੋਣੀ ਚਾਹੀਦੀ ਹੈ ਜ਼ਰੂਰ। ਠੀਕ ਆ ਜੀ ਗਿੱਲ ਸਾਹਿਬ, ਧੰਨਵਾਦ ਬਹੁਤ ਬਹੁਤ। ਹਾਂ, ਸਮਾਂ ਦੇਣ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਤਨਾਮ ਸਿੰਘ ਗਿੱਲ ਗੱਲਬਾਤ ਕਰ ਰਹੇ ਸੀ, ਜਿਹੜੇ ਸੇਵਾ ਦੀ 'ਚ ਰਹੇ ਨੇ। ਉਹ ਕਹਿੰਦੇ 16 ਤੋਂ ਬਾਅਦ 6 ਸਾਲ ਹੋ ਗਏ। ਚਲੋ 20 ਦੇ ਵਿੱਚ ਹੋਣੀ ਸੀ ਇਲੈਕਸ਼ਨ, ਕੋਵਿਡ ਕਰਕੇ ਨਹੀਂ ਹੋਈ। 22 ਹੈ ਹੁਣ, ਇਸ ਬਾਰੇ 20 ਹੋਣੀ ਹੈ ਜਾਂ ਨਹੀਂ ਹੋਣੀ, ਅਗਲੇ ਹਫ਼ਤੇ ਇਸ 'ਤੇ ਗੱਲ ਕਰਦੇ ਹਾਂ। ਲਓ ਜੀ, ਨਿੰਮੀ ਡੋਲਾ ਜੀ ਨੂੰ ਸੁਣਨ ਵਾਲੇ ਲਾਈਨ ਲਾ ਕੇ ਬੈਠੇ ਹੁੰਦੇ ਆ। ਬਹੁਤ ਪਸੰਦੀਦਾ ਤੁਹਾਡਾ ਸ਼ੋਅ ਹੈ, ਪਰ ਅੱਜ ਉਹਨਾਂ ਨੇ ਛੁੱਟੀ ਲਈ ਹੋਈ ਹੈ ਜੀ, ਅਤੇ ਉਹਨਾਂ ਦੇ ਸ਼ੋਅ ਦਾ 1 ਘੰਟਾ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਰਹਾਂਗਾ, ਅਤੇ 1 ਘੰਟਾ ਫਿਰ ਗੀਤ ਸੰਗੀਤ ਜਾਂ ਕੋਈ ਹੋਰ ਹੋਸਟ ਵੀ ਸੇਵਾ 'ਚ ਤੁਹਾਡੀ ਆ ਸਕਦਾ। ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਅੱਜ ਇੱਕ ਖਬਰ ਛਪੀ ਹੈ, ਸ਼ਾਹੀ ਜੋੜਾ ਜਦ ਖਟਾਸ ਹੋਈ ਦਾਦੀ ਨਾਲ, ਪ੍ਰਿੰਸ ਹੈਰੀ ਦੀ ਤੇ ਮੇਗਨ ਦੀ, ਤਾਂ ਇਹ ਪਤਾ ਲੱਗਿਆ ਸੀ ਵੀ ਵਿਕਟੋਰੀਆ 'ਚ ਆ ਕੇ ਕਿਸੇ ਵੱਡੇ ਮਹਿਲ ਦੇ ਵਿੱਚੋਂ ਰਹੇ ਨੇ, ਐਸਟੇਟ 'ਚ ਰਹੇ ਨੇ 2020 ਦੀ ਠੰਡ 'ਚ। ਉਹ ਗੱਲ ਹੁਣ ਨਿਕਲ ਕੇ ਆਈ ਕਿ ਇੱਕ ਰੂਸ ਦਾ ਅਰਬਪਤੀ ਜਿਹੜਾ ਇਸ ਮਹਿਲ ਦੇ ਪਿੱਛੇ ਹੈ, ਉਸਨੇ 2013 'ਚ $18 ਮਿਲੀਅਨ ਦਾ ਪਾਣੀ ਦੇ ਕੰਢੇ, ਮਿਲੀ ਫਲੋਰਸ ਇਸ ਦਾ ਨਾਂ ਹੈ, ਉਹ ਖਰੀਦਿਆ। ਪੱਤਰਕਾਰਾਂ ਨੇ ਬਹੁਤ ਜ਼ੋਰ ਲਾਇਆ, 5 ਪੱਤਰਕਾਰ ਲੱਗੇ CBC ਦੇ, ਤਾਂ ਇਹਦੀ ਮਲਕੀਅਤ ਬਹੁਤ ਔਖੀ ਲੱਭੀ। ਮਿਲੀ ਫਲੋਰਸ ਮੈਂਸ਼ਨ ਜਿਹੜਾ ਮਹਿਲ ਹੈ ਨਾਰਥ ਸੈਨਿਚ ਦੇ ਵਿੱਚ ਹੈ, ਉਹਦਾ ਜਿਹੜੀ ਪਹਿਲੀ ਤੈਅ ਆ ਮਾਲਕਾਂ ਦੀ, ਉਹ JEMC ਮੈਨੇਜਮੈਂਟ ਆ, ਜਿਹੜੀ ਬ੍ਰਿਟਿਸ਼ ਵਰਜਨ ਆਈਲੈਂਡ ਦੇ ਵਿੱਚ ਸਥਾਪਿਤ ਇੱਕ ਕੰਪਨੀ ਹੈ। ਉਸ ਕੰਪਨੀ ਦਾ ਮਾਲਕ ਔਰਲੈਂਡ ਪ੍ਰੋਪਰਟੀਜ਼ ਦਾ, ਜਿਹੜਾ ਬਹਾਮਸ ਦੇ ਵਿੱਚ ਰਜਿਸਟਰਡ ਹੈ। ਔਰਲੈਂਡ ਪ੍ਰੋਪਰਟੀ ਦਾ ਮਾਲਕ ਹੈ ਐਂਡਰੋਮੇਡਾ ਟਰਸਟ, ਜਿਹਦਾ ਮਾਲਕ ਹੈ ਯੂਰੀ ਮਿਲਨਰ ਟਰਸਟ ਜਰਸੀ ਦੇ ਵਿੱਚ, ਅਤੇ ਜਰਸੀ ਵਾਲੇ ਇਸ ਟਰਸਟ ਦਾ ਮਾਲਕ ਹੈ ਕੋਈ ਟਰਸਟੀ ਜਿਹੜਾ ਸਾਈਪਰਸ ਦੇ ਵਿੱਚ ਬੈਠਾ। ਪੱਤਰਕਾਰ ਪਿਛਲੀ ਠੰਡ 20 ਦੇ ਲੱਗੇ ਹੋਏ ਨੇ, ਲੱਭਿਆ ਨਹੀਂ ਹੈ। BC ਤੋਂ ਕੈਰੇਬੀਅਨ ਅਤੇ ਚੈਨਲ ਆਈਲੈਂਡਸ ਦਾ ਇਹ ਜਿਹੜਾ ਬੇਸਿਕਲੀ ਟੈਕਸ ਹੇਵਨ ਜਿਹੜਾ ਡੇਟੇ ਨਿਕਲੇ ਹੈ, ਪਨਾਮਾ ਪੇਪਰਸ ਅਤੇ ਹੋਰ ਪੇਪਰਸ ਇਹੋ ਜਿਹੇ, ਅਤੇ ਉਹਦੇ ਵਿੱਚੋਂ ਇਹ ਗੱਲ ਨਿਕਲੀ ਹੈ। ਰਸ਼ੀਅਨ ਬੌਰਨ ਬਿਲੀਨਰ ਹੈ, ਅਤੇ ਜਿਹੜਾ ਇਸ ਮੈਂਸ਼ਨ ਦਾ ਮਾਲਕ ਹੈ, ਪਹਿਲੀ ਮਾਲਕ ਇੱਕ ਕੰਪਨੀ ਹੈ ਜਿਹੜੀ ਬ੍ਰਿਟਿਸ਼ ਵਰਜਨ ਆਈਲੈਂਡ ਦੇ ਵਿੱਚ, ਬ੍ਰਿਟਿਸ਼ ਵਰਜਨ ਆਈਲੈਂਡ ਵਾਲੀ ਕੰਪਨੀ ਦੀ ਮਾਲਕ ਹੈ, ਜਿਹੜੀ ਬਹਾਮਸ ਦੇ ਵਿੱਚ ਮਾਲਕ ਬੈਠੀ ਹੈ ਕੰਪਨੀ। ਬਹਾਮਸ ਵਾਲੀ ਕੰਪਨੀ ਦਾ ਮਾਲਕ ਤੇ ਯੂਰੀ ਮਿਲਨਰ ਟਰਸਟ ਆ, ਜਿਹਦਾ ਨਾਂ ਪਹਿਲਾਂ ਯੂਰੀ ਮਿਲਨਰ ਟਰਸਟੀ, ਹੁਣ ਉਹ ਐਂਡਰੋਮੇਡਾ ਟਰਸਟ ਹੈ, ਅਤੇ ਐਂਡਰੋਮੇਡਾ ਟਰਸਟ ਦਾ ਮਾਲਕ ਹੈ ਟਰਸਟੀ ਕੋਈ ਹੈ ਜਿਹੜਾ ਉਹ ਸਾਈਪਰਸ ਦੇ ਵਿੱਚ ਬੈਠਾ। ਹੁਣ ਕਹਾਣੀ ਕੀ ਹੈ ਕਿ ਹਾਲੀਵੁੱਡ ਦੇ ਵਿੱਚ ਬਹੁਤ ਇੱਕ ਮਸ਼ਹੂਰ ਮਿਊਜ਼ਿਕ ਪ੍ਰੋਡਿਊਸਰ ਆ ਡੇਵਿਡ ਫੋਸਟਰ, ਜਿਸ ਦੀ ਘਰਵਾਲੀ ਹੈ ਜਿਹੜੀ ਸਿੰਗਰ ਕੈਥਰੀਨ ਮੈਕਫੀ। ਕੈਥਰੀਨ ਦੀ ਬਹੁਤ ਦੋਸਤ ਆ ਮੇਗਨ ਮਾਰਕਲ। ਸੋ ਕੈਥਰੀਨ ਨੇ ਇਹ ਸੈਟਅਪ ਕੀਤੀ, ਅਤੇ ਬਿਲੀਨਰ ਜਿਹੜਾ ਟੈਕ ਇਨਵੈਸਟਰ ਹੈ ਯੂਰੀ ਮਿਲਨਰ, ਉਹ ਇਹਨਾਂ ਦਾ ਦੋਸਤ ਹੈ। ਉੱਥੋਂ ਇਹ ਗੱਲਬਾਤ ਹੋਈ ਹੈ।
ਆਮ ਬੰਦੇ ਦੀ ਪਹੁੰਚ ਤੋਂ ਬਾਹਰ ਦੀਆਂ ਗੱਲਾਂ। ਇਹ ਕੀ ਕਹਾਣੀ ਹੈ? ਵਿਕਟੋਰੀਆ ਦਾ ਇੱਕ ਮਹਿਲ ਆ ਨਾਰਥ ਸੈਨਿਚ ਦੇ ਵਿੱਚ, ਰਾਜਧਾਨੀ ਤੋਂ। ਸੋ ਇੱਕੇ ਪ੍ਰੋਪਰਟੀ ਨਹੀਂ ਹੈ BC ਦੀ। ਆਈਲੈਂਡ ਆਫ ਮੈਨ ਜਿਹੜੀ ਹੈ ਸਕਾਟਲੈਂਡ ਦੀ, ਉਹਦੇ ਵਿੱਚ ਬਹੁਤ ਕੰਪਨੀਆਂ ਨੇ ਜਿਹੜੀਆਂ ਵੱਡੇ ਵੱਡੇ ਮਹਿਲ ਵਿਕਟੋਰੀਆ ਏਰੀਆ ਦੇ ਵਿੱਚ ਓਨ ਕਰਦੀਆਂ ਨੇ, ਅਤੇ ਨਾਲ ਜਿਹੜੀਆਂ ਟੈਕਸ ਕ੍ਰੈਡਿਟਸ ਵੀ ਲੈਂਦੀਆਂ, GST ਵੀ ਲੈਂਦੀਆਂ ਨੇ। ਮੈਂ ਤੁਹਾਨੂੰ ਦੱਸੀ ਸੀ ਇੱਕ ਵਾਰ ਕਹਾਣੀ ਵੀ ਆਈਲੈਂਡ ਆਫ ਮੈਨ ਦੇ ਵਿੱਚ ਇੱਕ ਕੰਪਨੀ ਮਾਲਕ ਆ ਇੱਕ $10 ਮਿਲੀਅਨ ਦੇ ਘਰ ਦੀ, ਜਿਹਦਾ ਮਾਲਕ GST ਰਿਬੇਟ ਲੈਂਦਾ ਸਰਕਾਰ ਤੋਂ। ਇਹ ਜਿਹੜੀ ਮੈਂ ਤਾਂ ਇਸ ਨੂੰ ਇਹ ਕਹਾਂ ਵੀ ਇਹ ਬੇਨਿਜ਼ਮੀਆਂ ਜਿਹੜੀ ਡਿਵੈਲਪਿੰਗ ਨੇਸ਼ਨ ਦੀਆਂ ਤਾਂ ਅਸੀਂ ਲੈ ਆਉਂਦੇ ਸਿਰ 'ਤੇ। ਦੇਖੋ ਜੀ ਭਾਰਤ 'ਚ ਉੱਥੇ ਖਾ ਗਏ ਜੀ, ਉੱਥੇ ਰੱਖ ਗਏ ਜੀ, ਉੱਥੇ ਛੱਡਿਆ ਹੀ ਕੱਖ ਨਹੀਂ। ਜਿੱਥੇ ਤੁਸੀਂ ਬੈਠੇ ਹੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ, ਅਤੇ ਅਸੀਂ ਜਿਹੜੇ ਜ਼ਿੰਮੇਵਾਰ ਆ ਉਹਨਾਂ ਨੂੰ ਛੱਡ ਦਿੰਦੇ ਹਾਂ। ਇੱਥੇ ਕੋਈ ਟੈਕਸ ਚੋਰੀ ਕਰ ਲਏ, ਟੈਕਸ ਨਾ ਭਰੇ, ਕੁਛ ਕਰ ਲਵੇ, ਪਰ ਸਾਡੇ ਸੂਤ ਬੈਠਾ ਹੋਵੇ ਰਾਜਨੀਤਿਕ ਬੰਦਾ, ਸਾਨੂੰ ਕੋਈ ਦੁੱਖ ਨਹੀਂ। ਉਹਨਾਂ ਕਹਿੰਦਾ ਲੈ ਲਓ ਬਸ, ਕਰ ਦਿਓ ਫਿੱਟ ਬਸ। ਇਹ ਮੈਂਸ਼ਨ ਦੇ ਮਾਲਕ ਕਿਉਂ ਨਾ ਲੱਭੇ, ਇਹ ਸਿੰਗਲ ਪ੍ਰੋਪਰਟੀ ਦੇ ਤੌਰ 'ਤੇ ਮੈਂਸ਼ਨ ਨਹੀਂ ਹੈ, ਇਹਦੇ ਨਾਲ ਹੋਰ ਕੁਛ। ਇਹ ਸਿੰਗਲ ਪ੍ਰੋਪਰਟੀ ਨਹੀਂ, ਇੱਕ ਸਟਰੈਚ ਆ ਜਿਹੜੀ ਸਮੁੰਦਰ ਦੇ ਕੰਢੇ ਓਸ਼ਨ ਫਰੰਟ ਲੈਂਡ ਹੈ ਸੈਨਿਚ ਪੈਨਨਸੂਲਾ 'ਚ, ਜਿਹੜੀ ਕਾਰਪੋਰੇਸ਼ਨ ਉਸ ਨੂੰ ਓਨ ਕਰਦੀ। ਉਹਦਾ ਨਾਮ ਆ ਟੌਨਰ ਬੇ ਕੰਟਰੀ ਕਲੱਬ। ਅਤੇ ਇੱਥੇ ਟੌਨਰ ਬੇ ਕੰਟਰੀ ਕਲੱਬ ਦੀਆਂ ਲੋਟਸ ਜਿਹੜੀਆਂ ਉਹਦੇ ਥੱਲੇ ਨੇ, ਇਹ ਜਿਹੜੀਆਂ ਸਮੁੰਦਰ ਦੇ ਸਾਹਮਣੇ ਵਾਲੀਆਂ ਲੋਟਸ ਨੇ, ਅਤੇ ਉਹਨਾਂ ਦੇ ਸ਼ੇਅਰਸ ਨੇ ਇਸ ਕੰਟਰੀ ਕਲੱਬ ਦੇ ਵਿੱਚ। ਸਮਝਿਓ ਗੱਲ ਬਈ 10 ਘਰ ਬਣਾ ਲਏ ਸਮੁੰਦਰ ਦੇ ਕੰਢੇ, 10 ਮਾਲਕਾਂ ਨੇ ਇੱਕ ਕਲੱਬ ਬਣਾ ਲਿਆ, ABC ਕਲੱਬ। ਉਹ 10 ਪ੍ਰੋਪਰਟੀਆਂ ਦਾ ਇੱਕ ਕਲੱਬ, 10 ਉਹ ਪ੍ਰੋਪਰਟੀਆਂ ਦੇ ਮਾਲਕ, ਪਰ ਉਹ ਮਾਲਕ ਸਿੱਧੇ ਨਹੀਂ, ਉਹ 10% ਮਾਲਕ ਨੇ ਉਸ ABC ਕੰਟਰੀ ਕਲੱਬ ਦੇ। ਕੱਢ ਲਓ ਕਿੱਥੋਂ ਲੱਭੋਗੇ। ਕੰਪਨੀ ਓਨ ਕਰਦੀ ਆ, ਲਿਮਟਿਡ ਕੰਪਨੀ, ਕੋਈ ਕਲੱਬ ਓਨ ਕਰਦਾ 10 ਪ੍ਰੋਪਰਟੀਆਂ। 10 ਪ੍ਰੋਪਰਟੀਆਂ ਜਿਹੜੀਆਂ ਓਨ ਕਰਦਾ ਕਲੱਬ ਕਰਦਾ, ਕਲੱਬ ਦੇ 10 ਹਿੱਸੇਦਾਰ ਨੇ, ਉਹਨਾਂ ਦਾ 10% ਸ਼ੇਅਰ ਹੈ, ਇੱਕ ਘਰ ਉਹਨਾਂ ਦਾ। ਪ੍ਰਾਪਰਟੀ 1 ਨੰਬਰ ਆ ਓਨਰ ਪ੍ਰਾਪਰਟੀ। ਉਹਦੇ ਬਾਅਦ ਫਿਰ ਕੰਪਨੀਆਂ ਦੇ ਥੱਲੇ ਕੰਪਨੀਆਂ ਹੋਣਗੀਆਂ, ਜਿਵੇਂ ਮੈਂ ਤੁਹਾਨੂੰ ਆ 4 ਦੱਸੀਆਂ ਨੇ। ਇਹ ਇੱਕ ਕਹਾਣੀ ਨਹੀਂ ਹੈ। ਇਹ ਟੈਕਸ ਚੋਰਾਂ ਦੀ ਆ ਜਿਹੜੀ ਰੈਵਨਿਊ ਕੈਨੇਡਾ ਸਾਹ ਕੱਢਦੀ ਹੈ ਨਾ, ਸਾਡੀ ਆਡੀਟਰ ਆ ਗਏ ਜੀ, ਇਹ ਆ ਗਏ ਜੀ, ਇਹ ਫਿਰ KPMG ਵਰਗੀਆਂ ਕੰਪਨੀਆਂ ਨੂੰ ਐਮਨੈਸਟੀ ਦਿੰਦੀ ਆ। ਤੁਹਾਡੇ ਵੱਲ ਇੰਨੇ ਤੁਹਾਡੇ ਕਲਾਇੰਟਸ ਵੱਲ 10 ਮਿਲੀਅਨ ਬਣਦਾ, 10 ਮਿਲੀਅਨ ਦੇ ਵਿੱਚੋਂ ਤੁਸੀਂ 2 ਮਿਲੀਅਨ ਦੇ ਦਿਓ, ਹੋਰ ਤਾਂ ਸਾਡਾ ਜ਼ੋਰ ਨਹੀਂ। ਕਿਉਂਕਿ ਇਹਨਾਂ ਕੋਲ ਨਾ ਰਿਸੋਰਸਿਸ ਨੇ ਸਰਕਾਰ ਕੋਲ, ਨਾ ਇਹਨਾਂ ਦੇ ਕੋਲ ਉਹ ਜਿਹੇ ਵਕੀਲ ਨੇ। ਉਹ ਪ੍ਰਾਈਵੇਟ ਜਿਹੜੀਆਂ ਇਨਵੈਸਟਮੈਂਟ ਫਰਮਸ ਨੇ ਉਹਨਾਂ ਕੋਲ ਵਕੀਲ ਬੈਠੇ ਨੇ ਜਿਹੜੇ $2,000 ਘੰਟੇ ਦੀ ਕੀਮਤ ਵਾਲੇ ਨੂੰ ਗੱਲ ਵੀ ਨਹੀਂ ਕਰਨ ਦਿੰਦੇ ਇਹਨਾਂ ਨੂੰ। ਅਤੇ ਮਾਤੜ ਫਸ ਜਾਵੇ ਵੀ $8 ਦੀ ਕਾਰ ਧਵਾਈ, ਉਹ ਕਹਿੰਦਾ ਲਿਆ ਰਸੀਟ, ਕਿੱਥੇ $8 ਕਿੱਥੇ ਪਾਏ ਨੇ। ਹੁਣ ਇਹ ਓਸ਼ਨ ਫਰੰਟ ਸੈਨਿਚ ਉੱਤਰ ਦੀ ਸਾਰੇ ਜਿਹੜਾ ਏਰੀਆ, ਉਸ ਏਰੀਏ 'ਚ ਟੌਨਰ ਬੇ ਕੰਟਰੀ ਕਲੱਬ ਹੈ ਜਿਹੜਾ ਲੋਟਸ ਓਨ ਕਰਦਾ ਉੱਥੇ। ਇਹ ਕਲੱਬ ਦਾ ਰੈਕਡ ਪਬਲਿਕ ਨਹੀਂ ਹੈ। ਮਸਾਂ CBC ਅਤੇ ਰੇਡੀਓ ਕੈਨੇਡਾ ਨੇ ਇੰਟਰਨਲ ਸਪਰੈਡਸ਼ੀਟ ਲੱਭੀ ਜਿਹਦੇ 'ਚ ਕਲੱਬ ਓਨਰਾਂ ਦੇ ਪ੍ਰੋਪਰਟੀ ਟੈਕਸ ਤੋਂ ਚੀਜ਼ ਲੱਭੀ। ਇਹ ਜਿਹੜੀ ਲਿਸਟ ਹੋਈ ਉਹ ਬ੍ਰਿਟਿਸ਼ ਵਰਜਨ ਆਈਲੈਂਡ ਦੀ ਕੰਪਨੀ ਇੱਕ ਕਾਲ ਜਿਹੜੀ GEMC ਮੈਨੇਜਮੈਂਟ ਆ, ਉਹਦੇ ਤੋਂ ਪਤਾ ਲੱਗਿਆ ਕਿ ਓਨਰ ਆ ਜਿਹੜਾ ਮਿਲੀ ਫਲੋਰਸ ਦਾ, ਉਹ ਇਹ ਕੰਪਨੀ ਹੈ। ਉਹਦੇ ਬਾਅਦ ਹੋਰ ਰੈਕਡ ਸ਼ੋਅ ਕੀਤੇ ਕਿ ਬ੍ਰਿਟਿਸ਼ ਵਰਜਨ ਆਈਲੈਂਡ ਉਹ ਉਹਨਾਂ ਦੇ ਹਿਸਾਬ ਦੇ ਨਾਲ ਉਹ ਕੰਪਨੀ ਦੇ ਸ਼ੇਅਰ ਹੋਲਡਰ ਨੂੰ ਡਿਸਕਲੋਜ਼ ਨਹੀਂ ਕੀਤਾ। ਓਨਰਸ਼ਿਪ ਫੇਰ ਨਹੀਂ ਪਤਾ ਲੱਗਿਆ, ਉੱਥੇ ਠੰਡਾ ਹੋ ਗਿਆ ਕੰਮ। ਪਰ ਕੁਦਰਤੀ ਪੰਡੋਰਾ ਪੇਪਰਸ ਨਿਕਲਿਆ ਹੈ। ਬਹੁਤ ਵੱਡਾ ਜਿਹੜਾ ਟੈਕਸ ਹੇਵਨਸ ਦਾ ਵਾਸ਼ਿੰਗਟਨ ਬੇਸਡ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟ ਨੇ, ਉਹਨਾਂ ਨੇ ਇਹ ਚੀਜ਼ ਕੱਢ ਲਈ ਤੀ। ਉਹਨਾਂ ਤੋਂ CBC ਰੇਡੀਓ ਨੇ ਲੈ ਲਈ। ਉਹਦੇ 'ਚ ਪਤਾ ਲੱਗਿਆ ਵੀ GEMC ਮੈਨੇਜਮੈਂਟ ਨੂੰ ਓਨ ਇੱਕ ਹੋਰ ਕੰਪਨੀ ਕਰਦੇ ਆ ਜਿਹੜੀ ਬਹਾਮਾ 'ਚ ਜਿਹੜੀ
ਬਹਾਮਾਸ ਆਈਲੈਂਡ ਦੇ ਵਿੱਚ ਔਰਲੈਂਡ ਪ੍ਰੋਪਰਟੀਜ਼। ਪਹਿਲਾਂ ਤਾਂ ਖੜ ਗਈ ਤੀ ਬ੍ਰਿਟਿਸ਼ ਵਰਜਨ ਆਈਲੈਂਡ 'ਤੇ ਜਾ ਕੇ, ਪਹਿਲਾਂ ਤਾਂ ਮਾਲਕ ਨਾ ਲੱਭਿਆ ਇੱਥੇ ਬਈ ਇਹ ਸੈਨਿਚ ਵਾਲੀ ਇਸ ਪ੍ਰੋਪਰਟੀ ਦਾ ਮਾਲਕ ਆਉਣਾ, ਕਹਿੰਦੇ ਮਾਲਕ ਨਹੀਂ ਇਹਦਾ ਹੈ ਕੋਈ, ਇਹ ਕੰਟਰੀ ਕਲੱਬ ਆ ਇੱਕ, ਇਹਦੇ 'ਤੇ ਸਿੰਗਲ ਪ੍ਰੋਪਰਟੀ ਨਹੀਂ ਹੈ। ਇਹ ਪਾਣੀ ਦੇ ਕੰਢੇ ਵਾਲੀਆਂ ਕਈ ਪ੍ਰੋਪਰਟੀਆਂ ਨੇ ਜਿਹੜੀਆਂ ਟਾਊਨਰ ਬੇ ਕੰਟਰੀ ਕਲੱਬ ਦੇ ਥੱਲੇ ਨੇ। ਕੰਟਰੀ ਬੇ ਕਲੱਬ ਦੇ ਗਾਹਾਂ ਸ਼ੇਅਰ ਹੋਲਡਰ ਨੇ, ਉਹਨਾਂ 'ਚੋਂ ਇੱਕ ਸ਼ੇਅਰ ਹੋਲਡਰ ਜਿਹੜਾ ਮਿਲੀ ਫਲੋਰਸ ਦਾ ਮਾਲਕ ਹੈ, ਉਹ ਸ਼ੇਅਰ ਹੋਲਡਰ ਜਿਹੜਾ ਉਹਦਾ ਨਾਂ ਆ JEMC ਮੈਨੇਜਮੈਂਟ, ਅਤੇ ਉਹ ਜਾ ਕੇ ਬ੍ਰਿਟਿਸ਼ ਵਰਜਨ ਆਈਲੈਂਡ 'ਚ ਲੁੱਕ ਗਈ। ਕੁਦਰਤੀ ਪੰਡੋਰਾ ਪੇਪਰਸ ਕੱਢ ਲਏ ਇਨਵੈਸਟੀਗੇਟਿਵ ਜਰਨਲਿਸਟ ਨੇ ਜਿਹੜੇ ਵਾਸ਼ਿੰਗਟਨ ਬੇਸ ਨੇ, ਉਹਦੇ ਵਿੱਚ ਇਹ ਨਿਕਲਿਆ ਵੀ ਇਹ ਕੰਪਨੀ ਦਾ ਤਾਂ ਮਾਲਕ ਜਿਹੜਾ ਉਹ ਹੈਗਾ ਐਂਡਰੋਮੇਡਾ ਟਰਸਟ, ਜਿਹੜਾ ਬਹਾਮਾਸ ਦੇ ਵਿੱਚ ਹੈ, ਅਤੇ ਉੱਥੋਂ ਇਹ ਟਰਸਟ ਆ ਜਿਹੜਾ ਉਹ ਗਾਂ ਕਿਹਦੇ ਅੰਡਰ ਆ, ਲਾਜ਼ ਆਫ ਵੈਲੀਬੇਕ ਆਫ ਜਰਸੀ, ਛੋਟਾ ਜਿਹਾ ਟੈਕਸ ਹੇਵਨ ਹੈ ਫਰਾਂਸ ਦੀ ਤੱਟ ਦੇ ਨੇੜੇ, ਅਤੇ ਉਹਦੇ ਗਾਹਾਂ ਟਰਸਟੀ ਜਿਹੜੇ ਕੰਪਨੀ ਦੇ ਰਹਿੰਦੇ ਨੇ ਉਹ ਸਾਈਪਰਸ 'ਚ ਰਹਿੰਦੇ ਨੇ। ਹੁਣ ਸਾਈਪਰਸ 'ਤੇ ਗੱਲ ਜਾ ਕੇ ਨਿਬੜ ਗਈ, ਬਸ ਇਉਂ ਅਗਲੇ ਕਹਾਣੀ ਪਾਉਂਦੇ ਆ। ਅਤੇ ਜਦ ਇਹ ਹੈਰੀ ਅਤੇ ਮੇਗਨ ਇੱਥੇ ਆਏ ਵੀ ਕਿਹਦੇ ਨਾਲ ਆਏ, ਕਿਹਦਾ ਇਹ ਮਾਲਕ ਕੌਣ ਹੈ, ਗੱਲ ਨਿਕਲੀ ਸੀ ਵੀ ਯੂਰੀ ਮਿਲਨਰ ਜਿਹੜਾ ਇਹਦਾ ਮਾਲਕ ਹੈ, ਰਸ਼ੀਅਨ ਬੌਰਨ ਇਨਵੈਸਟਰ ਹੈ ਸਿਲੀਕਨ ਵੈਲੀ 'ਚ। ਇਹ ਵੀ ਗੱਲ ਹੋਈ ਕਿ ਉਸ ਦੀ ਸੁਪਰ ਯਾਟ ਜਿਹੜੀ ਸੀ ਉਹਦਾ ਨਾਂ ਵੀ ਐਂਡਰੋਮੇਡਾ, ਉਹਦੇ ਵਿੱਚ ਉਹ ਕੈਨੇਡੀਅਨ ਮਿਊਜ਼ਿਕ ਪ੍ਰੋਡਿਊਸਰ ਡੇਵਿਡ ਫੋਸਟਰ ਅਤੇ ਉਹਦੀ ਘਰ ਵਾਲੀ ਮੇਗਨ ਅਤੇ ਮਾਰਕਲ ਅਤੇ ਸਕੂਲ ਡੇਜ਼ ਦੀ ਇਹ ਦੋਸਤ ਹੈ ਉਸ ਦੀ ਘਰਵਾਲੀ। ਸੋ ਇਹ ਇਸ ਤਰ੍ਹਾਂ ਜਿਹੜੀ ਗੱਲਾਂ ਲੁਕਦੀਆਂ, ਇਹ ਤਾਂ ਪੱਤਰਕਾਰਾਂ ਨੇ ਨਿੱਜੀ ਤੌਰ 'ਤੇ, ਜੇ ਪੰਡੋਰਾ ਪੇਪਰ ਲੀਕ ਨਾ ਹੁੰਦੇ ਤਾਂ ਐਂਡਰੋਮੇਡਾ ਟਰਸਟ ਜਿਹੜਾ ਓਨ ਕਰਦਾ ਹੈ ਇਸ ਮੈਂਸ਼ਨ ਨੂੰ ਪਤਾ ਨਹੀਂ ਸੀ ਲੱਗਣਾ। ਹੀਰ ਉਹਨਾਂ ਨੇ ਇਹ ਫਰਵਰੀ 2016 ਦੇ ਵਿੱਚ ਇਹਨੂੰ ਯੂਰੀ ਮਿਲਨਰ ਟਰਸਟ ਕਹਿੰਦੇ ਸੀ, ਜਿਹੜਾ ਹੁਣ ਐਂਡਰੋਮੇਡਾ, ਉੱਥੋਂ ਪਤਾ ਲੱਗਿਆ ਕਿ ਆਹ ਇਸ ਦੇ ਮਾਲਕ ਨੇ। ਸੋ ਇਹ ਬਹੁਤ ਵੱਡਾ ਮੈਂਸ਼ਨ ਹੈ, ਪਾਣੀ ਦੇ ਕੰਢੇ 18 ਮਿਲੀਅਨ ਦਾ ਇਹ ਖਰੀਦਿਆ ਗਿਆ ਸੀ 2013 ਦੇ ਵਿੱਚ, ਜਿਹੜਾ ਕਿ ਹੁਣ 50 ਮਿਲੀਅਨ ਦਾ ਹੋਣਾ ਘੱਟੋ ਘੱਟ। ਇੱਕ ਨਹੀਂ ਹੈ ਕਹਾਣੀ। ਜੇ 2019 ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ, ਜਿਹੜੀ ਸਰਪਲਸ ਲੈਂਡ ਕਰਕੇ 25 ਕਿੱਲੇ ਵੇਚੀ ਨਾ 2015-16 ਦੇ ਵਿੱਚ, ਪ੍ਰਾਈਮ ਲੈਂਡ 302 ਮਿਲੀਅਨ ਦੀ ਵਿਕੀ 2015 ਅਤੇ 16 ਦੇ, ਜੇ ਪੀਅਰਸਨ ਅਤੇ ਡੌਗਵੁੱਡ ਕੇਅਰ ਫੈਸਿਲਿਟੀ ਉਸ ਦਾ ਮਾਲਕ ਓਨੀ ਵਾਲੇ, ਅਤੇ 302 ਮਿਲੀਅਨ ਦੇ ਵਿੱਚੋਂ ਅੱਧੇ ਹੀ ਦੇਣੇ ਆ। ਓਨੀ ਨੇ 302 ਮਿਲੀਅਨ ਦੀ ਇਹ ਖਰੀਦੀ, 25 ਕਿੱਲੇ 2013 'ਚ ਲਿਕੁਇਡੇਟ ਸਰਪਲਸ ਕਰਕੇ ਪਬਲਿਕ ਲੈਂਡ ਬਈ ਇਹ ਮਨੀ ਕਰਨੀ ਆ। 160 ਪ੍ਰੋਪਰਟੀਆਂ ਲਿਬਰਲਸ ਨੇ ਵੇਚੀਆਂ $1 ਬਿਲੀਅਨ ਦੇ ਵਿੱਚ, ਜਿਹਦੇ 'ਚ ਸਕੂਲ, ਹੌਸਪੀਟਲ ਅਤੇ ਇੰਡਸਟਰੀਅਲ ਲਾਟਸ, ਉਹਦਾ ਬਥੇਰਾ ਤੁਹਾਨੂੰ ਜਿਹੜਾ ਬਿਰਬਾ ਪਾਇਆ। ਲਿਟਲ ਮਾਊਂਟੇਨ 2008 'ਚ ਵੇਚੀ ਸੀ, ਅਤੇ ਉਹ ਲਿਟਲ ਮਾਊਂਟੇਨ ਦਾ ਓਨਰ ਹਲੇ ਤੱਕ ਪ੍ਰੋਵਿੰਸ ਨੂੰ 230 ਮਿਲੀਅਨ 2020 ਦੀਆਂ ਖਬਰਾਂ ਤੱਕ ਉਸਨੇ ਦੇਣਾ ਸੀ। 11 ਸਾਲ ਸੇਲ ਨੂੰ ਹੋ ਗਏ। ਸੋ ਇਹ ਜਿਹੜੀ ਪੀਅਰਸਨ ਡੌਗਵੁੱਡ ਡਿਵੈਲਪਮੈਂਟ ਹੋਣੀ ਸੀ ਕੈਂਬੀ ਗਾਰਡਨ, ਇਹ 'ਚ 2160 ਮਾਰਕੀਟ ਕੌਂਡੋ, 540 ਸੋਸ਼ਲ ਹਾਊਸਿੰਗ ਯੂਨਿਟ, ਕਮਰਸ਼ੀਅਲ ਸਪੇਸ, ਡੇ ਕੇਅਰ, ਪਾਰਕ, ਕਮਿਊਨਿਟੀ ਹੈਲਥ ਸੈਂਟਰ, ਲੌਂਗ ਟਰਮ ਕੇਅਰ ਹੋਮ, 114 ਸਪੋਰਟਡ ਅਪਾਰਟਮੈਂਟਸ ਟੂ ਰਿਪਲੇਸ ਦਾ 2 ਏਜਿੰਗ ਹੈਲਥ ਫੈਸਿਲਿਟੀਜ਼। 2015 ਦੇ ਵਿੱਚ ਗਵਰਨਮੈਂਟ ਨੇ ਇਸ ਡੌਗਵੁੱਡ ਲੌਜ ਕੰਪਲੈਕਸ ਕੇਅਰ ਹੋਮ ਜਿਹੜਾ, ਅਤੇ ਨਾਲ ਹੀ ਲੌਂਗ ਟਰਮ ਰੈਜ਼ੀਡੈਂਸ਼ੀਅਲ ਕੇਅਰ ਜਾਰਜ ਪੀਅਰਸਨ ਸੈਂਟਰ ਸਪੋਰਟਿੰਗ ਲੈਂਡ, ਉਹ 16 ਦੇ ਵਿੱਚ ਦੋਨੇ ਵੇਚਦੀਆਂ, ਅਤੇ ਅੱਧੇ 137 ਮਿਲੀਅਨ
ਜਿਹੜਾ ਉਹ ਹਲੇ ਦੇਣਾ ਸੀ। ਡਿਵੈਲਪਰ ਨੂੰ ਲੋ ਕੋਸਟ ਲੋਨ ਦਿੱਤਾ ਹੋਇਆ 2023 ਤੱਕ। ਕਿੱਡੀ ਕੁ ਸਵੀਟ ਡੀਲ ਹੈ। ਪਿਛਲੇ 4 ਸਾਲਾਂ 2020 ਦੀ ਖਬਰ ਤੱਕ 842 ਮਿਲੀਅਨ ਦੀ ਇਹ ਪ੍ਰੋਪਰਟੀ ਹੋ ਗਈ ਸੀ, ਜਿਹੜੀ 300 ਦੀ 3 ਗੁਣਾ ਵੱਧ ਗਈ ਸੀ। ਹੁਣ ਇਹ ਆਪਣੇ ਸਾਹਮਣੇ ਹੋ ਰਿਹਾ। 164 ਪ੍ਰੋਪਰਟੀਆਂ ਲਿਬਰਲਸ ਨੇ ਵੇਚੀਆਂ $1 ਬਿਲੀਅਨ ਦੀਆਂ। ਉਹ ਪ੍ਰੋਪਰਟੀਜ਼ ਬਾਰੇ ਦੱਸਿਆ ਵੀ ਸੀ, ਉਹ 'ਚੋਂ ਆਪਣੇ ਵੀ ਕੁਛ ਡਿਵੈਲਪਰ ਨੇ। ਸਰੀ ਦਾ ਉਹਦੇ ਵਿੱਚ ਹੌਸਪੀਟਲ ਵਾਲੀ ਜਗ੍ਹਾ ਬਣ ਗਿਆ, ਉਹ ਤੁਸੀਂ ਦੇਖਿਓ 52 ਤੇ ਹਾਈਵੇ 10 ਦਾ ਕਾਰਨਰ YMCA ਦੇ ਖੂੰਜਾ ਦੇਖਿਓ ਤੁਸੀਂ, ਜਿਹੜੀ ਉਹ ਮਾਲ ਹੈ, ਮਾਲ ਦੇ ਸਟ੍ਰਿਪ ਮਾਲ ਦੇ ਪਿੱਛੇ ਬਣ ਗਏ ਟਾਊਨ ਹਾਊਸ ਹੈ, ਟਾਊਨ ਹਾਊਸ। ਅਤੇ ਕੌਣ ਪੁੱਛੂਗਾ ਇਹਦੇ 'ਤੇ, ਕੌਣ ਖਿਆਲ ਰੱਖੂਗਾ, ਕਿਹਨੇ ਰੱਖਣਾ ਹੈ? ਜਿਹਦੇ ਵਿੱਚ ਬਹੁਤ ਕੁਝ ਹੈ, ਬਹੁਤ ਕੁਝ। ਸਿਟੀਜ਼ਨ ਸਰਵਿਸਿਜ਼, ਐਜੂਕੇਸ਼ਨ, ਟਰਾਂਸਪੋਰਟ ਦੇ, ਫੋਰੈਸਟ ਤੇ ਕੀ ਇਹ ਗੱਲਾਂ ਚੱਲਦੀਆਂ ਹੁੰਦੀਆਂ ਨੇ ਕਿ ਖਾਣਾਂ ਦੀਆਂ ਖਾਣਾਂ ਜਿਨ੍ਹਾਂ ਦੇ ਵਿੱਚੋਂ ਜਿਹੜੇ ਨੇ ਮਿੱਟੀ ਨਿਕਲਣੀਆਂ ਪੱਥਰਾਂ ਵਾਲੀ, ਗ੍ਰੇਡਿੰਗ ਵਾਲਾ, ਅਤੇ ਚੱਕ ਕੇ ਉਹ ਸਮਾਨ ਜਿਹੜਾ ਉਹਦੇ 'ਚੋਂ ਪਹਿਲਾਂ ਨਿਕਲਣਾ, ਫਿਰ ਉਹਦੀਆਂ ਲੋਟਾਂ ਬਣਨੀਆਂ ਨੇ। ਆਪਣੇ ਡਿਵੈਲਪਰਾਂ ਨੇ ਵੀ ਲਿਆ, ਕਈਆਂ ਨੇ ਲੀਜ਼ 99 ਸਾਲ, ਖਾਨੀ 100 ਸਾਲ। ਸੋ ਆਹ ਕੁਛ ਜਿਹੜਾ ਇਹ ਤੁਹਾਡੇ ਸੂਬੇ 'ਚ ਹੈ ਵੀ 3-4 ਜਗ੍ਹਾ ਕੰਪਨੀਆਂ ਲੁਕਾਵੋ ਅਤੇ ਜਿਹੜਾ ਕੋਈ ਮਰਜ਼ੀ ਖਰੀਦ ਲਓ। ਕਿਹਨੇ ਪੁੱਛਣਾ ਇੱਥੇ, ਕਿਹਨੇ ਲੱਭਣਾ? ਇਹ ਹੁਣ ਮੈਂਸ਼ਨ ਇਹ ਲੱਭ ਨਹੀਂ ਹੋਇਆ ਸੈਨੇਜ ਵਾਲਾ, ਤਾਂ ਕੁਦਰਤੀ ਪੈਂਡੋਰਾ ਪੇਪਰਸ ਜੇ ਨਾ ਆਉਂਦੇ ਤਾਂ ਇਹਦਾ ਨਾਂ ਹੀ ਨਹੀਂ ਸੀ ਲੱਭਣਾ। 4 ਜਗ੍ਹਾ ਤਾਂ ਨੱਪਿਆ ਹੋਇਆ ਜਾ ਕੇ। ਉਹ ਕਿਹਦੇ ਕੋਲ ਸਮਾਂ, ਕਿਹਦੇ ਕੋਲ ਇੰਨਾ ਜਿਹੜਾ ਹੈ ਰਿਸੋਰਸਿਸ ਨੇ ਕਿ ਉਹ ਲੱਭ ਲੂ। ਵਿਕਟੋਰੀਆ ਵਾਲਾ ਜਿਹੜਾ ਮਾਲਕੀ ਬ੍ਰਿਟਿਸ਼ ਵਰਜਨ ਆਈਲੈਂਡ 'ਚ ਲੈ ਗਏ, ਬ੍ਰਿਟਿਸ਼ ਵਰਜਨ ਆਈਲੈਂਡ ਬਹਾਮਾਸ ਲੈ ਗਏ, ਬਹਾਮਾਸ ਤੋਂ ਬਾਅਦ ਫਰਾਂਸ ਦੇ ਤੱਟ ਦੇ ਨਾਲ ਇੱਕ ਛੋਟਾ ਜਿਹੀ ਜਗ੍ਹਾ, ਉਹ ਵੀ ਟੈਕਸ ਹੇਵਨ ਆ, ਜਰਸੀ, ਉੱਥੇ ਲੈ ਗਏ। ਜਰਸੀ ਵਾਲੇ ਗਾਹਾਂ ਸਾਈਪਰਸ 'ਚ ਲੈ ਗਏ, ਉਹ ਵੀ ਟੈਕਸ ਹੇਵਨ ਆ। 4 ਜਗ੍ਹਾ ਨੱਪਤੀ। ਤਾਂ ਮਨੀ ਲਾਂਡਰਿੰਗ ਦੀ ਗੱਲ ਜਿਹੜੀ ਹੈ ਬਹੁਤ ਵੱਡੀ ਹੈ। ਮਨੀ ਲਾਂਡਰਿੰਗ ਨੇ ਜਿਹੜਾ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੈ ਅਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਘਰ ਚਲੇ ਗਏ। ਹੁਣ 0.5% ਇੰਟਰਸਟ ਰੇਟ ਵਧਾ ਦਿੱਤਾ, 0.5 ਜਿਹੜਾ 1% 'ਤੇ ਬੈਂਚਮਾਰਕ ਚਲੇ ਗਿਆ ਨਾ। ਬੇਸਿਕਲੀ ਬੈਂਕ ਆਫ ਕੈਨੇਡਾ ਦਾ ਬੈਂਚਮਾਰਕ ਤਾਂ ਇਹਦੇ 'ਚ ਲੈ ਕੇ ਜਾਣਾ ਅਗਲੇ। ਪ੍ਰਾਈਮ ਤਾਂ ਸੈੱਟ ਬੈਂਕਾਂ ਕਰਦੀਆਂ 1.5% ਪਾ ਕੇ, 2.5 ਪੌਣੇ 3 'ਤੇ ਲੈ ਜਾਣਗੀਆਂ। ਪ੍ਰਾਈਮ +2, ਪ੍ਰਾਈਮ +3 ਅਤੇ ਜਿਹੜੀਆਂ ਮੌਰਗੇਜਾਂ ਹੋਣਗੀਆਂ 5-6% 'ਤੇ ਚਲੇ ਗਏ। ਬਣੀਆਂ ਦੀਆਂ ਬਣੀਆਂ ਜਿਹੜੀਆਂ ਟਾਵਰਸ ਜੇ ਡਾਊਨਟਾਊਨ ਦੇ ਵਿੱਚ ਕੋਈ ਲੱਭਣ ਦੀ ਕੋਸ਼ਿਸ਼ ਕਰੇ, ਉਹਨਾਂ ਦੀ ਮਾਲਕੀ ਪਤਾ ਲੱਗੇ ਕਿ ਕੌਣ ਮਾਲਕ ਹੈ। ਇਹ ਜਿਹੜਾ ਕਹਿੰਦੇ ਘਰ ਮਹਿੰਗੇ ਕਿਹਨੇ ਕੀਤੇ? ਘਰ ਮਹਿੰਗੇ ਕੀਤੇ ਬਿਡਰਸ ਨੇ, ਜਿਨ੍ਹਾਂ ਕੋਲ ਇਹੋ ਜਿਹਾ ਨੇ ਜਿਨ੍ਹਾਂ ਦੇ ਕੋਲ ਪੈਸਾ ਹੀ ਪਤਾ ਨਹੀਂ ਕਿੰਨਾ ਪਿਆ। ਉਹ ਕਹਿੰਦਾ 2 ਲੱਖ ਵਾਲੀ ਚੀਜ਼ ਚਾਹੇ 2.25 ਦੀ ਦੇ ਦੇ, ਮੈਂ ਤਾਂ ਚਿੱਠੇ ਕਰਨੇ ਆ। ਅਤੇ ਘਰਾਂ ਨੂੰ ਜਦ ਤੱਕ ਕਮਰਸ਼ੀਅਲ ਲਾਈਨ ਦੇ ਵਿੱਚੋਂ ਕੱਢਦੇ ਨਹੀਂ ਵੀ ਪਹਿਲੇ ਘਰ ਦੀ ਤੈਨੂੰ ਪ੍ਰੋਪਰਟੀ ਟਰਾਂਸਫਰ ਟੈਕਸ ਕੋਈ ਨਹੀਂ ਫਸਟ ਹਾਊਸ ਦੀ, ਦੂਜੇ 'ਤੇ ਸਟੈਂਡਰਡ ਨਾਲੋਂ ਲੱਗੂ 3% ਵੱਧ, 300% ਵੱਧ। ਜੇ ਉਹ 7% ਆ ਤਾਂ ਉਹਦੇ 'ਤੇ ਹੋਰ ਲੱਗੂ 15% ਤੱਕ ਜਾਊ, ਫਿਰ ਲੱਗੇ 30%। ਫਿਰ ਕਿਤੇ ਜਾ ਕੇ ਗੱਲ ਇਨਵੈਸਟਰਾਂ ਦੀ ਰੁਕੂ ਅਤੇ ਤਾਂ ਤੁਸੀਂ ਆਮ ਬੰਦੇ ਦੀ ਪਹੁੰਚ ਜਾਊ, ਜਿਹੜੀ ਕਿ ਇੰਪੋਸੀਬਲ ਹੈ। ਕਿਸੇ ਨੇ ਸਰਕਾਰਾਂ ਨੇ ਕਿਹਨੇ ਛੇੜਨਾ? ਇੱਥੇ ਤੁਹਾਡੇ ਸਾਹਮਣੇ ਸਾਲਾਂ ਬੱਧੀ RCMP ਲੱਗੀ ਰਹੀ, ਅੰਡਰਗਰਾਊਂਡ ਬੈਂਕਿੰਗ ਫੜ ਲਈ ਸਿਲਵਰ ਲਾਈਨ 'ਤੇ, ਅਤੇ ਬੈਂਕਾਂ ਦੇ ਸਰਵੀਲੈਂਸ 'ਚ ਵੇਖ ਲਏ ਵੀ ਭਰ ਕੇ ਬੈਗ ਜਿਹੜੇ ਨੇ ਨੋਟਾਂ ਦੇ, $20 ਦੇ ਨੋਟ, ਦੱਬੀ ਗਈ ਕਹਾਣੀ। ਹੁਣ ਪਿੱਛੇ ਜੇ ਜਿਹੜੇ 12-13 ਫੜੇ ਸੀ, ਜਿਹੜੇ ਸਾਡੇ ਬਜ਼ੁਰਗਾਂ ਨੂੰ ਲੁੱਟਦੇ ਆ, ਆਪਾਂ ਨੂੰ ਲੁੱਟਦੇ ਆ ਵੀ ਆ ਗਈ ਪੁਲਿਸ ਫੜਨ ਨੂੰ, ਉਹਨਾਂ ਦੀ ਅਗਰਾਹੀ ਕਰਨ ਵਾਲੇ ਬਰੈਂਪਟਨ 'ਚ ਬੇਸਡ ਹੀ ਆਪਣਾ ਜੋੜਾ ਸੀ ਇੱਕ, ਹੌਲੀ ਦੇ ਕੇ ਕੇਸ ਬੰਦ ਕਰਤਾ RCMP ਨੇ। ਖੁੱਲੀ ਕਹਾਣੀ, ਖਤਮ। ਜਦ ਇਹੋ ਜਿਹੇ ਵਿਗਾੜ ਤੁਸੀਂ ਦੇਖਦੇ ਹੋ, ਇਹ ਵਿਗਾੜ ਫਿਕਸ ਕਿਹਨੇ ਕਰਨੇ ਨੇ? ਉਹ ਫਿਕਸ ਕਰਨੇ ਨੇ ਪੋਲੀਟੀਸ਼ੀਅਨਸ ਨੇ, ਲਾਅ ਮੇਕਰ ਨੇ। ਅਤੇ ਲਾਅ ਬਣਾਉਣ ਵਾਲੇ ਜਿਹੜੇ ਨੇ ਉਹਨੇ ਇਸ 'ਤੇ ਨਿਗਾਹ ਨਹੀਂ ਰੱਖਦੇ, ਛੇੜਦੇ ਨਹੀਂ। ਉਹ ਕਹਿੰਦੇ ਨੇ ਵੀ ਦੁਬਾਰਾ ਹੁਣ ਆਪਾਂ ਕੀ ਕੁਛ ਛੇੜੀਏ ਯਾਰ, ਮਸਾਂ ਤਾਂ ਜਿੱਤੇ ਆ, ਮਾੜਾ ਜਿਹਾ ਆਨੰਦ ਲੈ, ਹਲ ਦੇਖਾਂਗੇ ਜਦ ਅਗਲੀ ਵਾਰ ਕੁਛ ਹੋਊਗਾ। ਸੋ ਇੱਕ ਨਹੀਂ ਹੈ ਇਸ਼ੂ।
ਹੁਣੇ ਤਾਂ ਬਹੁਤ ਵੱਡੀ ਬ੍ਰੌਡਕਾਸਟਿੰਗ CBC ਆ ਜਿਹੜੀ, ਉਸਨੇ ਲੱਭ ਲਿਆ ਇਹਦਾ ਮਾਲਕ, ਨਹੀਂ ਤਾਂ ਕਿੱਥੇ ਲੱਭਣਾ ਸੀ। 4 ਜਗ੍ਹਾ 5 ਜਗ੍ਹਾ ਜਾ ਕੇ ਮਾਲਕੀ ਨੱਪਤੀ। ਪੈਸਾ ਜਿਹੜਾ ਇੱਥੋਂ ਵੀ ਆਫਸ਼ੋਰ ਲੈ ਜਾਣਾ, ਕੱਢਿਆ ਹੈ ਪੈਸਾ ਚੱਕ ਕੇ ਲੈ ਗਏ। ਹਰ ਸਾਲ 2-2 ਲੱਖ 1.5 ਲੱਖ ਜਿੰਨਾ ਕੁ ਖਰਚਾ ਉੱਥੋਂ ਮੰਗਾਈ ਜਾਣਾ। ਬਸ ਉੱਥੇ ਟੈਕਸ ਸੇਵਨ ਹੈ, ਉੱਥੇ ਜੇ ਇਨਵੈਸਟ ਕਰਤਾ ਅਸੀਂ ਲੈ ਗਏ ਇੱਥੋਂ ਪੈਸਾ। ਲਿਆਉਣਾ ਉਨਾ ਫਿਰ ਜਿੰਨਾ ਤੁਸੀਂ ਖਰਚਣਾ, ਬਸ ਆਨੰਦ ਕਰੋ। ਵੱਡੀਆਂ ਵੱਡੀਆਂ ਕੰਪਨੀਆਂ ਮਾਲਕ ਨੇ ਜਿਹੜੀਆਂ ਇਨਵੈਸਟਮੈਂਟ ਦੀਆਂ ਫਰਮਾਂ ਨੇ, ਅਤੇ ਨਾਲ ਜਿਹੜੀਆਂ ਅਕਾਊਂਟੈਂਸੀ ਕਰਦੀਆਂ ਨੇ, ਉਹਨਾਂ ਵੱਲ ਝਾਕ ਨਹੀਂ ਤੁਸੀਂ ਸਕਦੇ। ਉਹਨਾਂ ਦੇ ਤਾਂ ਵੱਡੇ ਫੰਕਸ਼ਨਾਂ ਦੇ ਉੱਪਰ ਰੈਵਨਿਊਜ਼ ਦੇ ਅਤੇ ਮਿਨਿਸਟਰਸ ਅਤੇ ਜੇ ਅਤੇ ਬਹੁਤ ਜਾਂਦੇ ਨੇ। ਆ ਪਿੱਛੇ ਜੇ KPMG ਨੂੰ ਜਦ ਖੰਗਾਲਿਆ ਸੀ, ਉਹਨੇ ਦਿਖਾਇਆ ਉਹਨਾਂ ਦੇ ਇਕੱਠਾਂ ਦੇ ਵਿੱਚ ਕੌਣ ਕੌਣ ਜਾ ਕੇ ਆਇਆ। ਸੋ ਇਹ ਜਿਹੜੀ ਹੈ, ਇਹ ਇੰਨੀ ਚੀਜ਼ ਇੱਕ ਲੱਭੀ, ਇੱਕ ਘਰ ਤੋਂ, ਜਿਹੜਾ ਘਰ ਹੈ ਇੱਕ, ਜਿਹਦੇ 'ਚ ਪਤਾ ਨਹੀਂ ਕੌਣ ਆ ਕੇ ਕਦੇ ਰਹਿੰਦਾ ਉਹ ਖਾਲੀ ਪਿਆ, ਅਤੇ ਜਿਹੜੀਆਂ ਹੋਰ ਬਿਲਡਿੰਗਸ ਨੇ ਬਣੀਆਂ ਬਣਾਈਆਂ ਵੱਡਿਆਂ ਡਾਊਨਟਾਊਨਾਂ ਦੇ ਵਿੱਚ ਘਰਾਂ ਇਹਦੇ 'ਚ, ਅਤੇ ਉਹਦੇ 'ਚ ਕੀ ਹੋਊਗੀ। 2019 ਤੋਂ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਜਿਹੜੀਆਂ ਉਹ ਸੋਚ ਰਹੀਆਂ ਨੇ ਕਿ ਰਜਿਸਟਰੀਜ਼ ਕਿਵੇਂ ਕੀਤੀਆਂ ਜਾਣ ਵੀ ਰੀਅਲ ਓਨਰ ਪਤਾ ਲੱਗੇ। ਜਿਹੜੀਆਂ ਕਾਰਪੋਰੇਟ ਐਂਟੀਟੀਜ਼ ਨੇ ਉਹਨਾਂ ਦੇ ਥੱਲੇ ਸ਼ੈੱਲ ਕੰਪਨੀਆਂ 'ਚ ਲੁਕੇ ਬੰਦੇ ਕਿਵੇਂ ਨਿਕਲਣ। 2025 ਦਾ ਹੁਣ ਪ੍ਰੋਮਿਸ ਕੀਤਾ ਜਸਟਿਨ ਟਰੂਡੋ ਨੇ ਕਿ ਫਰੈਸ਼ ਜਿਹੜੀ ਇਸ ਦੇ ਉੱਪਰ ਅਸੀਂ ਲੱਭ ਕੇ ਲੈ ਕੇ ਆਵਾਂਗੇ। ਪਰ ਜਿਹੜੇ ਰਸ਼ੀਅਨ ਓਲੀਗਾਰਕਸ ਨੇ, ਜਿਹੜੇ ਉੱਥੇ ਦੀਆਂ ਸਰਕਾਰਾਂ ਨਾਲ ਮਿਲੇ ਹੋਏ ਮਲਟੀ ਬਿਲੀਅਨਰ ਲੋਕ ਨੇ, ਉਹਨਾਂ ਨੂੰ ਲੱਭਣਾ ਹੁਣ ਉਹਨਾਂ ਦੀਆਂ ਕਿਸ਼ਤੀਆਂ ਕੁਸ਼ਤੀਆਂ ਤਾਂ ਫੜੀ ਜਾਂਦੇ ਨੇ। ਪਰ ਆਹ ਦੇਖੋ ਘਰ, ਉਹ ਹੁਣ ਲਿਆਂਦੀ ਤਾਂ ਹੈ, ਜਰਨਲਿਸਟਾਂ ਨੇ ਤਾਂ ਲੱਭ ਕੇ ਲੈ ਆਂਦੀ, ਪਰ ਅੱਗੇ ਤੁਰੂ ਰੱਬ ਜਾਣਦਾ। ਲਓ ਜੀ, ਲੌਂਗ ਵੀਕਐਂਡ ਤੁਹਾਡਾ ਸਾਰਿਆਂ ਦਾ ਵਧੀਆ ਰਹੇ। ਹੁਣ ਅਗਲੇ ਹਫ਼ਤੇ, ਕੱਲ੍ਹ ਨੂੰ ਛੁੱਟੀ ਹੈ, ਪਰਸੋਂ ਛੁੱਟੀ ਹੈ, ਚੌਥੇ ਛੁੱਟੀ ਹੈ, ਸੋਮਵਾਰ ਦੀ ਛੁੱਟੀ ਹੈ, ਅਤੇ ਫਿਰ ਆ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਅਗਲੇ ਹਫ਼ਤੇ ਆਉਣੇ ਆ। ਰੱਬ ਰੱਖਾ।